हाँ जी, फेसबुक ते जुड़े सारे दर्शकों का जिहड़े सानू अज फेसबुक ते देख रहे ने, सारिਆਂ ਨੂੰ सत श्री अकाल जी। मेरा नाम अमरजीत है, मैं सकरामेंटो तो तुहाडा होस्ट। अज का प्रोग्राम लैके हाजिर हो रहा फेसबुक चर्चा सैशन नंबर 18। साडी इहो जो सैशन ने ये किसान अंदोलन ते चल रहे ने। ਜਦੋਂ ਦਾ ਇਹ किसान अंदोलन शुरू होया ਅਸੀਂ ਉਦੋਂ ਦੇ ਇਹ ਸੈਸ਼ਨ ਜਿਹੜੇ ਹੈਗੇ ਉਹ ਕਰ ਰਹੇ ਹੈਗੇ ਆ ਤੇ ਇਸ ਸੈਸ਼ਨਾਂ ਦੇ ਵਿੱਚ ਅਸੀਂ ਗੱਲ ਕਰਦੇ ਆ ਕਿਸਾਨ ਅੰਦੋਲਨ ਦੇ ਉੱਤੇ ਕਿ ਕਿਸਾਨਾਂ ਨੂੰ ਇਹ ਅੰਦੋਲਨ ਕਿਉਂ ਸ਼ੁਰੂ ਹੋਇਆ, ਇਸ ਅੰਦੋਲਨ ਦੇ ਸ਼ੁਰੂ ਹੋਣ ਦਾ ਕਾਰਨ ਕੀ ਸੀ ਤੇ ਇਸ ਅੰਦੋਲਨ ਦੇ ਵਿੱਚ ਕਿਹੜੀਆਂ-ਕਿਹੜੀਆਂ ਆਕੜਾਂ ਆਈਆਂ ਤੇ ਕਿਸਾਨ ਉਹਨਾਂ ਔਕੜਾਂ ਨੂੰ ਪਾਰ ਕਰਕੇ ਕਿਸ ਤਰ੍ਹਾਂ ਇਸ ਅੰਦੋਲਨ ਦੇ ਵੱਲ ਦੀ ਜਿੱਤ ਵੱਲ ਵੱਧ ਰਹੇ ਨੇ ਤੇ ਜਿਹੜੀ ਇੰਡੀਆ ਦੀ ਸਰਕਾਰ ਆ ਇਸ ਵਕਤ ਬੀਜੇਪੀ ਸਰਕਾਰ ਆ ਉਹ ਇਹ ਉਹਨਾਂ ਦਾ ਇਹੋ ਆਰਡੀਨੈਂਸ ਲਿਆਉਣ ਦਾ ਕਾਰਨ ਕੀ ਸੀ, ਇਹਦੇ ਬਾਰੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ। ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਗੈਸਟ ਨੇ ਗੁਰਮੰਤ ਗਰੇਵਾਲ ਜੀ ਸਰੀ ਤੋਂ, ਜਿਹੜੇ ਕਿ 3 ਵਾਰ ਐਮਪੀ ਰਹੇ ਨੇ ਤੇ ਉਹਨਾਂ ਦੇ ਵਾਈਫ 4 ਵਾਰੀ ਐਮਪੀ ਰਹਿ ਚੁੱਕੇ ਨੇ ਤੇ ਇਹੋ ਆਪਣੀ ਇੰਡੀਆ ਤੋਂ ਲੁਧਿਆਣੇ ਤੋਂ ਨੇ, ਮੁੱਲਾਪੁਰ ਤੋਂ, ਤੇ ਇਹਨਾਂ ਨੇ ਉੱਥੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਹੈ ਤੇ ਸਾਡੇ ਨਾਲ ਅੱਜ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਗੁਰਮੰਤ ਗਰੇਵਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਤੇ ਨਾਲ ਆਪਣੇ ਨੇ ਵਰਦੀਪ ਸਿੰਘ ਤੇਜਾ ਜੀ, ਇਹ ਭਾਜੀ ਆਪਣੇ ਜਰਮਨ ਵਿੱਚ ਰਹਿੰਦੇ ਨੇ ਤੇ ਇਹਨਾਂ ਦਾ ਬੈਕਗ੍ਰਾਉਂਡ ਦੇ ਵਿੱਚ ਵੀਰਾ ਤੇਜਾ ਰਾਏ ਭਾਜੀ, ਵੀਰਾ ਤੇਜਾ ਪਿੰਡ ਤੋਂ ਨੇ। ਇਹਨਾਂ ਦਾ ਗੁਰਦਾਸਪੁਰ ਹਲਕਾ ਇਲਾਕਾ ਜ਼ਿਲ੍ਹਾ ਗੁਰਦਾਸਪੁਰ ਹੈ ਤੇ ਇੱਕ ਅਜੀਤ ਅਖਬਾਰ ਦੇ ਵਿੱਚ ਤੇ ਪੰਜਾਬੀ ਜਾਗਰਣ ਦੇ ਵਿੱਚ ਕੰਮ ਕਰ ਚੁੱਕੇ ਨੇ। ਕਾਫੀ ਵਧੀਆ ਇਹਨਾਂ ਦੀ ਮੀਡੀਆ ਦੇ ਨਾਲ ਜਾਣ ਪਛਾਣ ਹੈ। ਤੇ ਭਾਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ, ਇਸ ਪ੍ਰੋਗਰਾਮ ਦੇ ਉੱਤੇ ਵੈਲਕਮ। ਮੇਰੇ ਵੱਲੋਂ ਇਹ ਲਾਈਵ ਪ੍ਰੋਗਰਾਮ ਦੇਖ ਰਹੇ ਸਤਿਕਾਰਯੋਗ ਸਰੋਤਿਆਂ ਨੂੰ ਤੇ ਆਏ ਹੋਏ ਗੈਸਟ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਪਾਂ ਇਸ ਪ੍ਰੋਗਰਾਮ ਨੂੰ ਅੱਗੇ ਲਿਜਾਂਦੇ ਹੋਏ ਸਭ ਤੋਂ ਪਹਿਲਾਂ ਮੈਂ ਦੋਨਾਂ ਆਪਣੇ ਗੈਸਟਾਂ ਦੀ ਬੈਕਗ੍ਰਾਉਂਡ ਬਾਰੇ ਗੱਲ ਕਰਨੀ ਚਾਹੁੰਦਾ। ਪਹਿਲਾਂ ਤਾਂ ਮੈਂ ਗੁਰਬੰਤ ਗਰੇਵਾਲ ਜੀ ਤੋਂ ਉਹਨਾਂ ਦੀ ਬੈਕਗ੍ਰਾਉਂਡ ਬਾਰੇ ਵੀ ਉਹਨਾਂ ਨੇ ਕਿੱਦਾਂ ਉਹਨਾਂ ਦਾ ਕੈਨੇਡਾ ਵਿੱਚ ਆਉਣਾ ਹੋਇਆ ਤੇ ਉਹਨਾਂ ਦੀ ਬੈਕਗ੍ਰਾਉਂਡ ਕੀ ਆ, ਪਲੀਜ਼ ਸਾਡੇ ਜਿਹੜੇ ਫੇਸਬੁੱਕ ਤੇ ਜੁੜੇ ਹੋਏ ਜਿੰਨੇ ਵੀ ਸੱਜਣ ਆ ਉਹਨਾਂ ਨਾਲ ਸ਼ੇਅਰ ਕਰੋ ਜੀ। ਹਾਂਜੀ ਵੀਰ ਜੀ, ਮੈਂ ਆਪਣੇ ਵੱਲੋਂ ਤੇ ਸਰੀ ਦੇ ਨਿਵਾਸੀਆਂ ਵੱਲੋਂ, ਕੈਨੇਡਾ ਦੇ ਨਿਵਾਸੀਆਂ ਵੱਲੋਂ ਸਾਰੇ ਤੁਹਾਡੇ ਸਮੁੱਚੇ ਦਰਸ਼ਕਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਬੁਲਾਉਣਾ ਤੇ ਮੈਂ ਉਮੀਦ ਕਰਦਾ ਕਿ ਸਾਰੇ ਇਸੇ ਤਰ੍ਹਾਂ ਯੂਨਿਟੀ ਦੇ ਨਾਲ ਤੇ ਸਿਆਣਪ ਦੇ ਨਾਲ ਸਟ੍ਰੈਟੇਜਿਕ ਢੰਗ ਦੇ ਨਾਲ ਇਸ ਜਦੋ ਜਹਿਦ ਨੂੰ ਸਿਰੇ ਲਾ ਕੇ ਇਹਦਾ ਜਿਹੜਾ ਐਂਡ ਰਿਜ਼ਲਟ ਆ ਉਹਨੂੰ ਪੋਜ਼ਿਟਿਵ ਕੱਢਣ ਦੀ ਕੋਸ਼ਿਸ਼ ਕਰਾਂਗੇ। ਤੇ ਮੈਂ ਸਰੀ ਤੋਂ ਮੈਂਬਰ ਆਫ ਪਾਰਲੀਮੈਂਟ ਸੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਤੇ 1997 ਦੇ ਵਿੱਚ ਪਹਿਲੀ ਵਾਰੀ ਇਲੈਕਟ ਹੋਇਆ। ਕੈਨੇਡਾ ਦੇ ਵਿੱਚ 1991 ਚ ਆਇਆ ਸੀ ਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਮੈਂ ਡਿਪਟੀ ਹਾਊਸ ਲੀਡਰ ਤੇ ਬੀਇੰਗ ਇਨ ਆਪੋਜੀਸ਼ਨ ਜੁਆਇੰਟ ਕਮੇਟੀ ਹਾਊਸ ਤੇ ਸੈਨੇਟ ਦੀ ਹੁੰਦੀ ਹੈ ਸਕਰੂਟਨੀ ਆਫ ਰੈਗੂਲੇਸ਼ਨਸ, ਉਹਦਾ ਮੈਂ ਚੇਅਰਮੈਨ ਰਿਹਾ ਤੇ ਹੋਰ ਮੈਂ ਕਾਫੀ ਪੋਰਟਫੋਲੀਓਜ਼ ਹੈਂਡਲ ਕੀਤੇ, ਜਿਸ ਤਰ੍ਹਾਂ ਸ਼ੈਡੋ ਮਿਨਿਸਟਰ ਫਾਰ ਫੋਰਨ ਅਫੇਅਰਸ ਫਾਰ ਕੈਨੇਡਾ, ਮਲਟੀਕਲਚਰਲਿਜ਼ਮ, ਇਮੀਗ੍ਰੇਸ਼ਨ ਕਮੇਟੀ ਤੇ ਹੋਰ ਇਸ ਤਰ੍ਹਾਂ ਬੇਹੱਦ ਹੋਰ ਕਮੇਟੀਆਂ ਦੇ ਉੱਤੇ ਤੇ ਪੋਰਟਫੋਲੀਓਜ਼ ਮੈਂ ਹੈਂਡਲ ਕੀਤੇ ਨੇ। ਜਦੋਂ ਮੈਂ ਡਿਪਟੀ ਹਾਊਸ ਲੀਡਰ ਸੀ ਤਾਂ ਉਸ ਟਾਈਮ ਦੇ ਉੱਤੇ ਮੈਂ ਜਿਹੜੇ ਕੈਨੇਡਾ ਦੇ ਲੈਜਿਸਲੇਸ਼ਨ ਬਣਦੇ ਨੇ ਉਹਨਾਂ ਨੂੰ ਐਨਾਲਾਈਜ਼ ਕਰਨਾ ਤੇ ਆਪਣੀ ਪਾਰਟੀ ਦੇ ਏਜੰਡੇ ਨੂੰ ਮੂਵ ਕਰਨਾ, ਉਹਨਾਂ ਦੇ ਉੱਤੇ ਕਾਫੀ ਕੰਮ ਕੀਤਾ ਹੋਇਆ। ਇਸ ਕਰਕੇ ਮੈਂ ਜਿਹੜਾ ਫਾਰਮਰ ਦਾ ਬਿੱਲ ਹੈ, ਫਾਰਮ ਰਿਫਾਰਮ ਬਿੱਲ, ਤਿੰਨੋਂ ਬਿੱਲਾਂ ਨੂੰ ਮੈਂ ਡਿਫਰੈਂਟ ਪਰਸਪੈਕਟਿਵ ਦੇ ਨਾਲ ਦੇਖਿਆ। ਤੇ ਵੈਸੇ ਮੇਰੀ ਬੈਕਗ੍ਰਾਉਂਡ BSc ਐਗਰੀਕਲਚਰ ਕੀਤੀ ਹੋਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ 1974 ਤੋਂ ਲੈ ਕੇ 1979 ਤੱਕ। ਉਸ ਤੋਂ ਬਾਅਦ ਮੈਂ ਉੱਥੇ PAU ਦੇ ਵਿੱਚ MBA ਕੀਤੀ ਹੈ ਤੇ ਮੈਂ ਮਲਟੀਨੈਸ਼ਨਲ ਕੰਪਨੀਜ਼ ਦੇ ਵਿੱਚ ਸੀਨੀਅਰ ਮੈਨੇਜਮੈਂਟ ਪੋਜੀਸ਼ਨਸ ਹੋਲਡ ਕੀਤੀਆਂ ਨੇ ਲੰਬੇ ਸਮੇਂ ਦੇ ਲਈ। ਇਸ ਤੋਂ ਇਲਾਵਾ ਮੈਂ ਯੂਨੀਵਰਸਿਟੀ 'ਚ ਬਿਜ਼ਨਸ ਮੈਨੇਜਮੈਂਟ ਦਾ ਪ੍ਰੋਫੈਸਰ ਵੀ ਰਿਹਾ ਤੇ ਕੈਨੇਡਾ ਦੇ ਵਿੱਚ ਆ ਕੇ ਆਪਣਾ ਬਿਜ਼ਨਸ ਵੀ ਕੀਤਾ। ਇਸ ਤੋਂ ਪਹਿਲਾਂ ਵੈਸਟ ਅਫਰੀਕਾ 'ਚ ਆਪਣੇ ਬ੍ਰਦਰ ਦੇ ਨਾਲ, ਮਨਮੋਹਨ ਸਿੰਘ ਗਰੇਵਾਲ, ਤੁਹਾਡੇ ਸ਼ੋਅ 'ਚ ਪਹਿਲਾਂ ਵੀ ਆਏ ਨੇ ਉਹਨਾਂ ਦੇ ਨਾਲ ਮੈਂ ਲਾਇਬੇਰੀਆ ਦੇ ਵਿੱਚ ਸਾਡਾ ਫੈਮਿਲੀ ਬਿਜ਼ਨਸ ਸੀ ਤੇ ਇਹ ਮੇਰੀ ਥੋੜ੍ਹੀ ਬਹੁਤੀ ਬੈਕਗਰਾਊਂਡ ਹੈ। ਸੋ ਐਗਰੀਕਲਚਰ, ਬਿਜ਼ਨਸ ਤੇ ਐਜੂਕੇਸ਼ਨ ਤੇ ਲੈਜਿਸਲੇਟਿਵ, ਪੋਲੀਟੀਕਲ, ਇਸ ਬੈਕਗਰਾਉਂਡ ਦੇ ਨਾਲ ਅੱਜ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂਗਾ। ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ, ਤੁਸੀਂ ਟਾਈਮ ਕੱਢਿਆ। ਸਾਨੂੰ ਪਤਾ ਸਾਰਿਆਂ ਦੀ ਲਾਈਫ ਇਧਰ ਕੰਟਰੀਆਂ 'ਚ ਵੀ ਬਹੁਤ ਬਿਜ਼ੀ ਆ, ਇੰਨੀ ਬਿਜ਼ੀ ਲਾਈਫ ਦੇ ਵਿੱਚੋਂ ਟਾਈਮ ਕੱਢਣਾ, ਔਰ ਮੈਨੂੰ ਪਤਾ ਤੁਹਾਡੇ ਦਿਲ 'ਚ ਵੀ ਦਰਦ ਆ ਜੋ ਅੱਜ ਪੰਜਾਬ 'ਚ ਚੱਲ ਰਿਹਾ,
ਜੋ ਅੱਜ ਆਪਣੇ ਕਿਸਾਨ ਇਸ ਵਕਤ ਸੰਘਰਸ਼ ਕਰ ਰਹੇ ਆ, ਉਸ ਦਰਦ ਨੇ ਤੁਹਾਨੂੰ ਅੱਜ ਇੱਥੇ ਲਿਆਂਦਾ। ਤੁਸੀਂ ਉਸ ਦਰਦ ਦੇ ਨਾਲ ਹਮਦਰਦੀ ਜਤਾਉਣ ਲਈ ਸਾਡੇ ਨਾਲ ਇੱਥੇ ਆਏ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਵਰਿੰਦਰਦੀਪ ਸਿੰਘ ਤੇਜਾ ਜੀ ਕੋਲੋਂ ਵੀ ਉਹਨਾਂ ਦੀ ਬੈਕਗ੍ਰਾਉਂਡ ਬਾਰੇ ਜਾਣਨਾ ਚਾਹੁੰਦਾ। ਪਲੀਜ਼ ਭਾਜੀ ਤੁਸੀਂ ਵੀ ਆਪਣੀ ਬੈਕਗ੍ਰਾਉਂਡ ਪਹਿਲਾਂ ਸ਼ੇਅਰ ਕਰੋ ਜੀ। ਹਾਂਜੀ ਵੀਰ ਜੀ, ਨਾਮ ਵਰਦੀਪ ਸਿੰਘ ਤੇਜਾ, ਪਿੰਡ ਵੀਲਾ ਤੇਜਾ, ਜ਼ਿਲ੍ਹਾ ਗੁਰਦਾਸਪੁਰ। ਹਾਂਜੀ, ਤੁਹਾਡੀ ਭਾਜੀ ਵੀਡੀਓ ਥੋੜੀ ਜਿਹੀ ਤੁਹਾਡੀ ਸਟਕ ਹੋ ਗਈ ਭਾਜੀ। ਤੇਜਾ ਭਾਜੀ ਤੁਹਾਡੀ ਵੀਡੀਓ ਲੱਗਦਾ ਇੰਟਰਨੈਟ ਦੀ ਪ੍ਰੋਬਲਮ ਆ ਰਹੀ ਆ ਤੁਹਾਡੇ ਵਰਦੀਪ ਭਾਜੀ। ਚਲੋ ਆਪਾਂ ਜਿੰਨਾ ਚਿਰ ਉਹ, ਹਾਂਜੀ ਭਾਜੀ ਤੁਹਾਨੂੰ ਹਾਂਜੀ ਹਾਂਜੀ ਵੀਰ ਜੀ, ਮੈਨੂੰ ਆ ਰਹੀ ਹੈ ਤੁਹਾਡੀ ਆਵਾਜ਼, ਬਿਲਕੁਲ ਸਾਫ਼ ਆ ਰਹੀ ਹੈ। ਹਾਂਜੀ ਹਾਂਜੀ ਕਰੋ ਭਾਜੀ, ਹੁਣ ਗੱਲ ਕਰੋ, ਤੁਹਾਡੀ ਵੀਡੀਓ ਸਟਕ ਹੋ ਗਈ ਸੀ। ਹਾਂਜੀ ਓਕੇ, ਮੇਰਾ ਨਾਮ ਵਰਦੀਪ ਸਿੰਘ ਤੇਜਾ ਆ, ਪਿੰਡ ਵੀਲਾ ਤੇਜਾ, ਜ਼ਿਲ੍ਹਾ ਗੁਰਦਾਸਪੁਰ। ਤੇ ਜਵਾਹਰ ਨਵੋਦਿਆ ਵਿਦਿਆਲਿਆ ਜਿਹੜੇ ਸੈਂਟਰ ਦੇ ਹੋਸਟਲ ਸੀਗੇ, ਉਹਦਾ ਤਾਂ ਮੈਂ ਸਟੂਡੈਂਟ ਰਹਿ ਚੁੱਕਾ ਹਾਂ। ਪਰ ਮੈਨੂੰ ਬਚਪਨ ਤੋਂ ਹੀ ਇੱਕ ਸ਼ੌਂਕ ਸੀਗਾ ਕਿ ਇੱਕ ਬਹੁਤ ਹੀ ਅੱਛੇ ਪੱਤਰਕਾਰ ਦੇ ਵਜੋਂ ਇਸ ਆਵਾਮ ਦੇ ਵਿੱਚ ਵਿਚਰਨਾ ਆ, ਪੰਜਾਬ ਦੇ ਵਿੱਚ ਵਿਚਰਨਾ ਜਾਂ ਜਿੱਥੇ ਵੀ ਵਿਚਰਨਾ ਆ। ਤੇ ਇਹ ਜਿਹੜਾ ਹੈਗਾ, ਇੱਕ ਮੈਂ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਆ। ਮੈਂ ਵੀ ਕਿਸਾਨ ਘਰਾਣੇ ਦੇ ਵਿੱਚੋਂ ਆ। ਇਹਨਾਂ ਆਰਡੀਨੈਂਸ ਦੇ ਉੱਤੇ ਗੌਰ ਕੀਤਾ ਹੈ ਜਦੋਂ, ਤੇ ਇਹਦੇ ਵਿੱਚ ਵੇਖਿਆ ਕਿ ਬਹੁਤ ਤਰੁੱਟੀਆਂ ਨੇ। ਤੇ ਮੈਂ ਸੋਚਿਆ ਕਿ ਚਲੋ ਥੋੜਾ ਜਿਹਾ ਇਹਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਜਾਣ। ਤੇ ਮੀਡੀਆ ਦੇ ਵਿੱਚ ਰਹਿ ਚੁੱਕਾ ਆ ਮੈਂ। ਅਜੀਤ ਅਖਬਾਰ ਤੱਕ ਛੋਟੇ ਇੱਕ ਲੈਵਲ ਤੋਂ ਮੈਂ ਸ਼ੁਰੂ ਹੋਇਆ ਸੀਗਾ, ਤੇ ਅਜੀਤ ਅਖਬਾਰ ਤੱਕ ਪਹੁੰਚ ਕੇ ਜਿਹੜਾ ਆ ਉਹ ਪੱਤਰਕਾਰੀ ਦਾ ਯੋਗਦਾਨ ਪਾਇਆ ਸੀਗਾ ਮੈਂ, ਰਿਪੋਰਟਿੰਗ ਦਾ। ਤੇ ਮੀਡੀਆ ਦੇ ਉੱਤੇ ਥੋੜਾ ਜਿਹਾ ਜਿਹੜਾ ਉਹ ਮੈਂ ਵਿਚਾਰ ਸਾਂਝੇ ਕਰਨਾ ਚਾਹੁੰਦਾ ਸੀਗਾ ਕਿ ਅੱਜ ਸਾਡਾ ਮੀਡੀਆ ਕੀ ਆ ਤੇ ਪਹਿਲਾਂ ਕੀ ਸੀ। ਤੇ ਮੈਂ ਧੰਨਵਾਦ ਆ ਜੀ, ਧੰਨਵਾਦ ਕਰਦਾ ਆਪ ਸਭ ਸੱਜਣ ਵੀਰਾਂ ਦਾ, ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਦਾਸ ਨੂੰ। ਉਹਨਾਂ ਨੇ ਮੈਨੂੰ ਮੌਕਾ ਦਿੱਤਾ, ਆਪ ਜੀ ਨੇ, ਆਪ ਜੀ ਦੀ ਚਰਚਾ ਦੇ ਵਿੱਚ ਪਾਰਟਿਸਿਪੇਟ ਕਰਨ ਦਾ। ਸੋ ਇਹਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਧੰਨਵਾਦ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖੋ ਵੀਰੋ, ਆਪਾਂ ਜਿਹੜੇ ਅੱਜ ਤੇ ਇਕੱਠੇ ਹੋਏ ਆ NRI, ਜਿੱਦਾਂ ਆਪਣੇ ਗੁਰਮੰਤ ਗਰੇਵਾਲ ਜੀ ਹੋਏ ਆ, ਵਰਿੰਦਰ ਤੇਜਾ ਜੀ ਤੁਸੀਂ ਹੋਏ ਆ, ਸਾਡੇ ਨਾਲ ਦੂਜੇ ਪਾਸੇ ਉੱਭੀ ਭਾਜੀ, ਬਲਜਿੰਦਰ ਸਿੰਘ ਉੱਭੀ ਕੈਨੇਡਾ ਤੋਂ, ਜਿਹੜੇ ਇਸ ਵਕਤ ਟੈਕਨੀਕਲ ਟੀਮ ਦੇ ਵਿੱਚ ਸਾਡੇ ਨਾਲ ਹੈਲਪ ਕਰ ਰਹੇ ਆ। ਆਪਾਂ ਇੱਥੇ ਕਿਉਂ ਇਕੱਠੇ ਹੋਏ ਆ? ਕਿਉਂਕਿ ਅੱਜ ਜੋ ਆਰਡੀਨੈਂਸ ਪਾਸ ਕੀਤੇ ਗਏ ਆ ਇੰਡੀਅਨ ਗਵਰਨਮੈਂਟ ਵੱਲੋਂ, ਉਹ ਇੱਕ ਟਾਈਮ ਦੇ ਵਿੱਚ ਜਦੋਂ ਸ਼ਹੀਦ ਭਗਤ ਸਿੰਘ ਦੇ ਪਿਤਾ ਜੀ ਜੀਂਦੇ ਸੀਗੇ, ਉਦੋਂ ਵੀ ਇਹੋ ਇਦਾਂ ਦੇ ਹੀ ਕੁਝ ਆਰਡੀਨੈਂਸ ਅੰਗਰੇਜ਼ ਸਰਕਾਰਾਂ ਨੇ ਵੀ ਕੱਢੇ ਸੀਗੇ, ਜਿਹਦੇ ਵਿੱਚ ਉਦੋਂ ਵੀ ਇਹਨਾਂ ਕਾਨੂੰਨਾਂ ਦੇ ਖਿਲਾਫ ਆਵਾਜ਼ ਉੱਠੀ ਸੀ। ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ। ਉਦੋਂ ਵੀ ਆਪਾਂ ਜਿੱਤੇ ਸੀ, ਚਾਹੇ ਉਹ 9 ਮਹੀਨੇ ਲੱਗੇ ਸੀ ਆਪਾਂ ਨੂੰ ਜਿੱਤਣ ਲਈ। ਤੇ ਇੱਕ ਕੇਜਰੀਵਾਲ ਸਾਹਿਬ ਇੱਕ ਦਿਨ ਆਪਣੇ ਸੰਸਦ ਦੇ ਵਿੱਚ ਗੱਲ ਕਰ ਰਹੇ ਸੀ, ਕਹਿੰਦੇ ਵੀ ਜੇ ਭਗਤ ਸਿੰਘ ਹੁਣਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੱਜ ਭਗਤ ਸਿੰਘ ਕੀ ਸੋਚਦਾ ਹੋਊਗਾ ਵੀ ਅਸੀਂ ਸ਼ਹੀਦੀਆਂ ਇਸ ਕਰਕੇ ਦਿੱਤੀਆਂ ਸੀ ਵੀ ਸਾਡੇ ਕਿਸਾਨ ਫਿਰ ਉਸੇ ਤਰ੍ਹਾਂ ਸੰਘਰਸ਼ ਕਰਨ ਆਪਣੇ ਹੱਕਾਂ ਦੇ ਲਈ, ਕਿ ਕੁਝ ਲੋਕੀ ਉਹਨਾਂ ਦਾ ਹੱਕ ਲੁੱਟਣ। ਸੋ ਇਹ ਸੁਣ ਕੇ ਮੈਨੂੰ ਵੀ ਬੜਾ ਇਮੋਸ਼ਨਲ ਹੋਇਆ ਵੀ ਵਾਕਿਆ ਹੀ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ, ਤੇ ਸਾਡੇ ਜਿਹੜੇ ਸਰਮਾਏਦਾਰ ਲੋਕ ਆ ਜਾਂ ਗੌਰਮੈਂਟਾਂ ਆ, ਉਹਨਾਂ ਨੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਇੱਕ ਪਾਸੇ ਕਿਨਾਰੇ ਕਰਕੇ ਉਹਨਾਂ ਕਿਸਾਨਾਂ ਲਈ ਜਿਨ੍ਹਾਂ ਲਈ ਉਹ ਲੜੇ, ਉਹਨਾਂ ਦੇ ਅੱਗੇ ਇਦਾਂ ਦਾ ਆਰਡੀਨੈਂਸ ਲਿਆਤੇ। ਮੈਂ ਸਭ ਤੋਂ ਪਹਿਲਾਂ ਗੁਰਮੰਤ ਗਰੇਵਾਲ ਜੀ ਨੂੰ ਇਹੀ ਪੁੱਛਾਂਗਾ ਕਿ ਤੁਸੀਂ ਇਹਨਾਂ ਆਰਡੀਨੈਂਸਾਂ ਨੂੰ ਬਹੁਤ ਚੰਗੀ ਤਰ੍ਹਾਂ ਡਿਟੇਲ 'ਚ ਦੇਖਿਆ। ਤੁਸੀਂ ਇਹਨਾਂ ਆਰਡੀਨੈਂਸ ਬਾਰੇ ਪਲੀਜ਼ ਡਿਟੇਲ 'ਚ ਦੱਸੋ, ਜਿਹੜੇ ਸਾਡੇ ਫੇਸਬੁੱਕ ਦੇ ਉੱਤੇ ਜੁੜੇ ਹੋਏ ਸੱਜਣ ਨੇ, ਕਿ ਉਹਨਾਂ ਨੂੰ ਪਤਾ ਲੱਗੇ ਵੀ ਇਹ ਆਰਡੀਨੈਂਸ ਕੀ ਨੇ, ਪਲੀਜ਼। ਓਕੇ, ਇਹ ਨਾ 3 ਆਰਡੀਨੈਂਸ ਸੀਗੇ ਜਿਹੜੇ ਜੁਲਾਈ ਦੇ ਵਿੱਚ ਲਿਆਂਦੇ ਸੀ। ਹੋ ਸਕਦਾ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਪਹਿਲਾਂ ਪ੍ਰਿਪੇਅਰ ਕਰਕੇ ਰੱਖਿਆ ਗਿਆ ਹੋਵੇ। 27 ਸਤੰਬਰ 2020 ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਇਹਨਾਂ ਨੂੰ ਰਾਇਲ ਅਸੈਂਟ ਦੇ ਦਿੱਤੀ। ਸੋ ਤਿੰਨੇ ਫਾਰਮ ਰਿਫਾਰਮ ਬਿਲਸ ਨੇ ਜਿਹੜੇ, ਉਹ ਐਕਟ 'ਚ ਕਨਵਰਟ ਹੋ ਗਏ 27 ਸਤੰਬਰ 2020 ਨੂੰ। ਇਹ 3 ਬਿੱਲ ਕਿਹੜੇ ਕਿਹੜੇ ਨੇ? ਇਹਨਾਂ ਨੂੰ ਕਹਿੰਦੇ ਨੇ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਬਿੱਲ, ਜਿਹੜਾ ਕਿ ਪ੍ਰਮੋਸ਼ਨ ਤੇ ਫੈਸਿਲਿਟੇਸ਼ਨ ਨੂੰ ਡੀਲ ਕਰਦਾ। ਜੇ ਆਪਾਂ ਇਹ ਕਹਿ ਦਈਏ ਕਿ ਇਹ ਮਾਰਕੀਟ ਪਲੇਸ ਦਾ ਲਾਅ। ਦੂਸਰਾ ਬਿੱਲ ਆ ਜਿਹੜਾ, ਉਹ ਹੈ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ, ਜਿਹਦੇ ਨਾਲ ਪ੍ਰਾਈਸ ਅਸ਼ੋਰੈਂਸ ਤੇ ਸਰਵਿਸ ਨੂੰ ਉਹਦੇ ਸੰਬੰਧੀ ਜਿਹੜੇ ਕਾਨੂੰਨ ਬਣਾਏ ਗਏ ਨੇ। ਇਹਨੂੰ ਇਹ ਕਹਿ ਸਕਦੇ ਹਾਂ ਆਪਾਂ ਕਿ ਕੰਟਰੈਕਟ ਫਾਰਮਿੰਗ ਲਾਅ। ਤੇ ਜਿਹੜਾ ਤੀਸਰਾ ਉਹ ਹੈਗਾ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਬਿੱਲ, ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਦੇ ਨਾਲ ਡੀਲ ਕਰਦਾ। ਤਿੰਨਾਂ ਬਿੱਲਾਂ ਦੇ ਵਿੱਚ ਕੀ ਹੈ, ਜਿਹੜਾ ਪਹਿਲਾ ਮਾਰਕੀਟ ਪਲੇਸ ਲਾਅ, ਉਹਦੇ 'ਚ ਮੇਨ 2 ਚੀਜ਼ਾਂ ਨੇ। ਇੱਕ ਤਾਂ ਇਹ ਹੈ ਕਿ ਫਾਰਮਰ ਹੈ ਜਿਹੜਾ, ਉਹ ਆਪਣੇ ਪ੍ਰੋਡਕਟਸ ਨੂੰ ਇੰਡੀਆ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਵੇਚ ਸਕਦਾ।
ਤੇ ਨਾ ਕਿ ਸਿਰਫ APMC ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਹੈ, ਅੱਗੇ ਪਹਿਲਾਂ ਫਾਰਮਰ ਸਿਰਫ ਉਹਦੇ ਥਰੂ ਵੇਚਦੇ ਸੀ, ਮੈਜੋਰਿਟੀ ਜਿਹੜੇ ਪ੍ਰੋਡਿਊਸ ਆਪਣਾ ਵੇਚਦੇ ਸੀ। ਹੁਣ ਉਹਨਾਂ ਨੂੰ ਇਹ ਹੈ ਕਿ ਉਹ ਕਿਤੇ ਵੀ ਵੇਚ ਸਕਦੇ ਆ। ਇਹਦਾ ਮਤਲਬ ਇਹ ਹੈ ਕਿ ਉਹ ਆਪਦੀ ਸਟੇਟ ਤੋਂ ਬਾਹਰ ਵੀ ਵੇਚ ਸਕਦੇ ਨੇ ਤੇ ਆਨਲਾਈਨ ਵੀ ਵੇਚ ਸਕਦੇ ਆ। ਦੂਸਰਾ ਇਹਦਾ ਇੱਕ ਹਿੱਸਾ ਇਹ ਹੈ ਕਿ ਫਾਰਮਰਸ ਨੂੰ ਅਕੋਰਡਿੰਗ ਟੂ ਦੀ ਇਸ ਐਕਟ ਉਹ ਬਿਲੀਵ ਕਰਦੇ ਨੇ, ਗਵਰਨਮੈਂਟ ਬਿਲੀਵ ਕਰਦੀ ਹੈ ਕਿ ਉਹਨਾਂ ਨੇ ਫਰੀडम ਆਫ ਚੁਆਇਸ ਦਿੱਤੀ ਹੈ ਫਾਰਮਰਸ ਨੂੰ, ਜਿਹਦੇ ਨਾਲ ਫਾਰਮਰ ਆਪਣੀ ਮਰਜ਼ੀ ਦੇ ਨਾਲ ਡਿਫਰੈਂਟ ਮਾਰਕੀਟ ਪਲੇਸ ਦੇ ਵਿੱਚ ਆਪਣਾ ਪ੍ਰੋਡਕਟ ਵੇਚ ਸਕਦੇ ਆ। ਮੈਂ ਪਹਿਲਾਂ ਐਕਟਸ ਬਾਰੇ ਦੱਸਦਾ, ਫਿਰ ਮੈਂ ਇਹਨਾਂ ਦੀ ਉੱਤੇ ਆਪਣੀ ਆਲੋਚਨਾ ਵੀ ਦੱਸਦਾ। ਬਿਲਕੁਲ ਜੀ, ਬਿਲਕੁਲ। ਹਾਂਜੀ। ਦੂਸਰਾ ਜਿਹੜਾ ਫਾਰਮਰਸ ਬਿੱਲ ਹੈ, ਇਹਨੂੰ ਕੰਟਰੈਕਟ ਫਾਰਮਿੰਗ ਲਾ ਆਪਾਂ ਕਹਿ ਸਕਦੇ ਹਾਂ। ਇਹਦੇ ਬੇਸਿਕਲੀ 6 ਹਿੱਸੇ ਨੇ। ਉਹਦੇ ਵਿੱਚ ਇਹ ਹੈ ਕਿ ਪਹਿਲਾਂ ਤਾਂ ਰਿਟਨ ਐਗਰੀਮੈਂਟ ਹੈ ਜਿਹੜਾ, ਉਹ ਗਵਰਨਮੈਂਟ ਇਹ ਬਿਲੀਵ ਕਰਦੀ ਹੈ ਜਾਂ ਉਹਨਾਂ ਦਾ ਇਹ ਮੰਨਣਾ ਕਿ ਇਹਦੇ ਨਾਲ ਫਾਰਮਰਸ ਨੂੰ ਚੀਟਿੰਗ ਦੇ ਖਿਲਾਫ ਪ੍ਰੋਟੈਕਸ਼ਨ ਮਿਲੂਗੀ। ਦੂਸਰਾ ਇਹ ਬਿਲੀਵ ਕਰਦੇ ਆ ਕਿ ਫਾਰਮਰਸ ਇੱਕ ਸੈੱਟ ਪੀਰੀਅਡ ਆਫ ਟਾਈਮ ਦੇ ਲਈ ਆਪਣਾ ਪ੍ਰੋਡਕਟ ਵੇਚ ਸਕਣਗੇ। ਤੀਸਰਾ ਇਹ ਹੈ ਕਿ ਪ੍ਰਾਈਸ ਹੈ ਜਿਹੜੀ ਸਟੈਂਡਰਡ ਪ੍ਰੋਡਿਊਸ ਦਾ ਤੇ ਕੁਆਲਿਟੀਜ਼ ਹੈ, ਇਹ ਸਾਰੀਆਂ ਜਿਹੜੀਆਂ ਲੀਗੈਲਿਟੀਜ਼ ਨੇ ਉਹਨਾਂ ਨੂੰ ਸੈਟ ਅਪ ਕਰ ਸਕਦੇ ਆ ਗਵਰਨਮੈਂਟ। ਤੀਸਰਾ ਹੈਗਾ ਕਿ ਬਾਇਰਸ ਕੈਨ ਬਾਈ ਵਿਦਆਊਟ ਅ ਲਾਇਸੈਂਸ ਔਰ ਵਿਦਆਊਟ ਪੇਇੰਗ ਅ ਫੀ। ਆਪਾਂ ਨੂੰ ਪਤਾ ਕਿ ਜਿੰਨੇ ਆੜਤੀਏ ਨੇ ਪਹਿਲਾਂ ਉਹ ਸਟੇਟ ਗਵਰਨਮੈਂਟ ਉਹਨਾਂ ਨੂੰ ਮੋਨੀਟਰ ਕਰਦੀ ਸੀ। ਹੁਣ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਵਿਦਆਊਟ ਲਾਇਸੈਂਸ ਤੇ ਵਿਦਆਊਟ ਪੇਇੰਗ ਐਨੀ ਫੀ ਉਹ ਪ੍ਰੋਡਿਊਸ ਬਾਈ ਕਰ ਸਕਦੇ ਨੇ। ਇਹਦਾ ਮਤਲਬ ਇਹ ਹੈ ਕਿ ਜਿਹੜੇ ਵੱਡੇ ਕਾਰਪੋਰੇਸ਼ਨਸ ਨੇ, ਵੱਡੀਆਂ ਕਾਰਪੋਰੇਸ਼ਨਾਂ ਨੇ, ਉਹਨਾਂ ਦਾ ਫਾਰਮਰ ਦੇ ਉੱਤੇ ਕੰਟਰੋਲ ਹੋਊਗਾ। ਅਗਲਾ ਪੁਆਇੰਟ ਹੈ ਕਿ ਗਵਰਨਮੈਂਟ ਇਹ ਬਿਲੀਵ ਕਰਦੀ ਹੈ ਕਿ ਇਹਦੇ ਨਾਲ ਫਾਰਮਰ ਨੂੰ ਅਸੀਂ ਪ੍ਰੋਟੈਕਟ ਕਰਾਂਗੇ ਜਾਂ ਫਾਰਮਰ ਨੂੰ ਇੰਪਾਵਰ ਕਰਾਂਗੇ ਕਿ ਉਹ ਆਪਦਾ ਪ੍ਰੋਡਿਊਸ ਆ, ਚਾਹੇ ਉਹ ਹੋਲਸੇਲਰ ਨੂੰ ਵੇਚਣਾ, ਚਾਹੇ ਰਿਟੇਲਰ ਨੂੰ, ਚਾਹੇ ਐਕਸਪੋਰਟਰ ਨੂੰ, ਚਾਹੇ ਆਨਲਾਈਨ। ਲਾਸਟ ਪੁਆਇੰਟ ਹੈ ਕਿ ਅੱਜ ਦੀ ਜਿਹੜੀ ਕ੍ਰੌਪ ਹੈ, ਜਿਹੜੀ ਫਿਊਚਰ ਦੀ ਤੁਹਾਡੀ ਕ੍ਰੌਪ ਆ, ਤੁਸੀਂ ਉਹ ਅੱਜ ਵੀ ਵੇਚ ਸਕਦੇ ਆ। ਜਿਸ ਤਰ੍ਹਾਂ ਫਿਊਚਰ ਮਾਰਕੀਟ ਹੈ ਜਿਹੜੀ, ਉਹਦੇ ਵਿੱਚ ਫਾਰਮਰ ਪਾਰਟਿਸਿਪੇਟ ਕਰ ਸਕਦੇ ਆ। ਇਹ 6 ਹਿੱਸੇ ਇਸ ਬਿੱਲ ਦੇ ਨੇ। ਤੀਸਰਾ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ, ਜਿਹੜਾ ਅਮੈਂਡਮੈਂਟਸ ਨੇ, ਤੁਹਾਨੂੰ ਸ਼ਾਇਦ ਆਈਡੀਆ ਹੋਵੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਕਿ 1955 ਦੇ ਵਿੱਚ ਗਵਰਨਮੈਂਟ ਨੇ ਇਹ ਪਹਿਲਾਂ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਲੈ ਕੇ ਆਂਦਾ ਸੀ। ਇਹਨਾਂ ਦਾ ਪਰਪਸ ਉਸ ਟਾਈਮ ਤੇ ਕੀ ਸੀ ਕਿ ਫੂਡ ਦੀ ਕੋਈ ਹੋਲਡਿੰਗ ਨਾ ਕਰੇ, ਕੋਈ ਸਟੋਰੇਜ ਨਾ ਕਰੇ, ਤੇ ਸਟੋਰੇਜ ਕਰਨਗੇ ਉਹਦੇ ਨਾਲ ਕੀ ਹੋਊਗਾ ਕਿ ਜਦੋਂ ਸ਼ਾਰਟੇਜ ਹੋ ਮਾਰਕੀਟ ਤੋਂ ਵੱਧ ਪ੍ਰਾਈਸ ਤੇ ਵੇਚਣਗੇ। ਪਹਿਲਾਂ ਜਦੋਂ ਸਰਪਲਸ ਹੈ ਉਹ ਸਸਤੀਆਂ ਚੀਜ਼ਾਂ ਬਾਈ ਕਰ ਲੈਣਗੇ, ਫਿਰ ਉਹ ਸਟੋਰ ਕਰਕੇ ਆਰਟੀਫੀਸ਼ੀਅਲ ਸ਼ਾਰਟੇਜ ਕ੍ਰੀਏਟ ਕਰਨਗੇ, ਫਿਰ ਉਸ ਤੋਂ ਬਾਅਦ ਜਦੋਂ ਸ਼ਾਰਟੇਜ ਹੋਊਗੀ ਫਿਰ ਮਹਿੰਗੀਆਂ ਵੇਚਣਗੇ। ਪਰ ਪਰਪਸ ਉਦੋਂ ਇਹ ਸੀਗਾ ਕਿ ਵਾਰ ਦੇ ਵਿੱਚ ਜਾਂ ਕੋਈ ਕਾਲ ਪੈ ਜੇ ਜਾਂ ਕੋਈ ਨੈਚੁਰਲ ਕੈਲਾਮਿਟੀ ਹੋਵੇ ਤਾਂ ਉਹਦੇ ਲਈ ਪ੍ਰੋਟੈਕਸ਼ਨ ਪਬਲਿਕ ਨੂੰ ਦੇਣ ਦੇ ਲਈ ਇਹ ਉਸ ਟਾਈਮ ਤੇ ਬਿੱਲ ਬਣਾਇਆ ਗਿਆ ਸੀ। ਹੁਣ ਉਸ ਤੋਂ ਬਾਅਦ ਗਵਰਨਮੈਂਟ ਨੇ ਕੀ ਕੀਤਾ ਕਿ ਇਹਨਾਂ ਨੇ ਉਹਦੇ ਚੋਂ ਜਿਹੜੀ ਸੀਗੀ ਸਟਾਕ ਦੀ ਲਿਮਿਟ, ਇੱਕ ਤਾਂ ਉਹ ਚੇਂਜ ਕਰਤੀ, ਤੇ ਦੂਸਰਾ ਉਹਦੇ ਚੋਂ ਕਈ ਪ੍ਰੋਡਕਟ ਸੀਗੇ ਜਿਹੜੇ ਅੰਡਰ ਪ੍ਰੋਟੈਕਸ਼ਨ ਉਹ ਬਾਹਰ ਕੱਢਤੇ। ਕੀ ਬਾਹਰ ਕੱਢਤਾ ਉਹਨਾਂ ਨੇ? ਪਹਿਲਾਂ ਤਾਂ ਇਹਦੇ ਵਿੱਚ ਇਨਕਲੂਡਡ ਸੀਗੀਆਂ ਡਰੱਗਸ ਸੀਗੀਆਂ, ਫਰਟੀਲਾਈਜ਼ਰ ਸੀ, ਫੂਡ ਪ੍ਰੋਡਕਟ ਸੀਗੇ, ਕ੍ਰੌਪ ਸੀ, ਟੈਕਸਟਾਈਲ ਸੀ, ਫਸਲਾਂ ਦੇ ਬੀਜ ਸੀਗੇ, ਐਨੀਮਲਸ ਦਾ ਚਾਰਾ ਸੀਗਾ, ਇਦਾਂ ਦੀਆਂ ਚੀਜ਼ਾਂ ਸੀਗੀਆਂ। ਹੁਣ ਇਸ ਐਕਟ ਦੇ ਹਿਸਾਬ ਦੇ ਨਾਲ ਗਵਰਨਮੈਂਟ ਨੇ ਚੌਲ, ਕਣਕ, ਆਲੂ, ਪਿਆਜ਼, ਐਡੀਬਲ ਆਇਲ, ਸੀਰੀਅਲਸ, ਦਾਲਾਂ, ਇਹ ਸਾਰੇ ਬਾਹਰ ਕੱਢਦੇ। ਹੁਣ ਜਿਹੜੇ ਫਾਰਮਰਸ ਨੇ ਮੇਨ ਕ੍ਰੌਪਸ ਉਹਨਾਂ ਦੀਆਂ ਤਾਂ ਇਹੀ ਨੇ। ਹਾਂਜੀ, ਬਿਲਕੁਲ। ਜਿਹੜੇ ਟੈਕਸਟਾਈਲ ਵਾਲੇ ਨੇ ਜਾਂ ਜੂਟ ਵਾਲੇ ਨੇ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਵਾਲੇ ਨੇ ਜਾਂ ਜਿਹੜੇ ਫਰਟੀਲਾਈਜ਼ਰ ਜਾਂ ਸੀਡਸ ਨੇ, ਉਹਨਾਂ ਨੂੰ ਤਾਂ ਕਾਰਪੋਰੇਸ਼ਨਸ ਹੀ ਟ੍ਰੀਟ ਕਰਦੀਆਂ ਸੀਗੀਆਂ ਪਹਿਲਾਂ। ਸੋ ਇਸ ਕਰਕੇ ਜਿਹੜੀਆਂ ਉਹ ਫਸਲਾਂ ਨੇ ਜਿਨ੍ਹਾਂ ਨੂੰ ਫਾਰਮਰਸ ਪ੍ਰੋਡਿਊਸ ਕਰਦੇ ਸੀ ਉਹ ਬਾਹਰ ਕੱਢਤੀਆਂ ਇਹਨਾਂ ਨੇ। ਦੂਸਰੀ ਇਹ 'ਚ ਚੇਂਜ ਇਹ ਕੀਤੀ ਹੈ ਕਿ ਗਵਰਨਮੈਂਟ ਕੈਨਟ ਇੰਪੋਜ਼ ਇਹ ਸਟਾਕ ਲਿਮਿਟ। ਠੀਕ ਹੈ ਜੀ। ਪਹਿਲਾਂ ਸਟਾਕ ਲਿਮਿਟ ਸੀ, ਹੁਣ ਉਹਨਾਂ ਨੇ ਇਹ ਉਹਦੇ 'ਚ ਜਿਹੜਾ ਪੁਆਇੰਟ ਐਡ ਕੀਤਾ ਕਿ ਅਨਲੈਸ ਦੇयर इज 100% ਇਨਕਰੀਜ਼ ਇਨ ਪੈਰੀਸ਼ੇਬਲ ਗੁੱਡਸ ਜਾਂ 50% ਇਨਕਰੀਜ਼ ਆ ਜਿਹੜੀ ਨਾਨ ਪੈਰੀਸ਼ੇਬਲ ਗੁੱਡ 'ਚ ਹੋਵੇ। ਜੇ ਇਹ ਦੋ ਚੀਜ਼ਾਂ ਨਹੀਂ ਐਗਜ਼ਿਸਟ ਕਰਦੀਆਂ ਤਾਂ ਫਾਰਮਰ ਜਿੰਨਾ ਜਿਹੜੇ ਕਾਰਪੋਰੇਸ਼ਨਸ ਨੇ ਜਾਂ ਕੋਈ ਵੀ ਵਿਅਕਤੀ ਜਾਂ ਕਾਰਪੋਰੇਸ਼ਨਸ ਉਹ ਜਿੰਨਾ ਮਰਜ਼ੀ ਫੂਡ ਸਟਾਕ ਕਰ ਸਕਦੇ ਆ। ਹੁਣ ਇਹਦੇ ਨਾਲ ਕੀ ਹੋਊਗਾ? ਸਸਤਾ ਬਾਈ ਕਰਨਗੇ ਫਾਰਮਰਸ ਤੋਂ, ਉਹਨੂੰ ਵੱਡੇ ਵੱਡੇ ਵੇਅਰ ਹਾਊਸਾਂ ਦੇ ਵਿੱਚ 100 ਏਕੜ ਦੇ ਵੇਅਰ ਹਾਊਸ ਬਣ ਰਹੇ ਨੇ ਅਡਾਨੀਜ਼ ਦੇ। ਪਾਣੀਪਤ ਦੇ ਨੇੜੇ ਮਾਰਥਲ ਸ਼ਹਿਰ ਜਗ੍ਹਾ ਦਾ ਨਾਮ, ਉੱਥੇ 100 ਏਕੜ ਦਾ
ਅਡਾਨੀਜ਼ ਦਾ ਫਾਰਮ ਆ ਜਿਹੜਾ ਜੁਲਾਈ ਤੋਂ ਬਣ ਰਿਹਾ। ਰਾਈਟ। ਹੁਣ ਉਹਦੇ ਚ ਕੀ ਕਰਨਗੇ, ਐਡੇ ਵੱਡੇ ਵੇਅਰ ਹਾਊਸ ਦੇ ਵਿੱਚ ਕਿ ਉਹ ਫਸਲਾਂ ਬਾਈ ਕਰਕੇ ਉੱਥੇ ਸਟੋਰ ਕਰ ਲੈਣਗੇ, ਕਿਉਂਕਿ ਹੁਣ ਇਹਦੇ ਤੇ ਲਿਮਿਟ ਹੈ ਨਹੀਂਗੀ, ਤਾਂ ਉਹ 49% ਜਾਂ 99% ਪ੍ਰਾਈਸ ਇਨਕਰੀਜ਼ ਕਰਕੇ ਉਸ ਪ੍ਰੋਡਕਟ ਨੂੰ ਬਾਅਦ ਚ ਵੇਚਣਗੇ। ਬਿਲਕੁਲ। ਅੱਛਾ, ਹੁਣ ਇਹਦੇ ਤੇ ਆਪਾਂ ਥੋੜੀ ਬਹੁਤੀ ਟਿੱਪਾ ਟਿੱਪਣੀ ਕਰਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਅਗਲੇ ਟੌਪਿਕ ਤੇ ਮੂਵ ਕਰਦੇ ਹਾਂ। ਹਾਂਜੀ। ਇਹਦੇ ਚ ਕਈ ਤਰ੍ਹਾਂ ਦੇ ਡਿਫੈਕਟਸ ਨੇ। ਇੱਕ ਤਾਂ ਡਿਫੈਕਟ ਇਹ ਹੈ ਕਿ ਜਿਹੜੇ ਤਿੰਨੇ ਐਕਟ ਨੇ, ਇਹਨਾਂ ਨੇ ਟਰਾਈ ਤਾਂ ਇਹ ਕੀਤੀ ਸੀਗੀ, ਜਾਂ ਇਹਦੀ ਸਮੇਂ ਦੀ ਲੋੜ ਇਹ ਸੀਗੀ ਕਿ ਜਿਹੜੇ ਸਿਸਟਮ ਦੇ ਵਿੱਚ ਡਿਫੈਕਟ ਸੀਗੇ ਜਾਂ ਲੂਪ ਹੋਲ ਸੀਗੇ, ਉਹਨਾਂ ਨੂੰ ਕਰੈਕਟ ਕਰਨਾ ਚਾਹੀਦਾ। ਉਹਨਾਂ ਨੇ ਉਹਨਾਂ ਨੂੰ ਕਰੈਕਟ ਕਰਨ ਦੀ ਬਜਾਏ ਸਿਸਟਮ ਦੇ ਵਿੱਚ ਨਵੇਂ ਲੂਪ ਹੋਲ ਪੈਦਾ ਕਰ ਦਿੱਤੇ, ਜਿਹੜੇ ਗਵਰਨਮੈਂਟ ਦੇ ਕਾਰਪੋਰੇਟ ਫਰੈਂਡਸ ਨੇ ਉਹਨਾਂ ਦੇ ਲਈ ਰਾਹ ਖੋਲ ਦਿੱਤਾ, ਕਰਪਸ਼ਨ ਦੇ ਲਈ ਇੱਕ ਰਸਤਾ ਖੋਲ ਦਿੱਤਾ, ਤੇ ਜਿਹੜਾ ਪੂਅਰ ਫਾਰਮਰ ਹੈ ਉਹਨੂੰ ਇੱਕ ਅਜਿਹੀ ਰਿਸਕੀ ਸਿਚੁਏਸ਼ਨ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਅਜਿਹੇ ਚੁਰਾਹੇ ਦੇ ਵਿੱਚ ਜਿੱਥੇ ਉਹ ਨਾ ਤਾਂ ਆਪਣੀ ਫਸਲ ਨੂੰ ਖੁਦ ਕੰਟਰੋਲ ਕਰ ਸਕੂਗਾ, ਤੇ ਨਾ ਹੀ ਉਹ ਗਵਰਨਮੈਂਟ ਵੱਲੋਂ ਜਿਹੜੀਆਂ ਸਹੂਲਤਾਂ ਨੇ ਉਹਨਾਂ ਦਾ ਆਨੰਦ ਮਾਣ ਸਕੂਗਾ। ਇੱਥੋਂ ਤੱਕ ਕਿ ਇਹਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਜਿਹੜੀ ਜੁਰਿਸਡਿਕਸ਼ਨ ਹੈ ਫਾਰਮਰਸ ਦੇ ਲਈ, ਕੋਈ ਕੋਰਟ ਦੇ ਵਿੱਚ ਜੁਰਿਸਡਿਕਸ਼ਨ ਨਹੀਂ ਜਿੱਥੇ ਉਹ ਜਾ ਕੇ ਇਸ ਇਸ਼ੂ ਦੇ ਉੱਤੇ ਕੰਟਰੈਕਟ ਗੱਲ ਕਰ ਸਕਦੇ ਨੇ। ਹਾਂਜੀ। ਕਿਸੇ ਐਸਡੀਐਮ ਨੂੰ ਜਾਂ ਜੁਆਇੰਟ ਸੈਕਟਰੀ ਨੂੰ ਕੰਟੈਕਟ ਕਰ ਸਕਦੇ ਨੇ, ਵਗੈਰਾ ਵਗੈਰਾ। ਹੁਣ ਇਹਦੇ ਚ ਮੇਨ ਪ੍ਰੋਬਲਮਸ ਕੀ ਨੇ, ਮੈਂ ਜੇ ਤੁਸੀਂ ਅਲਾਉ ਕਰਦੇ ਆ ਤਾਂ ਮੈਂ 2-4 ਨਹੀਂ ਹਾਂਜੀ ਹਾਂਜੀ ਜਰੂਰ ਜਰੂਰ ਪਹਿਲਾਂ ਹਾਂਜੀ ਹਾਂਜੀ ਬਿਲਕੁਲ। ਪਹਿਲੀ ਗੱਲ ਤਾਂ ਇਹ ਕਿ ਜਦੋਂ ਐਕਟਸ ਬਣਦੇ ਨੇ ਤਾਂ ਜਿਹੜੇ ਸਟੇਕ ਹੋਲਡਰਸ ਹੁੰਦੇ ਨੇ ਜਿਨ੍ਹਾਂ ਨੂੰ ਉਹ ਐਕਟ ਅਫੈਕਟ ਕਰਦੇ ਨੇ, ਖਾਸ ਤੌਰ ਤੇ ਜਿਹੜੇ ਗ੍ਰਾਸ ਰੂਟਸ ਫਾਰਮਰਸ ਟਾਈਪ ਮੈਜੋਰਿਟੀ ਦੇ ਲੋਕ ਹੁੰਦੇ ਨੇ, ਉਹਨਾਂ ਦੀ ਯੂਨੀਅਨਸ ਨੂੰ ਜਾਂ ਸਟੇਟ ਗਵਰਨਮੈਂਟਸ ਨੂੰ ਜਾਂ ਐਕਸਪਰਟਸ ਨੂੰ ਕੰਟੈਕਟ ਕੀਤਾ ਜਾਂਦਾ, ਉਹਨਾਂ ਨਾਲ ਡਿਸਕਸ਼ਨਸ ਹੁੰਦੀਆਂ ਨੇ। ਉਹਨਾਂ ਡਿਸਕਸ਼ਨਸ ਤੋਂ ਬਾਅਦ ਇਨਫੋਰਮੇਸ਼ਨ ਗੈਦਰ ਕਰਕੇ ਗਵਰਨਮੈਂਟ ਰਿਸਕ ਐਨਾਲਿਸਿਸ ਕਰਕੇ ਤੇ ਜਿਹੜੀ ਕੰਮ ਦੀਆਂ ਚੀਜ਼ਾਂ ਇਕੱਠੀਆਂ ਕਰਕੇ ਫਿਰ ਐਕਟ ਬਣਾਉਂਦੀ ਹੈ। ਇਹਦੇ ਚ ਇਹਨਾਂ ਨੇ ਕੀ ਕੀਤਾ ਕਿ ਗਵਰਨਮੈਂਟ ਨੇ ਨਾ ਕਿਸੇ ਵੀ ਸਟੇਕ ਹੋਲਡਰਸ ਨੂੰ ਕੰਟੈਕਟ ਨਹੀਂ ਕੀਤਾ, ਇੱਥੋਂ ਤੱਕ ਕਿ ਸਟੇਟ ਗਵਰਨਮੈਂਟਸ ਨੂੰ ਵੀ ਕੰਟੈਕਟ ਨਹੀਂ ਕੀਤਾ, ਐਕਸਪਰਟਸ ਨੂੰ ਜਾਂ ਫਾਰਮਰ ਯੂਨੀਅਨਸ ਨੂੰ ਤਾਂ ਕੰਟੈਕਟ ਕਰਨਾ ਇੱਕ ਪਾਸੇ ਰਹਿ ਗਿਆ। ਹੁਣ ਜੇ ਅਸੀਂ ਇਸ ਚੀਜ਼ ਨੂੰ ਅੰਡਰਸਟੈਂਡ ਕਰੀਏ ਤਾਂ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਜਿਹੜੀ ਕਮੇਟੀ ਹੈ, ਇੱਕ ਤਾਂ ਇਹ ਜਿਹੜੀ ਲੰਬੇ ਸਮੇਂ ਤੋਂ ਮੰਡੀਆਂ ਨੂੰ ਕੰਟਰੋਲ ਕਰਦੀ ਹੈ। ਰਾਈਟ। ਇਹ ਜਿਹੜੀ APMC ਹੈ ਇਹ ਸਟੇਟ ਗਵਰਨਮੈਂਟ ਦੇ ਥੱਲੇ ਆਉਂਦੀ ਹੈ, ਸੈਂਟਰਲ ਗਵਰਨਮੈਂਟ ਦੇ ਥੱਲੇ ਨਹੀਂ ਆਉਂਦੀ। ਜਿਹੜੀ APMC ਹੈ ਉਹ ਰਨ ਕਿੱਦਾਂ ਕਰਦੀ ਹੈ, 14.5% ਦੇ ਕਰੀਬ ਜਿਹੜਾ ਟੈਕਸ ਹੈ ਜਿਹੜਾ ਉਹ ਬਾਇਰ ਪੇ ਕਰਦੇ ਨੇ ਜਦੋਂ ਫਾਰਮਰ ਤੋਂ ਫਾਰਮ ਪ੍ਰੋਡਿਊਸ ਬਾਈ ਕਰਦੇ ਆ, 2.5% ਆੜ੍ਹਤੀ ਕਮਿਸ਼ਨ ਲੈਂਦੇ ਨੇ। ਜਿਹੜਾ 14.5% ਟੈਕਸ ਜਾਂਦਾ ਉਹ ਸਟੇਟ ਗਵਰਨਮੈਂਟ ਨੂੰ ਜਾਂਦਾ। ਸਟੇਟ ਗਵਰਨਮੈਂਟ ਹੈ ਜਿਹੜੀ ਉਹਦੇ ਲਈ ਇਹ ਸਟ੍ਰਿੰਗਸ ਅਟੈਚਡ ਹੁੰਦੀਆਂ ਨੇ, ਉਹਨਾਂ ਨੇ APMC ਨੂੰ ਸਪੋਰਟ ਕਰਨਾ ਹੁੰਦਾ। APMC ਜਿਹੜੀ ਉਹ ਮੰਡੀਆਂ ਨੂੰ ਸਪੋਰਟ ਕਰਦੀ ਹੈ, ਭਾਵੇਂ ਇਸ ਐਕਟ ਦੇ ਵਿੱਚ ਇਹ ਨਹੀਂ ਲਿਖਿਆ ਕਿ APMC ਖਤਮ ਕੀਤੀਆਂ ਜਾਣਗੀਆਂ, ਪਰ ਨਤੀਜਾ ਕੀ ਹੋਊਗਾ ਕਿ ਜਦੋਂ ਟੈਕਸ ਮਾਫ ਕਰ ਦਿੱਤਾ ਉਹਨਾਂ ਨੇ ਤਾਂ APMC ਨੂੰ ਨਾ ਕੋਈ ਸਟੇਟ ਗਵਰਨਮੈਂਟ ਉਹਨਾਂ ਨੇ ਇਹਦੇ ਲਈ ਫਾਈਨੈਂਸ਼ੀਅਲ ਸਪੋਰਟ ਐਲੋਕੇਟ ਕੀਤੀ ਹੈ। APMC ਦਾ ਜਿਹੜਾ ਖਰਚਾ ਸੀ ਉਹ ਨਾ ਤਾਂ ਸਟੇਟ ਗਵਰਨਮੈਂਟ ਪੇ ਕਰਨਗੀਆਂ ਨਾ ਹੀ ਸੈਂਟਰਲ ਗਵਰਨਮੈਂਟ ਪੇ ਕਰ ਰਹੀ ਹੈ। ਐਜ਼ ਅ ਰਿਜ਼ਲਟ APMC ਵੀਕ ਹੋ ਜੂਗੀ। ਰਾਈਟ। ਜਦੋਂ APMC ਵੀਕ ਹੋ ਜੂਗੀ ਫਿਰ ਮੰਡੀਆਂ ਦੀ ਜਿਹੜੀ ਐਗਜ਼ਿਸਟੈਂਸ ਹੈ ਉਹ ਰਿਸਕ ਤੇ ਪੈ ਜੂਗੀ। ਹਾਂਜੀ। ਜਿਹੜੇ ਆੜ੍ਹਤੀਏ ਨੇ ਜਿਹੜੇ ਫਾਰਮਰਸ ਨੂੰ ਹਾੜੀ ਸੌਣੀ ਦੇ ਵੇਲੇ ਨਾਲੇ ਤਾਂ ਫਰਟੀਲਾਈਜ਼ਰ ਲਈ ਸੀਡ ਲਈ ਪੈਸੇ ਦਿੰਦੇ ਨੇ ਤੇ ਨਾਲੇ ਫਾਰਮਰ ਤੋਂ ਬਾਈ ਕਰਦੇ ਨੇ MSP ਦੇ ਉੱਤੇ, ਮਿਨੀਮਮ ਸਪੋਰਟ ਪ੍ਰਾਈਸ ਹੈ ਜਿਹੜੀ। ਮੈਂ MSP ਦੇ ਉੱਤੇ ਤੁਹਾਨੂੰ ਬਾਅਦ ਚ ਥੋੜਾ ਜਿਹਾ ਇਸ਼ਾਰਾ ਕਰਦਾ। ਠੀਕ ਹੈ ਜੀ। ਇਸ ਐਕਟ ਦੇ ਨਾਲ ਗਵਰਨਮੈਂਟ ਤਾਂ ਇਹ ਕਹਿ ਰਹੀ ਕਿ ਅਸੀਂ APMC ਨਹੀਂ ਘਟਾਵਾਂਗੇ ਜਾਂ ਨਹੀਂ ਉਹਨਾਂ ਦੀ ਬੰਦ ਕਰਾਂਗੇ, ਪਰ ਆਟੋਮੈਟਿਕਲੀ ਬਾਈ ਡਿਫਾਲਟ ਉਹ ਬੰਦ ਹੋ ਜਾਊਗੀ। ਠੀਕ ਹੈ ਜੀ। ਓਵਰ ਪੀਰੀਅਡ ਆਫ ਟਾਈਮ ਫਾਰਮਰ ਜਿਹੜਾ ਉਹ ਰਿਸਕ ਤੇ ਆ ਕੇ ਖੜਾ ਹੋ ਜਾਊਗਾ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਦੇ ਵਿੱਚ ਆਪਾਂ ਮੇਰੇ ਖਿਆਲ ਅੱਗੇ ਜਾ ਕੇ APMC MSP ਹਾਂਜੀ ਇਹ ਜਿਹੜੇ ਮਿਡਲਮੈਨ ਨੇ ਜਾਂ ਕਿਸ ਤਰ੍ਹਾਂ ਐਕਸਪਲੋਇਟੇਸ਼ਨ ਹੋਣੀ ਹੈ ਉਹਨਾਂ ਦੇ ਗੱਲ ਕਰਦੇ ਆ ਜੀ। ਉੱਤੇ ਗਰੇਵਾਲ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਹ 3 ਆਰਡੀਨੈਂਸ ਬਾਰੇ ਦੱਸਿਆ, ਔਰ ਇਹ ਆਰਡੀਨੈਂਸ ਜਿਹੜੇ ਬਣਾਏ ਗਏ ਆ, ਦੇਖੋ ਇਹ ਤਾਂ ਇਦਾਂ ਲੱਗਿਆ ਜਿੱਦਾਂ ਹੁਣ ਇਹਨਾਂ ਦੀਆਂ ਮੀਟਿੰਗਾਂ ਵੀ ਹੋਈਆਂ, ਮੀਟਿੰਗਾਂ ਦੇ ਵਿੱਚ ਕਿਸਾਨਾਂ ਨੇ ਇਹ ਕਿਹਾ ਵੀ ਤੁਸੀਂ ਇਹਨਾਂ ਦੇ ਫਾਇਦੇ ਦੱਸੋ। ਹੁਣ ਗਵਰਨਮੈਂਟ ਇਹਨਾਂ ਦੇ ਫਾਇਦੇ ਤਾਂ ਕੋਈ ਨਹੀਂ ਦੱਸ ਸਕੀ, ਸਮਾਂ ਕਿ ਕਿਸਾਨਾਂ ਨੇ ਉਹਨਾਂ ਨੂੰ ਉਲਟਾ ਇਹ ਕਹਿਤਾ ਵੀ ਸਾਨੂੰ ਇਹ ਲੱਗਦਾ ਹੀ ਨਹੀਂ ਵੀ ਆਰਡੀਨੈਂਸ ਤੁਸੀਂ ਬਣਾਏ ਆ, ਇਹ ਲੱਗਦਾ ਆ ਸਰਮਾਏਦਾਰਾਂ ਨੇ ਤੁਹਾਨੂੰ ਬਣਾ ਕੇ ਦਿੱਤੇ ਆ ਥਾਲੀ ਦੇ ਵਿੱਚ, ਤੁਹਾਨੂੰ ਤਾਂ ਪਤਾ ਹੀ ਨਹੀਂ ਇਹਦੇ ਵਿੱਚ ਹੈ ਕੀ ਆ, ਅਸੀਂ ਤੁਹਾਨੂੰ ਉਹਨਾਂ ਦੇ ਨੁਕਸਾਨ ਦੱਸ ਰਹੇ ਹਾਂ, ਤੁਸੀਂ ਇਹਨਾਂ ਦੇ ਸਾਨੂੰ ਫਾਇਦੇ ਦੱਸੋ।
ਅਜੇ ਤੱਕ ਫਾਇਦੇ ਨਹੀਂ ਗਿਣਾ ਸਕੀ ਗਵਰਨਮੈਂਟ। ਤੇ ਮੈਂ ਵਰਦੀਪ ਸਿੰਘ ਤੇਜਾ ਜੀ ਵੱਲ, ਭਾਜੀ ਵੱਲ ਜਾਣਾ ਹੈਗਾ। ਭਾਜੀ ਤੁਸੀਂ ਮੀਡੀਆ ਵਿੱਚ ਕੰਮ ਕੀਤਾ, ਔਰ ਅੱਜ ਕਹਿੰਦਾ ਮੀਡੀਆ ਜਿਹੜਾ ਆ ਉਹ ਇੱਕ ਥੰਮ ਹੁੰਦਾ ਇਸ ਕੰਟਰੀ ਦਾ। ਜਦੋਂ ਵੀ ਕੋਈ ਕੰਟਰੀ ਗਰੋ ਕਰਦੀ ਆ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ, ਕਿਉਂਕਿ ਉਹ ਸਹੀ ਇਨਫੋਰਮੇਸ਼ਨ ਜਿਹੜੀ ਆ ਜੇ ਉਹ ਪਹੁੰਚਾਵੇ ਤਾਂ। ਪਰ ਅੱਜ ਅਸੀਂ ਦੇਖਿਆ ਜਾ ਰਿਹਾ ਮੋਸਟ ਲਾਈਕਲੀ ਇੰਡੀਆ ਦੇ ਵਿੱਚ ਜਿਹੜਾ ਮੀਡੀਆ ਆ ਉਹ ਇੱਕ ਸਰਮਾਏਦਾਰਾਂ ਦੇ ਹੱਥੇ ਵਿਕ ਕੇ ਉਹ ਇੱਕ ਗਲਤ ਇਨਫੋਰਮੇਸ਼ਨ ਲੋਕਾਂ ਤਾਈਂ ਪਹੁੰਚਾ ਰਿਹਾ। ਤੁਸੀਂ ਭਾਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ, ਮੀਡੀਆ ਬਾਰੇ ਪਲੀਜ਼ ਸ਼ੇਅਰ ਕਰੋ ਜੀ। ਜ਼ਰੂਰ ਵੀਰ ਜੀ, ਜਿਹੜਾ ਮੀਡੀਆ ਆ ਖਾਸ ਕਰਕੇ ਭਾਰਤ ਦਾ ਜਿਹੜਾ ਮੀਡੀਆ ਆ ਉਹ ਇੱਕ ਚੌਥੇ ਥੰਮ ਦੇ ਵਜੋਂ ਜਾਣਿਆ ਜਾਂਦਾ ਆ। ਹਾਂਜੀ, ਜੇ ਮੀਡੀਆ ਆਪਣਾ ਸਹੀ ਰੋਲ ਅਦਾ ਕਰਦਾ ਤਾਂ ਆ ਜਿਹੜੀਆਂ ਅੱਜ ਮੁਸ਼ਕਲਾਂ ਆ ਰਹੀਆਂ ਸੀ ਇਹ ਕਦੇ ਵੀ ਨਹੀਂ ਸੀ ਆਉਣੀਆਂ। ਮੈਂ ਦੇਖਦਾ ਹਾਂ ਕਿ ਜਿਹੜੀ ਪਹਿਲਾਂ ਦੀ ਰਿਪੋਰਟਿੰਗ ਹੁੰਦੀ ਸੀ ਜਾਂ ਮੀਡੀਆ ਦੀਆਂ, ਕੋਈ ਪ੍ਰਿੰਟ ਮੀਡੀਆ ਸੀ ਜਾਂ ਇਲੈਕਟ੍ਰੋਨਿਕ ਮੀਡੀਆ ਸੀਗਾ ਜਿਹੜਾ ਅੱਜ ਤੋਂ ਬਹੁਤ ਸਮਾਂ ਪਹਿਲਾਂ ਦਾ ਸੀਗਾ, ਉਹਨਾਂ ਦੀ ਜਿਹੜੀ ਇੰਟਰਵਿਊਜ਼ ਵਗੈਰਾ ਹੁੰਦੀਆਂ ਸੀ। ਅਜੇ ਮੈਂ ਕੱਲ ਹੀ ਇੱਕ ਇੰਟਰਵਿਊ ਵੇਖ ਰਿਹਾ ਸੀਗਾ, ਉਹ ਕੋਈ ਵੈਨਕੂਵਰ ਤੋਂ ਸੀ ਸ਼ਾਇਦ, ਕਿ ਉਹ ਕਿੱਥੋਂ ਸੀਗੇ, ਇੰਡੀਆ ਆ ਕੇ ਉਹਨਾਂ ਨੇ ਇੰਦਰਾ ਗਾਂਧੀ ਦੇ ਨਾਲ ਕੀਤੀ ਸੀਗੀ। ਪਰ ਉਹਦੇ ਵਿੱਚ ਮੈਂ ਵੇਖਿਆ ਕਿ ਉਹਨਾਂ ਨੇ ਜਿਹੜੇ ਕੁਐਸਚਨ ਪੁੱਟ ਅਪ ਕੀਤੇ, ਮੈਂ ਹੈਰਾਨ ਰਹਿ ਗਿਆ, ਮੈਂ ਦੰਗ ਰਹਿ ਗਿਆ ਕਿ ਇੰਨੀ ਬੇਬਾਕੀ ਦੇ ਨਾਲ ਉਹਨਾਂ ਨੇ ਉਹ ਕੁਐਸਚਨ, ਔਰ ਇੰਨੇ ਵਧੀਆ ਕੁਐਸਚਨ ਪੁੱਟ ਅਪ ਕੀਤੇ ਕਿ ਕਮਾਲ ਕਰ ਛੱਡੀ ਉਹਨਾਂ ਨੇ। ਹੁਣ ਜਿਹੜੀ ਅੱਜ ਦਾ ਮੀਡੀਆ ਆ, ਅੱਜ ਦੇ ਮੀਡੀਆ ਵੱਲ ਆਈਏ ਤੇ ਅੱਜ ਦਾ ਮੀਡੀਆ ਜਿਹੜਾ ਆ ਉਹ ਇੱਕ ਚੌਥੇ ਸਤੰਭ ਵਜੋਂ ਨਾ ਹੋ ਕੇ ਬਸ ਇੱਕ ਪੈਸਿਆਂ ਦਾ ਥੰਮ ਬਣ ਕੇ ਰਹਿ ਗਿਆ ਆ, ਸਿਰਫ ਕਿ ਸਾਨੂੰ ਕਮਾਈ ਕਿਹੜੇ ਪਾਸੇ ਹੋਣੀ, ਉਹਦੇ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਅੱਜ ਕੱਲ ਜਿਹੜਾ ਮੀਡੀਆ ਹੈਗਾ ਆ, ਮੈਂ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਜਾ ਕੇ ਤੁਹਾਨੂੰ ਦੱਸਣਾ ਚਾਹਾਂਗਾ, ਇਹ ਅੱਜ ਦਾ ਮੀਡੀਆ ਨਿਊਜ਼ ਕੀ ਦੇ ਰਿਹਾ ਆ ਕਿ ਫਲਾਣੀ ਸੈਲੀਬ੍ਰਿਟੀ ਜਿਹੜੀ ਆ ਉਹ ਕਿੰਨੇ ਵਜੇ ਉੱਠਦੀ ਆ, ਉਹ ਕਿੱਦਾਂ ਦੇ ਕੱਪੜੇ ਪਾਉਂਦੀ ਆ, ਕਿੱਦਾਂ ਦਾ ਖਾਂਦੀ ਪੀਂਦੀ ਆ। ਹਾਂਜੀ, ਫਲਾਣਾ ਹੀਰੋ ਜਿਹੜਾ ਆ ਇੰਡੀਆ ਦਾ, ਕਿੰਨੇ ਵਜੇ ਉੱਠਦਾ ਆ, ਕੀ ਕਰਦਾ ਆ, ਕੀ ਖਾਂਦਾ ਪੀਂਦਾ ਹੈ। ਬਿਲਕੁਲ। ਤੇ ਸੇਮ ਹੀ ਜਿਹੜਾ ਵਾ ਉਹ ਜੇ ਕੋਈ ਐਗਰੀਕਲਚਰ ਨੂੰ ਲੈ ਕੇ ਆ ਜਾਂ ਕੋਈ ਬੇਰੁਜ਼ਗਾਰੀ ਨੂੰ ਲੈ ਕੇ ਆ, ਅਨਐਮਪਲੋਇਮੈਂਟ ਨੂੰ ਲੈ ਕੇ ਆ, ਤੇ ਉਹ ਸੇਮ ਹੀ ਰੋਲ ਇੱਧਰ ਅਦਾ ਕਰ ਰਿਹਾ ਕਿ ਉਹ ਕੋਈ ਨਿਊਜ਼ ਦੇ ਹੀ ਨਹੀਂ ਰਿਹਾ, ਨਹੀਂ ਦੇ ਰਿਹਾ ਜੀ। ਤੇ ਖਾਸ ਕਰਕੇ ਹੁਣ ਜਿਹੜਾ ਮੋਦੀ ਮੀਡੀਆ ਜਾਂ ਗੋਦੀ ਮੀਡੀਆ ਜਿਹਨੂੰ ਕਿਹਾ ਜਾਂਦਾ ਆ, ਇਹ ਵੇਖ ਲਓ ਕਿ ਮੋਦੀ ਜੀ ਨੇ ਕਿਆ ਖਾਇਆ, ਮੋਦੀ ਜੀ ਨੇ ਕਿਆ ਪਹਿਨਾ, ਈਵਨ ਇੱਥੋਂ ਤੱਕ ਕਿ ਮੈਂ ਕੋਈ ਬਿਨਾਂ ਕਿਸੇ ਸੰਕੋਚ ਤੇ ਇੱਥੋਂ ਤੱਕ ਇਹ ਵੀ ਕਹਿ ਦੂੰਗਾ ਕਿ ਉਹਦੇ ਵਾਸ਼ਰੂਮ ਤੱਕ ਜਾ ਕੇ ਵੀ ਖੰਗਾਲਦੇ ਆ ਕਿ ਉਹ ਨਹਾਉਂਦਾ ਕਿੱਦਾਂ ਆ, ਕੀ ਕਰਦਾ ਹੈ। ਬਿਲਕੁਲ। ਮੀਡੀਆ ਦੀ ਜਿਹੜੀ ਪਕੜ ਸੀਗੀ ਪਹਿਲਾਂ, ਇੱਕ ਕਹਿ ਲਓ ਕਿ ਰਾਜਨੀਤੀ ਦੇ ਪਕੜ ਸੀ, ਜਾਂ ਜਿਹੜੀ ਕੋਈ ਕਹਿ ਲਓ ਕਿ ਜ਼ਮੀਨੀ ਲੈਵਲ ਤੇ ਜਿਹੜੀ ਪਕੜ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਆ ਪੈਸਿਆਂ ਦੇ ਲਾਲਚ ਪਿੱਛੇ। ਹੁਣ ਸਿਰਫ ਇੱਕ ਪੈਸਿਆਂ ਦੇ ਪਿੱਛੇ ਭੱਜ ਰਹੀ ਆ। ਅੱਜ ਕੱਲ ਹੁਣ ਜਿਹੜਾ ਮੀਡੀਆ ਨੇ, ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਚਾਹੇ ਉਹ ਇਲੈਕਟ੍ਰੋਨਿਕ ਹੈ ਜਾਂ ਪ੍ਰਿੰਟ ਮੀਡੀਆ, ਮੈਂ ਮੀਡੀਆ 'ਚ ਕੰਮ ਕੀਤਾ ਹੋਇਆ, ਉਹਨਾਂ ਨੂੰ ਸਿਰਫ ਇੱਕ ਪੈਸਾ ਦਿਖਾਈ ਦੇ ਰਿਹਾ ਆ ਕਿ ਪੈਸਾ ਕਿਹੜੇ ਪਾਸੇ ਆਉਣਾ ਆ। ਪੱਤਰਕਾਰਾਂ ਤੇ ਦਬਾਅ ਹੁੰਦਾ ਆ, ਚਾਹੇ ਉਹ ਪ੍ਰਿੰਟ ਮੀਡੀਆ ਦੇ ਆ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਆ, ਕਿ ਤੁਸੀਂ ਇੰਨੀਆਂ ਐਡਸ ਵਗੈਰਾ ਖਿੱਚ ਕੇ ਲਿਆਉਣੀਆਂ ਜਾਂ ਤੁਸੀਂ ਸਪਲੀਮੈਂਟ ਖਿੱਚ ਕੇ ਲਿਆਉਣਾ ਹੈ। ਉਹਦੇ ਵਾਸਤੇ ਉਹ ਝੂਠੀਆਂ ਖਬਰਾਂ ਤੱਕ ਵੀ ਫੈਲਾਉਣ ਨੂੰ ਤਿਆਰ ਹੋ ਜਾਂਦੇ ਆ। ਸੋ ਇਹ ਮੀਡੀਆ ਲਈ ਇੱਕ ਕਹਿ ਸਕਦੇ ਹਾਂ ਕਿ ਬਹੁਤ ਸ਼ਰਮਨਾਕ ਗੱਲ ਆ। ਇਹਦੇ ਵਾਸਤੇ ਜਿਹੜਾ ਅੱਗੇ ਅਸੀਂ ਡਿਟੇਲ ਦੇ ਵਿੱਚ ਜਿਹੜੀ ਉਹ ਡਿਸਕਸ ਕਰਾਂਗੇ ਇਹਦੇ ਤੇ ਮੋਟੇ ਤੌਰ ਤੇ ਜੇ ਮੈਂ ਕਹਿ ਲਾਂ ਕਿ ਜੇ ਮੀਡੀਆ ਅੱਜ ਇਸ ਕਿਸਾਨੀ ਸੰਘਰਸ਼ ਨੂੰ ਆਪਣਾ ਇੱਕ ਫਰਜ਼ ਸਮਝਦੇ ਹੋਏ ਇੱਕ ਚੰਗਾ ਰੋਲ ਅਦਾ ਕਰੇ ਤਾਂ ਇਹਦੇ ਬਹੁਤ ਵਧੀਆ ਨਤੀਜੇ ਨਿਕਲ ਸਕਦੇ ਆ। ਬਿਲਕੁਲ। ਸੋ ਇਹ ਚੀਜ਼ ਜਿਹੜੀ ਆ ਕਿ ਇਹਦਾ ਅਸੀਂ ਅੱਗੇ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਕਿ ਮੀਡੀਆ ਕਿਸ ਤਰ੍ਹਾਂ ਆਪਣਾ ਰੋਲ ਕਿਸ ਤਰ੍ਹਾਂ ਅਦਾ ਕਰ ਰਿਹਾ ਕਰ ਸਕਦਾ। ਠੀਕ ਹੈ, ਬਿਲਕੁਲ ਜੀ। ਨਾਲੇ ਮੈਂ ਤੇਜਾ ਜੀ ਤੁਹਾਨੂੰ ਇੱਕ ਕੁਐਸਚਨ ਕਰਦਾ, ਇੱਕ ਇਹਨਾਂ ਨੇ ਕਿਸਾਨ ਆਪਣੇ ਜਿਹੜੇ ਅੰਦੋਲਨ ਕਰ ਰਹੇ, ਉਹਨਾਂ ਨੇ ਇੱਕ ਨਿਊਜ਼ਪੇਪਰ ਨਿਕਲਿਆ ਆ, ਉਹ ਤੁਸੀਂ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆ? ਹਾਂਜੀ ਵੀਰ ਜੀ, ਇੱਕ ਮੈਂ ਕੱਲ ਦੇਖ ਰਿਹਾ ਸੀਗਾ, ਇਹਨਾਂ ਦਾ ਇੱਕ ਜਿਹਦੇ ਸੰਪਾਦਕੀ ਲਿਖੀ ਹੋਈ ਆ ਡਾਕਟਰ ਸੁਖਪ੍ਰੀਤ ਸਿੰਘ ਮਸੂਰੀ। ਹਾਂਜੀ। ਔਰ ਉਸ ਨਿਊਜ਼ਪੇਪਰ ਦਾ ਨਾਮ ਆ ਟਰਾਲੀ ਟਾਈਮਸ। ਹਾਂਜੀ। ਉਹ ਆਨਲਾਈਨ ਮੇਰੇ ਖਿਆਲ ਇਹਨਾਂ ਨੇ ਪ੍ਰਿੰਟ ਤੇ ਨਹੀਂ ਹੈ, ਬਟ ਆਨਲਾਈਨ ਉਹਨਾਂ ਨੇ ਇੰਟਰਨੈਟ ਤੇ ਜਿਹੜਾ ਆ ਉਹ ਪੇਪਰ ਜਿਹੜਾ ਇਹਨਾਂ ਨੇ ਸਟਾਰਟ ਕੀਤਾ ਆ। ਉਹ ਮੈਂ ਸੰਪਾਦਕੀ ਉਹਨਾਂ ਦੀ ਪੜ੍ਹੀ ਆ, ਬਹੁਤ ਵਧੀਆ ਲਾਜਵਾਬ ਉਹਨਾਂ ਨੇ ਲਿਖੀ ਹੋਈ ਆ। ਤੇ ਮੈਂ ਚਾਹੁੰਦਾ ਹਾਂ ਕਿ ਅੱਜ ਕੱਲ ਜੇ ਅਸੀਂ ਜਿਸ ਤਰ੍ਹਾਂ ਦਾ ਇੰਡੀਆ ਦਾ ਮੀਡੀਆ ਆਪਣਾ ਰੋਲ ਅਦਾ ਕਰ ਰਿਹਾ ਆ, ਉਹਦੇ ਬਰਾਬਰ ਤੇ ਸਾਨੂੰ ਇਹੋ ਜਿਹੇ ਕਦਮ ਜਿਹੜੇ ਆ ਉਹ ਚੁੱਕਣੇ ਪੈਣਗੇ। ਆਪਣੀ ਜਿਹੜੀ ਸਹੀ ਗੱਲ ਆ ਉਹ ਆਵਾਮ ਤੱਕ, ਪੂਰੇ ਵਰਲਡ ਤੱਕ ਕਿਵੇਂ ਪਹੁੰਚਾਉਣੀ ਆ,
ਤੇ ਸਾਨੂੰ ਸਮੇਂ ਦਾ ਹਾਣ ਦਾ ਹੋਣਾ ਪੈਣਾ ਹੈ। ਬਿਲਕੁਲ ਇਹਨਾਂ ਦੇ ਬਰਾਬਰ ਤੇ ਇਹੋ ਜਿਹੇ ਕਦਮ ਜਿਹੜੇ ਆ ਚੁੱਕਣੇ ਪੈਣੇ ਆ, ਚਾਹੇ ਉਹ ਪ੍ਰਿੰਟ ਮੀਡੀਆ 'ਚ ਹੋਣ ਜਾਂ ਇਲੈਕਟ੍ਰੋਨਿਕ ਜਾਂ ਸੋਸ਼ਲ ਮੀਡੀਆ ਹੋਵੇ। ਹੂੰ ਤੇ ਉਹਦੇ ਵਿੱਚ ਜਿਹੜਾ ਆ ਮੈਂ ਸੰਪਾਦਕੀ ਪੜ੍ਹੀ ਤੇ ਬਹੁਤ ਹੀ ਉਹਨਾਂ ਨੇ ਕਮਾਲ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ, ਪਰ ਮੈਂ ਹੁਣ ਇੱਥੋਂ ਨਾਂ ਲੈਣਾ ਚੰਗਾ ਨਹੀਂ ਸਮਝਦਾ, ਕਿਉਂਕਿ ਆਪਣੀ ਕਿਸਾਨ ਯੂਨੀਅਨ ਦੇ ਕਿਸੇ ਆਗੂ ਨੇ ਉਹਦੇ ਤੇ ਟਿੱਪਣੀ ਕਰ ਦਿੱਤੀ ਆ। ਅੱਛਾ ਜੀ ਤੇ ਉਹਦੇ ਵਿੱਚ ਕੋਈ ਵੀ ਏਦਾਂ ਦੀ ਗੱਲ ਜਿਹੜੀ ਆ ਉਹ ਨਹੀਂ ਹੈਗੀ ਕਿ ਉਹਦੇ ਤੇ ਟਿੱਪਣੀ ਕੀਤੀ ਜਾ ਸਕੇ, ਕਿਉਂਕਿ ਮੈਂ ਵੀ ਮੀਡੀਆ ਨਾਲ ਜੁੜਿਆ ਹੋਇਆ ਸੀ। ਤੇ ਕਿਤੇ ਨਾ ਕਿਤੇ ਇਹਨਾਂ ਨੂੰ ਆਪਣੀ ਜਿਹੜੀ ਹੁਣ ਜਿੱਦਾਂ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਆ, ਆਵਾਮ ਜਿਹੜਾ ਅਵੇਅਰ ਹੋ ਰਿਹਾ ਆ, ਨੌਜਵਾਨ ਜਾਗਰਤ ਹੋ ਰਹੇ ਆ, ਤੇ ਇਹਨਾਂ ਨੂੰ ਆਪਣੀਆਂ ਕੁਰਸੀਆਂ ਜਿਹੜੀਆਂ ਉਹ ਖਿਸਕਦੀਆਂ, ਆਪਣੀ ਸਲਤਨਤ ਹਿਲਦੀ ਨਜ਼ਰ ਆਉਂਦੀ ਆ, ਜਿਹਦੇ ਕਰਕੇ ਉਹ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੀਆਂ ਕੁਰਸੀਆਂ, ਉਹਨਾਂ ਦੇ ਅਹੁਦੇ ਖਿਸਕ ਜਾਣ। ਇਸ ਕਰਕੇ ਜਿਹੜਾ ਆ ਉਹ ਇੱਕ ਫੁੱਟ ਪਾਊ ਕੰਮ ਕਰ ਰਹੇ ਆ ਅਜੇ ਵੀ ਇੱਥੇ, ਮਤਲਬ ਕਿ ਜੋ ਕਿ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ। ਬਿਲਕੁਲ ਬਿਲਕੁਲ ਮੈਂ ਐਗਰੀ ਹਾਂ ਤੁਹਾਡੇ ਨਾਲ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਵਰਦੀਪ ਜੀ, ਇਹ ਬਿਲਕੁਲ ਸਹੀ ਆ। ਮੀਡੀਆ ਬਹੁਤ ਵੱਡਾ ਰੋਲ ਅਦਾ ਕਰਦਾ ਆ, ਤੇ ਇਹਨਾਂ ਨੂੰ ਵੀ ਕੁਝ ਆਪਣੇ, ਜਿੱਦਾਂ ਇਹਨਾਂ ਨੇ ਆਪਣਾ ਮੀਡੀਆ ਸ਼ੁਰੂ ਕੀਤਾ। ਮੈਂ ਜਿਹੜੇ ਦਰਸ਼ਕ ਸਾਡੇ ਇਸ ਵਕਤ ਫੇਸਬੁੱਕ ਚਰਚਾ ਦੇ ਨਾਲ ਜੁੜੇ ਹੋਏ ਆ ਫੇਸਬੁੱਕ ਦੇ ਉੱਤੇ, ਮੈਂ ਉਹਨਾਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ। ਉਹਨੇ ਸਾਰੇ ਵੀਰਾਂ ਭੈਣਾਂ ਦਾ, ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ। ਸਾਨੂੰ ਤੁਸੀਂ ਸ਼ੇਅਰ ਕਰਨ ਦਾ, ਪਲੀਜ਼ ਸ਼ੇਅਰ ਕਰੋ ਜਿੰਨਾ ਵੀ ਤੁਸੀਂ ਸਾਨੂੰ ਕਰ ਸਕਦੇ ਆ। ਤੁਸੀਂ ਇਸ ਵਕਤ ਇੱਕ ਸਕਰੀਨ ਦੇ ਉੱਤੇ ਸਕਰਾਮੈਂਟੋ ਰੈਲੀ ਬਾਰੇ ਦੇਖ ਰਹੇ ਆ। ਕੱਲ ਨੂੰ ਸਕਰਾਮੈਂਟੋ ਦੇ ਵਿੱਚ ਇਸ ਅੰਦੋਲਨ ਦੇ ਲਈ, ਕਿਸਾਨ ਅੰਦੋਲਨ ਦੀ ਇੱਕ ਰੈਲੀ ਕੱਢੀ ਜਾ ਰਹੀ ਆ। ਤੁਸੀਂ ਇਸ ਰੈਲੀ ਦੇ ਵਿੱਚ ਵੱਧ ਚੜ ਕੇ ਹਿੱਸਾ ਲਾਓ, ਉੱਥੇ ਪਹੁੰਚੋ। ਕਿਸਾਨਾਂ ਦੀ ਇਹ ਤੋਂ ਬਹੁਤ ਵੱਡੀ ਹੈਲਪ ਹੋਊਗੀ, ਕਿਉਂਕਿ NRI ਵੀਰਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਰਿਹਾ ਇਹੋ ਕਿ ਰੈਲੀਆਂ ਕਰਨਾ। ਰੈਲੀਆਂ ਦੇ ਨਾਲ ਪੂਰੇ ਵਰਲਡ ਦੇ ਵਿੱਚ ਇਹ ਆਵਾਜ਼ ਜਾਂਦੀ ਆ ਕਿ ਇਹ ਕੁਛ ਨਾ ਕੁਛ ਇੰਡੀਆ ਵਿੱਚ ਇਹੋ ਜਿਹਾ ਹੋ ਰਿਹਾ ਜਿਹੜੇ ਸਾਰੇ ਵਰਲਡ ਦੇ ਲੋਕੀ ਇਸ ਆਰਡੀਨੈਂਸ ਦੇ ਖਿਲਾਫ ਔਰ ਇੰਡੀਅਨ ਗਵਰਨਮੈਂਟ ਦੇ ਖਿਲਾਫ ਨੇ। ਹਾਂਜੀ, ਮੈਂ ਹੁਣ ਗੁਰਮੀਤ ਗਰੇਵਾਲ ਜੀ ਵੱਲ ਦੁਬਾਰਾ ਜਾਣਾ। ਭਾਜੀ ਮੈਂ ਤੁਹਾਡੇ ਕੋਲ ਦੋ ਕੁਐਸਚਨ, ਇੱਕ ਤਾਂ ਆਪਣਾ ਜਿਹੜਾ MSP ਦਾ ਜਿਹੜਾ ਰਹਿ ਗਿਆ ਸੀ ਉਹ ਕਲੀਅਰ ਕਰਾਂਗੇ, ਦੂਜਾ ਮੈਨੂੰ ਹਿਊਮਨ ਰਾਈਟਸ ਬਾਰੇ ਵੀ ਥੋੜੇ ਜਿਹੇ ਦੱਸਿਓ ਵੀ ਜੋ ਅੱਜ ਉੱਥੇ ਕਿੰਨੀਆਂ ਉੱਥੇ ਡੈਥ ਹੋ ਗਈਆਂ ਇਸ ਸੰਘਰਸ਼ ਦੇ ਨਾਲ, ਤੇ ਉਹ ਜਿਹੜੀਆਂ ਡੈਥਸ ਨੇ ਉਹ ਵੀ ਇੱਕ ਹਿਊਮਨ ਰਾਈਟਸ ਦੇ ਮੇਰੇ ਹਿਸਾਬ ਨਾਲ ਖਿਲਾਫ ਹੀ ਨੇ, ਕਿਉਂਕਿ ਇਸ ਵਕਤ ਗਵਰਨਮੈਂਟ ਨੂੰ ਵੀ ਉਹਦਾ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ ਕਿ ਇਹ ਡੈਥਸ ਹੋ ਵੀ ਇਸ ਕਰਕੇ ਰਹੀਆਂ ਕਿ ਉਹ ਆਪਣਾ ਸੰਘਰਸ਼ ਦੇ ਵਿੱਚ ਹਿੱਸਾ ਪਾਉਣ ਆਏ ਸੀ ਤੇ ਉਹਨਾਂ ਦੀ ਡੈਥ ਹੋ ਗਈ। ਤੇ ਤੁਸੀਂ ਦੋਨੇ ਚੀਜ਼ਾਂ ਨੂੰ ਅੱਜ ਪਲੀਜ਼ ਕਲੀਅਰ ਕਰੋ ਪਲੀਜ਼ ਥੋੜਾ ਜਿਹਾ। ਓਕੇ, ਮੈਂ ਤੁਹਾਡਾ ਜਿਹੜਾ ਸੈਕੰਡ ਕੁਐਸਚਨ ਉਹ ਨਾਲ ਪਹਿਲਾਂ ਡੀਲ ਕਰ ਲੈਣਾ। ਮੈਂ ਪਰਸਨਲੀ ਇਹ ਬਿਲੀਵ ਕਰਦਾ ਕਿ ਇਸ ਵੇਲੇ ਇੰਡੀਆ ਨੂੰ, ਦੁਨੀਆ ਨੂੰ ਇਹ ਡੈਮੋਨਸਟ੍ਰੇਟ ਕਰਨ ਦੀ ਜ਼ਰੂਰਤ ਹੈ ਕਿ ਹਿਊਮਨ ਰਾਈਟਸ ਦੀ ਤੇ ਫਰੀडम ਆਫ ਐਕਸਪ੍ਰੈਸ਼ਨ ਦੀ ਰਿਸਪੈਕਟ ਕਰਦੇ ਆ। ਦੂਸਰੇ ਪਾਸੇ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਯੂਨਾਈਟਿਡ ਨੇਸ਼ਨਸ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਉਹਨਾਂ ਨੂੰ ਦੁਨੀਆ ਦੇ ਵਿੱਚ ਕੋਵਿਡ ਨੂੰ ਕੰਟਰੋਲ ਕਰਨ ਦੇ ਲਈ ਇੰਡੀਅਨ ਗਵਰਨਮੈਂਟ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਇੰਡੀਅਨ ਗਵਰਨਮੈਂਟ ਕੋਲ ਕੋਈ ਐਮਰਜੈਂਸੀ ਨਹੀਂ ਸੀ ਜਿਹਦੇ ਕਰਕੇ ਬਿੱਲ ਰਿਲੀਜ਼ ਕੀਤੇ ਨੇ ਡਿਊਰਿੰਗ ਦੀ ਕੋਵਿਡ ਪੈਂਡੈਮਿਕ। ਤੇ ਜਦੋਂ ਇਹ ਰੈਲੀਆਂ ਹੁੰਦੀਆਂ ਨੇ ਜਾਂ ਇਸ ਤਰ੍ਹਾਂ ਦੇ ਪ੍ਰੋਟੈਸਟ ਹੁੰਦੇ ਨੇ ਤਾਂ ਸਾਰੀ ਦੁਨੀਆ ਦੇ ਵਿੱਚ ਸਿਹਤ ਦੇ ਲਈ ਇੱਕ ਵੱਡਾ ਮੁੱਦਾ ਬਣਦਾ। ਗਵਰਨਮੈਂਟ ਨੂੰ ਇਹ ਚਾਹੀਦਾ ਸੀਗਾ ਕਿ ਇਸ ਬਿੱਲ ਦਾ ਜਦੋਂ ਪ੍ਰੋਟੈਸਟ ਸ਼ੁਰੂ ਹੋਇਆ ਤਾਂ ਇਮੀਡੀਏਟਲੀ ਗਵਰਨਮੈਂਟ ਸਸਪੈਂਡ ਕਰ ਦਿੰਦੀ, ਤੇ ਜਿੰਨਾ ਚਿਰ ਕੋਵਿਡ ਦੀ ਸਿਚੁਏਸ਼ਨ ਸਹੀ ਨਹੀਂ ਹੁੰਦੀ ਫਿਰ ਉਸ ਨੂੰ ਹੈਂਡਲ ਕਰਦੇ। ਤੇ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ, ਹਿਊਮਨ ਰਾਈਟ ਕਮਿਸ਼ਨ, ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਯੂਨਾਈਟਿਡ ਨੇਸ਼ਨਸ ਦੀਆਂ ਆਰਗੇਨਾਈਜੇਸ਼ਨਸ ਨੇ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਆ ਵਗੈਰਾ ਵਗੈਰਾ, ਉਹਨਾਂ ਸਾਰੀਆਂ ਨੂੰ ਇੰਡੀਅਨ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਕੋਵਿਡ ਨੂੰ ਮੱਦੇਨਜ਼ਰ ਰੱਖਦੇ ਹੋਏ ਇਮੀਡੀਏਟ ਦਾ ਸੋਲੂਸ਼ਨ ਲੱਭਣ, ਤਾਂ ਕਿ ਜਿਹੜਾ ਹਿਊਮਨ ਰਾਈਟਸ ਨੇ ਤੇ ਪਲੱਸ ਹੈਲਥ ਦੇ ਇਸ਼ੂਜ਼ ਨੇ ਵਰਲਡ ਵਾਈਡ, ਉਹਨੂੰ ਇਮੀਡੀਏਟਲੀ ਟੈਕਲ ਕੀਤਾ ਜਾਵੇ ਇਸ ਪੈਂਡੈਮਿਕ ਨੂੰ ਜੀ। ਹੁਣ ਇਹ ਆਪਾਂ ਜਿਹੜਾ ਹੈਗਾ MSP ਦਾ ਇਸ਼ੂ, ਦੇਖੋ ਫਾਰਮਰਸ ਨੇ ਜਿਹੜੇ ਉਹ ਪ੍ਰੋਡਿਊਸ ਕਰਦੇ ਨੇ, ਰਿਸਕ ਲੈ ਕੇ ਐਗਰੀਕਲਚਰ ਪ੍ਰੋਡਿਊਸ ਕਰਦੇ ਨੇ। ਬਹੁਤ ਕੰਮ ਆ ਜਿਹੜਾ ਉਹ ਨੇਚਰ ਤੇ ਡਿਪੈਂਡ ਕਰਦਾ ਐਗਰੀਕਲਚਰ ਦਾ। ਇਸ ਕਰਕੇ ਫਾਰਮਰਸ ਚਾਹੁੰਦੇ ਨੇ ਕਿ ਗਵਰਨਮੈਂਟ ਉਹਨਾਂ ਦੇ ਪ੍ਰੋਡਿਊਸ ਦੀ ਮਿਨੀਮਮ ਪ੍ਰਾਈਸ ਨਿਯੁਕਤ ਕਰੇ। MSP ਜਿਹੜੀ ਇਹ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀ 1960 ਦੇ ਵਿੱਚ ਜਦੋਂ ਗ੍ਰੀਨ ਰੈਵੋਲੂਸ਼ਨ ਲਾਂਚ ਹੋਇਆ। ਠੀਕ ਹੈ ਜੀ। ਉਸ ਟਾਈਮ ਦੇ ਉੱਤੇ ਗ੍ਰੀਨ ਰੈਵੋਲੂਸ਼ਨ ਨੇ ਵੀ ਬਹੁਤ ਤਬਦੀਲੀ ਲਿਆਂਦੀ ਤੇ ਫਾਰਮਰ ਨੂੰ ਇੰਸ਼ੋਰੈਂਸ ਦਿੱਤੀ ਜਾਂਦੀ ਸੀ, ਜੇ ਉਸ ਤੋਂ ਵੱਧ ਪ੍ਰਾਈਸ ਫਾਰਮਰ ਨੂੰ ਮਿਲਦੀ ਸੀ ਤਾਂ ਉਹ ਫਾਰਮਰ ਦੇ ਬੈਸਟ ਇੰਟਰਸਟ ਜਾਂਦੀ ਸੀ। ਪਿਛਲੇ ਕੁਝ ਸਾਲਾਂ ਦੇ ਵਿੱਚ ਤਕਰੀਬਨ 6% ਫਾਰਮਰਸ ਨੇ ਜਿਹੜੇ MSP ਦੀ ਪ੍ਰਾਈਸ ਤੱਕ ਆਪਣਾ ਪ੍ਰੋਡਕਟ ਵੇਚ ਸਕੇ ਨੇ। 94% ਫਾਰਮਰਸ ਇੰਡੀਆ ਦੇ ਵਿੱਚ MSP ਤੋਂ ਵੀ ਘੱਟ ਪ੍ਰਾਈਸ ਤੇ ਵੇਚਦੇ ਰਹੇ ਨੇ। ਇਟਸ ਅ ਹਿਊਜ ਫਿਗਰ। ਇਹਦਾ ਕੀ ਕਾਰਨ ਹੈ? ਜਿਹੜੀ MSP ਹੈ ਇਹਨੂੰ ਇੱਕ ਗਵਰਨਮੈਂਟ ਦੀ ਬਾਡੀ ਹੈ
ਜਿਹੜੀ ਇਹਨੂੰ ਨਿਯੁਕਤ ਕਰਦੀ ਹੈ ਸਾਲ ਦੇ ਵਿੱਚ ਤਕਰੀਬਨ 2 ਵਾਰੀ। ਉਸ ਅੱਛਾ ਬੋਡੀ ਜੀ। ਨੂੰ ਕਹਿੰਦੇ ਨੇ ਐਗਰੀਕਲਚਰ ਪ੍ਰੋਡਿਊਸ ਮੈਂ ਤੁਹਾਨੂੰ ਇੱਕ ਮਿੰਟ ਦੱਸਦਾ, ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ। ਓਕੇ। ਇਹ ਕਮਿਸ਼ਨ ਹੈ ਜਿਹੜਾ ਇਹ ਤਕਰੀਬਨ 24 ਕ੍ਰੌਪਾਂ ਦੀ ਜਿਹੜੀ ਪ੍ਰਾਈਸ ਹੈ ਉਹਦੀ MSP ਨਿਰਧਾਰਿਤ ਕਰਦੀ ਹੈ। ਠੀਕ ਹੈ ਜੀ। ਇਹ ਨਿਰਧਾਰਿਤ ਕਰਨ ਦਾ ਮੁੱਦਾ ਇਹ ਚਾਹੀਦਾ ਗਵਰਨਮੈਂਟ ਦਾ, ਜਾਂ ਉਹਨਾਂ ਦਾ ਆਬਜੈਕਟਿਵ ਇਹ ਹੁੰਦਾ ਕਿ ਜਿੰਨੀ ਕਾਸਟ ਆ ਫਾਰਮਿੰਗ ਦੀ ਉਹਦਾ 1.5 ਗੁਣਾ ਜ਼ਿਆਦਾ ਪ੍ਰਾਈਸ ਮਿਨੀਮਮ ਤੈਅ ਕੀਤੀ ਜਾਵੇ। ਜਦੋਂ ਹੁਣ ਇਹ ਪ੍ਰਾਈਸ ਤੈਅ ਹੁੰਦੀ ਹੈ, ਗਵਰਨਮੈਂਟ ਦਾ ਅੱਜ ਤੱਕ ਕੋਈ ਕਾਨੂੰਨ ਨਹੀਂ ਹੈ ਜਿਹੜਾ MSP ਨੂੰ ਲਾਗੂ ਕਰੇ। ਬਹੁਤ ਲੋਕ ਅਸੀਂ ਇਹ ਸੋਚਦੇ ਹਾਂ ਕਿ MSP ਜਿਹੜੀ ਉਹ ਲੀਗਲਾਈਜ਼ਡ ਹੈ, ਰੈਗੂਲੇਟਡ ਹੈ, ਪਰ ਕੋਈ ਸਟੈਚੂਟਰੀ ਇਨਸਟਰੂਮੈਂਟ ਹੈ ਜਿਹੜਾ ਗਵਰਨਮੈਂਟ ਦੇ ਹੋਂਦ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ ਜਿਹੜਾ MSP ਨੂੰ ਲਾਗੂ ਕਰਦਾ ਹੋਵੇ ਇੰਡੀਆ ਦੇ ਵਿੱਚ। ਠੀਕ ਹੈ ਜੀ। ਫਾਰਮਰਸ ਨੂੰ ਜਦੋਂ ਉਹਨਾਂ ਨੇ ਡਿਮਾਂਡ ਕਰਨਾ ਗਵਰਨਮੈਂਟ ਤੋਂ, ਤਾਂ ਜੇ ਫਾਰਮਰਸ MSP ਚਾਹੁੰਦੇ ਨੇ ਤਾਂ ਉਹ ਲੈਜਿਸਲੇਟਡ ਵੀ ਹੋਣੀ ਚਾਹੀਦੀ ਹੈ। ਇਹਦੇ ਲਈ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਅੱਛਾ, ਹੁਣ ਜਿਹੜੀ MSP ਹੈ ਇਹਦੇ ਤੇ ਕਈ ਸਾਲ ਪਹਿਲਾਂ ਇੱਕ ਕਮਿਸ਼ਨ ਬਣਾਇਆ, ਉਹਨੂੰ ਕਹਿੰਦੇ ਨੇ ਸਵਾਮੀਨਾਥਨ ਕਮਿਸ਼ਨ। ਉਹਨੇ ਜਦੋਂ ਆਪਣੀ ਰਿਪੋਰਟ ਪੇਸ਼ ਕੀਤੀ ਤਾਂ ਉਸ ਟਾਈਮ ਦੇ ਉੱਤੇ 2015 ਦੇ ਵਿੱਚ ਗਵਰਨਮੈਂਟ ਨੇ ਸੈਂਟਰਲ ਗਵਰਨਮੈਂਟ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਐਫੀਡੇਵਿਟ ਦਾਇਰ ਕੀਤਾ ਕਿ ਜਿਹੜੀ ਇਹ ਰეკਮੈਂਡੇਸ਼ਨ ਹੈ ਸਵਾਮੀਨਾਥਨ ਦੀ, ਇਹਨੂੰ ਰਿਜੈਕਟ ਕੀਤਾ ਜਾਵੇ, ਤਾਂ ਕਿ MSP ਦੀ ਪ੍ਰਾਈਸ ਗਵਰਨਮੈਂਟ ਆਪਣੇ ਤਰੀਕੇ ਨਾਲ ਨਿਰਧਾਰਿਤ ਕਰੇ, ਨਾ ਕਿ ਸਵਾਮੀਨਾਥਨ ਦਾ ਜਿਹੜਾ ਕਮਿਸ਼ਨ ਸੀ ਉਹਦੀ ਰეკਮੈਂਡੇਸ਼ਨ ਦੇ ਆਧਾਰ ਤੇ। ਠੀਕ ਹੈ ਜੀ। ਸੋ ਪਹਿਲੀ ਗੱਲ ਤਾਂ ਇਹ ਕਿ ਗਵਰਨਮੈਂਟ ਦੀ ਜਿਹੜੀ ਨੀਤੀ ਤੇ ਨੀਤ ਹੈ ਉਹ MSP ਨੂੰ ਲਾਗੂ ਰੱਖਣ ਦੇ ਲਈ ਐਗਜ਼ਿਸਟ ਨਹੀਂ ਸੀ ਕਰਦੀ। ਇਹਦੇ 2 ਐਵੀਡੈਂਸ ਵੀ ਤੁਹਾਨੂੰ ਮੈਂ ਦਿੰਦਾ। ਇੰਡੀਆ ਦੀ ਫਾਈਨਾਂਸ ਮਿਨਿਸਟਰ ਨੇ ਰੀਸੈਂਟਲੀ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਦੋਂ ਇਹ ਸਾਰਾ ਬਿੱਲ ਲਾਗੂ ਹੋਊਗਾ ਤਾਂ ਸਲੋਲੀ ਐਂਡ ਸਟੈਡੀਲੀ MSP ਡਿਸਅਪੀਅਰ ਹੋ ਜੂਗੀ। ਠੀਕ ਹੈ ਜੀ। ਫਿਰ ਇੱਕ BJP ਦੇ ਮਿਨਿਸਟਰ ਸੀ ਨਿਤਨ ਗਡਕਰੀ। ਹਾਂਜੀ। ਉਹਨਾਂ ਨੇ ਕੁਝ ਸਾਲ ਪਹਿਲਾਂ ਇਹ ਕਿਹਾ ਸੀ ਕਿ ਤਕਰੀਬਨ 1000 ਕਰੋੜ ਰੁਪਈਆ ਜਿਹੜਾ MSP ਕਰਕੇ ਗਵਰਨਮੈਂਟ ਨੂੰ ਘਾਟਾ ਪੈਂਦਾ ਹੈ, ਉਹ ਗਵਰਨਮੈਂਟ ਦੇ ਇੱਕ ਐਕਸਟਰਾ ਬਰਡਨ ਤੇ ਇਹ ਨਹੀਂ ਹੋਣੀ ਚਾਹੀਦੀ। ਹੁਣ ਗਵਰਨਮੈਂਟ ਇਹ ਕਹਿ ਰਹੀ ਹੈ ਬਾਰ-ਬਾਰ ਕਿ ਅਸੀਂ MSP ਨੂੰ ਨਹੀਂ ਖਤਮ ਕਰਨਾ ਚਾਹੁੰਦੇ। ਜਦੋਂ ਉਹਨਾਂ ਨੇ APMCਆਂ ਨੂੰ ਸਪੋਰਟ ਬੰਦ ਕਰਤੀ, ਮੰਡੀਆਂ ਵੀ ਖਤਮ ਹੋ ਜਾਣਗੀਆਂ ਤੇ ਜਿਹੜਾ MSP ਹੈ ਉਹ ਵੀ ਖਤਮ ਹੋ ਜਾਊਗਾ, ਤੇ ਜਿਹੜਾ ਮਿਡਲਮੈਨ ਆੜਤੀ ਹੈ ਉਹ ਜੌਬਲੈਸ ਹੋ ਜਾਊਗਾ। ਬਿਲਕੁਲ। ਹੁਣ ਜਦੋਂ ਮਿਡਲਮੈਨ ਵੀ ਡਿਸਅਪੀਅਰ ਹੋ ਗਏ, ਉਸ ਟਾਈਮ ਤੇ ਕੀ ਹੋਊਗਾ, ਇੱਕ ਨਵਾਂ ਕਾਰਪੋਰੇਟ ਮਿਡਲਮੈਨ ਉਹ ਇਹਨਾਂ ਦੀ ਜਗ੍ਹਾ ਲਊਗਾ। ਉਹ ਫਾਰਮਰਸ ਤੋਂ ਬਾਈ ਕਰਨ ਦੇ ਲਈ ਫਾਰਮਰ ਨਾਲ ਜਿਹੜੇ ਕੰਟਰੈਕਟਿੰਗ ਕਰਨੀ ਹੈ, ਜਦੋਂ ਉਹਨੂੰ ਇਨ ਅਦਰ ਵਰਡਸ ਫਾਰਮਰ ਦੀ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਹਿੱਸਾ ਪਾਉਣਾ, ਤਾਂ ਉਹਦੇ 'ਚ ਉਹ ਆਪਣੀ ਭੂਮਿਕਾ ਨਿਭਾਉਣਗੇ। ਬਿਲਕੁਲ। ਉਹ ਕਾਰਪੋਰੇਟ ਜਿਹੜਾ ਸੈਕਟਰ ਹੈ ਉਹ ਫਾਰਮਰਸ ਦੇ ਹੱਕ ਵਿੱਚ ਨਹੀਂ ਬਲਕਿ ਬਿਜ਼ਨਸਮੈਨ ਦੇ ਹੱਕ ਦੇ ਵਿੱਚ ਭੁਗਤੂਗਾ। ਹੁਣ ਇੱਥੇ ਹੋਰ ਵੀ ਕਈ ਚੀਜ਼ਾਂ, ਕਈ ਮਸਲੇ ਨਜ਼ਰ ਆਉਂਦੇ ਨੇ। ਜਿਹੜਾ ਕੰਟਰੈਕਟ ਫਾਰਮਿੰਗ ਹੈ, ਇਹਦਾ ਇੱਕ ਬਿੱਲ, ਕਿਉਂਕਿ ਸਟੇਟ ਗਵਰਨਮੈਂਟ ਦਾ ਵੀ ਇਹਦੇ ਤੇ ਜੂਰਿਸਡਿਕਸ਼ਨ ਹੈ, ਸਟੇਟ ਗਵਰਨਮੈਂਟ ਦੇ ਵਿੱਚ 2007 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਇਹ ਬਿੱਲ ਪੇਸ਼ ਕੀਤਾ ਪੰਜਾਬ 'ਚ। 2013 ਦੇ ਵਿੱਚ 2015 ਦੇ ਵਿੱਚ ਅਕਾਲੀ ਗਵਰਨਮੈਂਟ ਨੇ ਇਹ ਬਿੱਲ ਲਿਆ ਕੇ ਪਾਰਲੀਮੈਂਟ ਦੇ ਵਿੱਚ ਪਾਸ ਕਰਾਤਾ। ਠੀਕ ਹੈ ਜੀ। ਸੋ ਜਿਹੜੀ ਕੰਟਰੈਕਟ ਫਾਰਮਿੰਗ ਹੈ ਇਹ ਬਾਦਲ ਗਵਰਨਮੈਂਟ ਨੇ ਵੀ ਇੰਪਲੀਮੈਂਟ ਕੀਤੀ ਹੈ। ਹਾਂਜੀ। ਜਿਹਦੇ ਬਾਰੇ ਸ਼ਾਇਦ ਬਹੁਤ ਲੋਕਾਂ ਨੂੰ ਨਾ ਨੌਲੇਜ ਹੋਵੇ। ਤੇ ਇੰਡੀਆ ਦੀਆਂ ਕਾਫੀ ਸਟੇਟਾਂ ਦੇ ਵਿੱਚ ਕੰਟਰੈਕਟ ਫਾਰਮਿੰਗ ਹੈ ਜਿਹੜੀ ਸਟੇਟ ਗਵਰਨਮੈਂਟ ਨੇ ਆਲਰੇਡੀ ਇੰਪਲੀਮੈਂਟ ਕੀਤੀ ਹੋਈ ਹੈ। ਠੀਕ ਹੈ ਜੀ। ਸੈਂਟਰਲ ਗਵਰਨਮੈਂਟ ਨੇ ਜਿਹੜੇ ਹਿਸਾਬ ਦੇ ਨਾਲ ਲਿਆਂਦੀ ਹੈ, ਆਪਦੀ ਜੂਰਿਸਡਿਕਸ਼ਨ ਤੋਂ ਉੱਪਰ ਦੀ ਉੱਠ ਕੇ ਜਾਂ ਜੂਰਿਸਡਿਕਸ਼ਨ ਤੋਂ ਬਾਹਰ ਦੀ ਜਾ ਕੇ, ਉਹ ਇੱਕ ਅਜਿਹਾ ਮੁੱਦਾ ਜਿਹਦੇ ਬਾਰੇ ਗਵਰਨਮੈਂਟ ਦੀ ਨੀਤੀ ਜਿਹੜੀ ਤੇ ਨੀਤ ਹੈ ਉਹਦੇ ਬਾਰੇ ਕਿੰਤੂ ਪ੍ਰੰਤੂ ਪੈਦਾ ਹੁੰਦੇ ਨੇ। ਬਿਲਕੁਲ ਜੀ। ਹੁਣ ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ। ਇੱਕ ਫੂਡ ਸੈਕਟਰੀ ਸੀਗੇ ਇੰਡੀਅਨ ਗਵਰਨਮੈਂਟ ਦੇ ਵਿੱਚ, ਡਾਕਟਰ ਗੁਪਤਾ। ਹਾਂਜੀ। ਉਹਨਾਂ ਨੇ ਮੈਨੂੰ ਦੱਸਿਆ ਰੀਸੈਂਟਲੀ ਕਿ ਉਹਨਾਂ ਨੇ ਮੈਨੂੰ ਕੁਐਸਚਨ ਪੁੱਛਿਆ, ਦੱਸਾਂ ਆਪਦੀ ਚੀਜ਼ ਐਕਸਪਲੇਨ ਕਰਨ ਦੇ ਲਈ ਮੈਂ ਉਹ ਕੁਐਸਚਨ ਤੁਹਾਨੂੰ ਪੁੱਛਦਾ ਕਿ ਜਿਹੜਾ ਫੂਡ ਹੈ MSP ਤੋਂ ਜਾਂ ਕ੍ਰੌਪਸ ਨੇ ਜਿਹੜੀਆਂ ਪ੍ਰੋਡਿਊਸ ਨੇ, ਉਹ MSP ਦੇ ਉੱਤੇ ਮਿਨੀਮਮ ਪ੍ਰਾਈਸ ਦੇ ਉੱਤੇ ਕੌਣ ਬਾਈ ਕਰਦਾ? ਫੂਡ ਕਾਰਪੋਰੇਸ਼ਨ ਆਫ ਇੰਡੀਆ, ਮੰਡੀਆਂ ਦੇ ਥਰੂ। ਹਾਂਜੀ। ਜਿਹੜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਹੈ, ਉਹਨਾਂ ਦਾ ਬਫਰ ਸਟਾਕ ਦੀ ਲਿਮਟ ਹੈ
2500 ਮਿਲੀਅਨ 25 ਮਿਲੀਅਨ ਮੀਟ੍ਰਿਕ ਟਨਸ 25 ਮਿਲੀਅਨ ਮੀਟ੍ਰਿਕ ਟਨ, ਠੀਕ ਹੈ ਜੀ। ਮੀਟ੍ਰਿਕ ਟਨ ਇਸ ਵੇਲੇ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਤਕਰੀਬਨ 82 ਮਿਲੀਅਨ ਮੀਟ੍ਰਿਕ ਟਨ ਤੋਂ ਲੈ ਕੇ 100 ਮਿਲੀਅਨ ਮੀਟ੍ਰਿਕ ਟਨ ਤੱਕ ਗ੍ਰੇਨ ਮੌਜੂਦ ਹੈ। ਠੀਕ ਹੈ ਜੀ। ਇਹਦਾ ਮਤਲਬ ਇਹ ਹੈ ਕਿ ਗਵਰਨਮੈਂਟ ਦੀ ਇਹ ਮਜਬੂਰੀ ਨਹੀਂ ਹੈ ਕਿ ਉਹ MSP ਦੇ ਉੱਤੇ ਫੂਡ ਬਾਈ ਕਰੇ, ਕਿਉਂਕਿ 25 ਮਿਲੀਅਨ ਮੀਟ੍ਰਿਕ ਟਨ ਦੀ ਲਿਮਟ ਹੈ ਜਿਹੜੀ, ਉਹ ਤਾਂ ਆਲਰੇਡੀ ਉਹਨਾਂ ਕੋਲ ਉਨੀ ਕੁਆਂਟੀਟੀ ਤਾਂ ਹੈਗੀ ਹੈ। ਟ੍ਰਿਪਲ ਪਈ ਆ ਜੀ, ਫਿਰ ਟ੍ਰਿਪਲ ਹੋ ਗਈ ਉਹਨਾਂ ਤੋਂ। ਹੁਣ ਅਗਲਾ ਕੁਐਸਚਨ ਹੈ ਜਿਹੜਾ ਉਹ ਇਹ ਹੈ ਕਿ ਉਹਨਾਂ ਨੇ ਕੁਐਸਚਨ ਪੁੱਛਿਆ ਕਿ ਜਿਹੜੀ FCI ਫਾਰਮਰ ਨੂੰ ਪੈਸੇ ਦਿੰਦੀ ਹੈ, ਐਕਚੁਅਲੀ ਉਹ ਚੈੱਕ ਆੜ੍ਹਤੀਆਂ ਨੂੰ ਲਿਖਦੇ ਨੇ। ਠੀਕ ਹੈ ਜੀ। ਆੜ੍ਹਤੀਏ ਆਪਦੀ ਮਰਜ਼ੀ ਨਾਲ ਫਾਰਮਰਸ ਨੂੰ ਪੈਸੇ ਡਿਸਟ੍ਰੀਬਿਊਟ ਕਰਦੇ ਨੇ। ਹਾਂਜੀ। ਉਹ ਕਹਿੰਦੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ FCI ਨੇ ਪੈਸੇ ਉਹ ਆੜ੍ਹਤੀਆਂ ਨੂੰ ਦੇਣ ਕਿ ਸਿੱਧੇ ਫਾਰਮਰਾਂ ਨੂੰ ਦੇਣ? ਮੈਂ ਹਾਂਜੀ। ਕਿਹਾ ਜੀ ਸਿੱਧੇ ਫਾਰਮਰਾਂ ਨੂੰ ਦੇਣੇ ਚਾਹੀਦੇ ਨੇ। ਹਾਂਜੀ। ਆੜ੍ਹਤੀਆਂ ਨੂੰ ਕਿਉਂ ਦੇਣ? ਤਾਂ ਕਿ ਆੜ੍ਹਤੀਏ ਬਲੈਕਮੇਲ ਕਰਨ ਜਾਂ ਹਿਸਾਬ ਦੇ ਵਿੱਚ ਭੋਲੇ ਫਾਰਮਰ ਨੂੰ ਗਲਤ ਤਰੀਕੇ ਦੇ ਨਾਲ ਹੈਂਡਲ ਕਰਨ। ਨਾਲੇ ਜਦੋਂ ਉਹਨਾਂ ਨੇ ਪੈਸੇ ਆਪਣੇ ਦੇਣੇ ਹੁੰਦੇ ਨੇ ਤਾਂ ਉਹਨਾਂ ਦੇ ਕੋਲ ਇੱਕ ਲੈਵਰੇਜ ਹੋ ਜਾਂਦੀ ਹੈ। ਬਿਲਕੁਲ ਬਿਲਕੁਲ ਜੀ। ਅੱਛਾ, ਉਹ ਕਹਿੰਦੇ ਜੀ ਮੈਂ ਇੱਕ ਕਾਨੂੰਨ ਬਣਾਇਆ ਕਿ ਜਿਹੜਾ FCI ਹੈ, ਕਿਉਂਕਿ FCI ਫੂਡ ਸੈਕਟਰੀ ਦੇ ਅੰਡਰ ਆਉਂਦੀ ਹੈ ਅੱਛਾ ਜੀ। ਸੈਂਟਰਲ ਗਵਰਨਮੈਂਟ 'ਚ, ਕਿ ਮੈਂ ਇੱਕ ਕਾਨੂੰਨ ਬਣਾਇਆ ਕਿ ਜਿਹੜੀ FCI ਹੈ ਪੈਸੇ ਸਿੱਧੇ ਫਾਰਮਰਸ ਨੂੰ ਦੇਵੇ। ਕਹਿੰਦੇ ਮੈਨੂੰ ਪੰਜਾਬ ਗਵਰਨਮੈਂਟ ਤੋਂ, ਉਸ ਟਾਈਮ ਤੇ ਐਗਰੀਕਲਚਰ ਮਿਨਿਸਟਰ ਸੀ, ਮੈਂ ਨਾਂ ਲੈਣ ਤੋਂ ਝਿਜਕਦਾ ਨਹੀਂ, ਆਦੇਸ਼ ਪ੍ਰਤਾਪ। ਠੀਕ ਹੈ ਜੀ। ਉਹਨਾਂ ਨੇ ਕਿਹਾ ਕਿ ਨਾ ਜੀ ਗੁਪਤਾ ਸਾਹਿਬ, ਇਹ ਤੁਸੀਂ ਕੀ ਕਰਨ ਲੱਗੇ? ਪੈਸੇ ਸਿੱਧੇ ਆੜ੍ਹਤੀਆਂ ਨੂੰ ਦਿਓ ਜੀ, ਫਾਰਮਰਾਂ ਨੂੰ ਨਾ ਦਿਓ। ਉਹਨਾਂ ਨੇ ਸੋਚਿਆ ਮੈਂ ਆਪੋਜੀਸ਼ਨ ਦੇ ਕਿਸੇ ਵਿਅਕਤੀ ਨੂੰ ਵੀ ਪੁੱਛ ਕੇ ਦੇਖਾਂ। ਉਹਨਾਂ ਨੇ ਮਿਸਟਰ ਅਵਤਾਰ ਹੈਨਰੀ ਨੂੰ, ਜਿਹੜੇ ਕਿ ਆਪੋਜੀਸ਼ਨ ਦੇ ਵਿੱਚ ਸੀ, ਉਹਨਾਂ ਨੂੰ ਪੁੱਛਿਆ। ਉਹਨਾਂ ਨੇ ਵੀ ਕਿਹਾ ਕਿ ਨਹੀਂ ਜੀ, ਇਹ ਤਾਂ ਪੈਸੇ ਆੜ੍ਹਤੀਆਂ ਨੂੰ ਸਿੱਧੇ ਮਿਲਣੇ ਚਾਹੀਦੇ ਨੇ। ਹਾਂਜੀ। ਇਹਨਾਂ ਤੇ ਗਵਰਨਮੈਂਟ ਨੇ ਇੰਨਾ ਕੁ ਪ੍ਰੈਸ਼ਰ ਪਾਇਆ ਕਿ ਫੂਡ ਸੈਕਟਰੀ ਨੂੰ ਉਹ ਰੂਲ ਆਪਣਾ ਵਾਪਸ ਲੈਣਾ ਪਿਆ ਤੇ ਚੇਂਜ ਕਰਨੀ ਪਈ ਕਿ FCI ਸਿਰਫ ਪੈਸੇ ਜਿਹੜੇ ਨੇ ਕ੍ਰੌਪ ਦੇ ਆੜ੍ਹਤੀਆਂ ਨੂੰ ਦੇਵੇ, ਨਾ ਕਿ ਫਾਰਮਰਸ ਨੂੰ ਦੇਵੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ, ਚਾਹੇ ਉਹ ਸੈਂਟਰਲ ਗਵਰਨਮੈਂਟ ਹੈ, ਚਾਹੇ ਉਹ ਸਟੇਟ ਗਵਰਨਮੈਂਟ ਹੈ, ਫਾਰਮਰ ਦੇ ਹੱਕ ਦੇ ਵਿੱਚ ਕੋਈ ਵੀ ਨਹੀਂ ਚੱਜ ਨਾਲ ਭੁਗਤੇ। ਨਹੀਂ ਭੁਗਤਿਆ ਜੀ। ਲੰਬੇ ਸਮੇਂ ਤੋਂ ਫਾਰਮਰ ਇੱਕ ਵਿਕਟਮ ਬਣਿਆ ਹੋਇਆ, ਚਾਹੇ ਉਹ ਤੇ ਕਰਜ਼ਾ ਹੈ, ਚਾਹੇ ਉਹਦੀਆਂ ਜਿਹੜੀਆਂ ਇਨਪੁਟਸ ਦੇਣੇ ਨੇ, ਚਾਹੇ ਉਹ ਜਿਹੜੇ ਪਾਣੀ ਜਾਂ ਹੋਰ ਰਿਸੋਰਸਸ ਨੇ। ਗਵਰਨਮੈਂਟ ਨੇ ਪੂਰਾ ਜ਼ੋਰ ਲਾਇਆ ਹੋਇਆ ਕਿ ਫਾਰਮਰ ਦੀਆਂ ਜਿਹੜੀਆਂ ਸੁਵਿਧਾਵਾਂ ਨੇ, ਫੈਸਿਲਿਟੀਜ਼ ਨੇ, ਉਹਨਾਂ ਦੇ ਉੱਤੇ ਕੋਈ ਗੌਰ ਨਾ ਕੀਤਾ ਜਾਵੇ। ਲੰਬੇ ਸਮੇਂ ਤੋਂ ਪੰਜਾਬ ਦਾ ਫਾਰਮਰ ਹੈ ਜਿਹੜਾ, ਉਹ ਇੱਕ ਗਰੀਬੀ ਵਾਲੀ ਹਾਲਤ ਦੇ ਵਿੱਚ ਗੁਜ਼ਰ ਰਿਹਾ। 1947 ਤੋਂ ਲੈ ਕੇ ਹੁਣ ਤੱਕ ਫਾਰਮਰ ਦੀ ਇਨਕਮ ਹੈ ਜਿਹੜੀ, ਉਹ 21 ਗੁਣਾ ਵਧੀ ਹੈ। ਹਾਂਜੀ। ਜਿਹੜੀ ਪਬਲਿਕ ਸੈਕਟਰ ਦੇ EMPLOYEES ਨੇ, ਉਹਨਾਂ ਦੀ ਇਨਕਮ 180 ਗੁਣਾ ਵਧੀ ਹੈ। ਵਾਓ। ਤੇ ਜਿਹੜੇ ਟੀਚਰਸ ਨੇ, ਉਹਨਾਂ ਦੀ ਇਨਕਮ 200 ਦੇ ਕਰੀਬ ਵਧੀ ਹੈ। ਅੱਛਾ ਜੀ। ਸੋ ਫਾਰਮਰ ਦੀ ਇਨਕਮ ਸਿਰਫ 21 ਗੁਣਾ, EMPLOYEES ਦੀ ਇਨਕਮ 180 ਤੋਂ ਲੈ ਕੇ 200 ਗੁਣਾ। ਹਾਂਜੀ। ਕਿੱਥੇ ਜਸਟੀਫਾਈ ਕਰਦਾ ਕਿ ਫਾਰਮਰ ਸਰਵਾਈਵ ਕਰੇ? ਰਾਈਟ, ਬਿਲਕੁਲ ਜੀ। ਗੱਲ ਇਹ ਹੈ ਕਿ ਜਿਹੜੀ 7000 ਦੇ ਕਰੀਬ APMCs ਨੇ ਇੰਡੀਆ ਦੇ ਵਿੱਚ, ਇਹਨਾਂ ਰਿਫਾਰਮ ਬਿੱਲਾਂ ਦੀ ਐਕਟ ਦੇ ਤਹਿਤ ਉਹ ਖਤਰੇ ਵਿੱਚ ਨੇ। MSP ਖਤਰੇ ਦੇ ਵਿੱਚ ਹੈ, ਤੇ ਜਿਹੜੀਆਂ ਮੰਡੀਆਂ ਨੇ ਉਹ ਖਤਰੇ ਦੇ ਵਿੱਚ ਨੇ, ਆੜ੍ਹਤੀਏ ਵੀ ਖਤਰੇ ਦੇ ਵਿੱਚ ਨੇ, ਤੇ ਜਿਹੜੀ ਫਾਰਮਰ ਦੀ ਲੈਂਡ ਹੈ ਜਾਂ ਫਾਰਮਰ ਦੇ ਕੋਲੇ ਜਿਹੜੇ ਈਵਨ ਜਿਹੜਾ ਕੰਟਰੈਕਟ ਵੀ ਹੈ, ਉਹ ਵੀ ਰਿਟਨ ਹੋਣਾ ਮੈਂਡੇਟਰੀ ਨਹੀਂ ਹੈ। ਜਿਹੜਾ ਫਾਰਮ ਤੋਂ ਬਾਈ ਕਰਨਾ ਫਾਰਮਰ ਤੋਂ, ਉਹ ਵਰਬਲ ਕੰਟਰੈਕਟ ਵੀ ਹੋ ਸਕਦੇ ਨੇ। ਨਾ ਤਾਂ ਫਾਰਮਰ ਕੋਰਟ 'ਚ ਜਾ ਸਕਦਾ, ਨਾ ਉਹ ਆਪਣੀ ਪ੍ਰਾਈਸ ਦੇ ਲਈ ਡਿਫੈਂਡ ਕਰ ਸਕਦਾ। ਬਿਲਕੁਲ। ਇਨਪੁਟ ਦੇ ਉੱਤੇ ਜਿਹੜਾ ਡਿਪੈਂਡ ਕਰਦਾ ਸੀ, ਉਹਦੀ ਡਿਪੈਂਡੈਂਸੀ ਵੀ ਖੋਲੀ, ਉਹਦੀ ਸੇਲ ਵੀ ਖੋਲੀ, ਤੇ ਫਾਰਮਰ ਜਿਹੜਾ ਇਸ ਕਰਕੇ ਵਰੀਡ ਹੈ। ਮੈਂ ਇਹ ਬਿਲੀਵ ਕਰਦਾ ਕਿ ਗਵਰਨਮੈਂਟ ਨੂੰ ਇਹ ਜਿਹੜਾ ਬਿੱਲ ਹੈ, ਇਹਨੂੰ ਵਾਪਸ ਲੈਣਾ ਚਾਹੀਦਾ। ਤੇ ਵਾਪਸ ਲੈਣ ਤੋਂ ਬਾਅਦ ਇੱਕ ਥੋਰੋ ਸਟੱਡੀ ਕਰਨੀ ਚਾਹੀਦੀ ਹੈ ਕਿ ਫਾਰਮਰ ਕੀ ਚਾਹੁੰਦੇ ਨੇ। ਭਾਵੇਂ ਉਹਨੂੰ 6 ਮਹੀਨੇ ਲੱਗ ਜਾਣ, 3 ਮਹੀਨੇ ਲੱਗ ਜਾਣ, ਸਾਲ ਲੱਗ ਜਾਏ, ਪਰ ਸਹੀ ਤਰੀਕੇ ਦੇ ਨਾਲ ਫਾਰਮਰ ਦੀਆਂ ਲੋੜਾਂ ਨੂੰ, ਫਾਰਮਰ ਦਾ ਜਿਹੜਾ ਉਹਦਾ ਹਿੱਤ ਹੈ, ਉਹਨੂੰ ਮੂਹਰੇ ਰੱਖ ਕੇ ਫਾਰਮਰ ਦੀ ਸਪੋਰਟ ਦੇ ਵਿੱਚ, ਜਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਫਾਰਮਰਸ ਨੇ, ਪੰਜਾਬ ਦੇ ਫਾਰਮਰਾਂ ਨੇ, ਹਰਿਆਣੇ ਤੇ ਰਾਜਸਥਾਨ, UP ਦੇ ਫਾਰਮਰਾਂ ਨੇ, ਹੁਣ ਬਾਕੀ ਦੀਆਂ ਸਟੇਟਾਂ ਨੇ ਵੀ ਫਾਰਮਰ ਜਿਹੜੇ ਨੇ ਇਕਮੁੱਠ ਨੇ। ਉਹਨਾਂ ਨੇ ਇਹ ਸ਼ੋਅ ਕੀਤਾ ਕਿ ਭੁੱਖ ਨੰਗ ਦੇ ਵਿੱਚ ਜਦੋਂ ਇੰਡੀਆ ਗੁਜ਼ਰ ਰਿਹਾ ਸੀ, ਤਾਂ ਉਹਨਾਂ ਨੂੰ ਇਹਨਾਂ ਹੀ ਫਾਰਮਰਾਂ ਨੇ 1.5% ਏਰੀਆ ਪੰਜਾਬ ਦਾ, 2.5% ਤੋਂ ਘੱਟ ਪੋਪੂਲੇਸ਼ਨ ਹੈ, ਤੇ 70 ਤੋਂ 80% ਤੱਕ ਫੂਡ ਪ੍ਰੋਡਿਊਸ ਕਰਦੇ ਸੀ। ਇਸ ਅੰਨਦਾਤੇ ਨੂੰ ਇਹਨਾਂ ਦੇ ਹਿੱਤਾਂ ਦਾ ਵੀ ਖਿਆਲ ਰੱਖਣ। ਬਿਲਕੁਲ ਰੱਖਣਾ ਚਾਹੀਦਾ ਜੀ। ਦੇਖੋ, ਜਦੋਂ ਆਪਾਂ 3 ਟਾਈਮ ਦੀ ਰੋਟੀ ਖਾਂਦੇ ਆ ਤੇ ਇਹ ਅੰਦਾਜ਼ਾ ਜ਼ਰੂਰ ਯਾਦ ਆਉਂਦਾ ਜੀ ਸਾਨੂੰ,
ਅੱਜ ਇਸ ਅੰਦਾਜ਼ੇ ਤੇ ਭੀੜ ਪਈ ਆ ਤਾਂ ਆਪਾਂ ਨੂੰ ਇਹਦੇ ਨਾਲ ਖੜਨਾ ਚਾਹੀਦਾ ਔਰ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਇਹੋ ਹੀ ਇੱਕ ਪਿਲਰ ਨੇ ਵੀ ਇਹਦੇ ਨਾਲ ਹੀ ਅਸੀਂ ਸਾਡਾ ਫੂਡ ਜੋ ਵੀ ਆ ਸਭ ਕੁਝ ਸਪਲਾਈ ਅਸੀਂ ਇਹਨਾਂ ਤੋਂ ਹੀ ਲੈਂਦੇ ਆ ਔਰ ਅਸੀਂ ਇਹਨਾਂ ਦਾ ਆਦਰ ਕਰੀਏ ਔਰ ਇਹਨਾਂ ਆਰਡੀਨੈਂਸ ਨੂੰ ਵਾਪਸ ਲਈਏ। ਮੈਂ ਥੋੜਾ ਜਿਹਾ ਆਪਣੇ ਜਿਹੜੇ ਵਰਦੀਪ ਤੇਜਾ ਜੀ ਉਹਨਾਂ ਤੋਂ ਮੈਂ ਕੁਐਸਚਨ ਕਰਨਾ ਚਾਹੁੰਦਾ। ਮੈਨੂੰ ਥੋੜੀ ਉੜਦੀ ਖਬਰ ਮਿਲੀ ਆ ਕਿ ਹੁਣ ਇਹ ਟਰੈਕਟਰ ਤੇ ਟਰਾਲੀਆਂ ਤੇ ਵੀ ਟੋਲ ਟੈਕਸ ਲਾਉਣ ਜਾ ਰਹੇ ਆ। ਹਾਂਜੀ ਵੀਰ ਜੀ, ਇੱਕ ਨਿਊਜ਼ ਆਈ ਆ ਕਿ ਜਿਹੜਾ ਟਰੈਕਟਰ ਤੇ ਟਰਾਲੀ ਆ ਉਹਨੂੰ ਕਮਰਸ਼ੀਅਲ ਵਾਹਨਾਂ ਦੇ ਵਿੱਚ ਇਹਨਾਂ ਨੇ ਲੈ ਆਂਦਾ ਹੈ ਤੇ ਟਰੈਕਟਰ ਔਰ ਟਰਾਲੀ ਦੇ ਵੀ ਟੋਲ ਟੈਕਸ ਲੱਗੇ ਆ। ਇਹ ਨਿਊਜ਼ ਬਿਲਕੁਲ ਸਹੀ ਹੈ ਜੀ। ਉਹਦੇ ਵਿੱਚ ਕੀ ਆ ਕਿ ਇੱਕ ਤਾਂ ਮੈਂ ਪਹਿਲਾਂ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਐਮਐਸਪੀ ਤੇ। ਠੀਕ ਹੈ ਜੀ। ਮੈਨੂੰ ਨਹੀਂ ਲੱਗਦਾ ਕਿ ਜੇ ਐਮਐਸਪੀ ਜਿਹੜੀ ਆ ਉਹ ਇਹ ਜਿੱਦਾਂ ਹੁਣ ਕਹਿ ਰਹੇ ਆ ਕਿ ਅਸੀਂ ਐਮਐਸਪੀ ਜਿਹੜੀ ਆ ਉਹ ਜਾਰੀ ਰੱਖਾਂਗੇ। ਹਾਂਜੀ। ਹੁਣ ਜੇ ਮੈਂ ਇੰਡੀਆ ਦੇ ਮੀਡੀਆ ਨੂੰ ਤੇ ਐਮਐਸਪੀ ਨੂੰ ਲੈ ਕੇ ਨਾਲ ਜਿਹੜੀ ਗੱਲ ਕਰਾਂਗਾ ਥੋੜੀ ਜੀ। ਹਾਂਜੀ। ਇਹਨਾਂ ਨੇ ਇੰਨੇ ਪੇਜਾਂ ਦਾ ਇੰਨਾ ਵੱਡਾ ਜਿਹੜਾ ਕਾਨੂੰਨ ਬਣਾ ਦਿੱਤਾ ਆ। ਹਾਂਜੀ। ਪਰ ਉਹਦੇ ਵਿੱਚ ਕਿਤੇ ਵੀ 2 ਅੱਖਰ ਨਹੀਂ ਪਾਏ ਕਿ ਐਮਐਸਪੀ ਜਿਹੜੀ ਆ ਉਹ ਕਿੰਨੀ ਹੋਏਗੀ, ਸਟਾਰਟਿੰਗ ਐਮਐਸਪੀ ਕਿੰਨੀ ਹੋਏਗੀ। ਪਰ ਉਹ ਕਿਤੇ ਨਹੀਂ ਲਿਖਿਆ ਜਾਂ ਐਮਐਸਪੀ ਜਾਰੀ ਰਹੇਗੀ। ਹਾਂਜੀ। ਜੇ ਏਡਾ ਵੱਡੇ ਕੋਈ 24-25 ਪੇਜ ਦਾ ਕੋਈ ਕਾਨੂੰਨ ਬਣ ਸਕਦਾ ਆ ਤੇ 4 ਅੱਖਰ ਇਹ ਵੀ ਉਹਦੇ ਵਿੱਚ ਪੈ ਸਕਦੇ ਸੀਗੇ ਐਮਐਸਪੀ ਜਿਹੜੀ ਆ ਉਹ ਜਾਰੀ ਰਹੇਗੀ, ਪਰ ਰਿਟਨ ਦੇ ਵਿੱਚ ਨਹੀਂ ਹੈਗਾ। ਬਿਲਕੁਲ। ਜੇ ਮੀਡੀਆ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਵੇ, ਪਹਿਲਾਂ ਤਾਂ ਮੈਂ ਉਹਨਾਂ ਕੁਝ ਜਿਹੜੇ ਹੈਗੇ ਆ ਜਿੱਦਾਂ ਬਿਲਕੁਲ ਆਜ਼ਾਦ ਸੋਚ ਵਾਲੇ ਪੱਤਰਕਾਰ ਆ ਜਿਵੇਂ ਰਵੀਸ਼ ਕੁਮਾਰ ਜੀ ਆ, ਉਹ ਬਹੁਤ ਵਧੀਆ ਰੋਲ ਅਦਾ ਕਰ ਰਹੇ ਆ। ਕੁਛ ਪੰਜਾਬੀ ਨਿਊਜ਼ ਚੈਨਲ ਆ ਜਿਹੜੇ ਬਹੁਤ ਵਧੀਆ ਰੋਲ ਅਦਾ ਕਰ ਰਹੇ ਆ, ਜਾਂ ਹਿੰਦੀ ਨਿਊਜ਼ ਚੈਨਲ ਆ ਜਿਹੜੇ ਬਿਲਕੁਲ ਵਧੀਆ ਰੋਲ ਅਦਾ ਕਰ ਰਹੇ ਆ। ਪਰ ਜਿਹੜਾ ਸਾਡਾ ਇੰਡੀਆ ਦਾ ਸੈਂਟਰ ਦਾ ਜਿਹੜਾ ਵੱਡਾ ਮੀਡੀਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਪੈਰ ਪਸਾਰ ਚੁੱਕਾ ਆ, ਜਿਵੇਂ ਆਜ ਤੱਕ ਹੋ ਗਿਆ, ਮੈਂ ਨਾਂ ਲੈਣ ਤੋਂ ਵੀ ਸਕੋਚ ਨਹੀਂ ਕਰੂੰਗਾ, ਜੀ ਨਿਊਜ਼ ਆ, ਆਜ ਤੱਕ ਆ, ਜਿਹੜੇ ਇਸ ਹਾਣ ਦੇ ਨਿਊਜ਼ ਚੈਨਲ ਵਗੈਰਾ ਆ ਜਿਨ੍ਹਾਂ ਦੇ ਇਸ ਵਕਤ ਪੈਰ ਪੂਰੇ ਜੰਮ ਚੁੱਕੇ ਆ, ਹਾਂਜੀ, ਉਹਨਾਂ ਨੇ ਕਦੇ ਵੀ ਇਹ ਨਿਊਜ਼ ਜਿਹੜੀ ਆ ਨਹੀਂ ਨਸ਼ਰ ਕੀਤੀ ਕਿ ਐਮਐਸਪੀ ਜਿਹੜੀ ਆ, ਜੇ ਮੰਨ ਲਓ ਕਿ ਜੇ ਇਹ ਆਪਣਾ ਇੱਕ ਰੋਲ ਜ਼ਿੰਮੇਵਾਰੀ ਵਾਲਾ ਰੋਲ ਅਦਾ ਕਰਨ ਤੇ ਸਰਕਾਰ ਦੇ ਕੰਨਾਂ ਤੇ ਜੂੰ ਸਰਕ ਸਕਦੀ ਆ। ਮੰਨ ਲਓ ਕਿ ਐਮਐਸਪੀ ਜਿਹੜੀ ਆ ਉਹ ਰਿਟਨ ਦੇ ਵਿੱਚ ਕਰ ਦਿੰਦੇ ਆ ਕਿ ਐਮਐਸਪੀ ਜਿਹੜੀ ਇੰਨੀ ਹੋਏਗੀ ਤੁਹਾਡੀ, ਜਾਂ ਤਾਂ ਕਹਿ ਲਓ ਕਿ ਕਣਕ ਤੇ ਐਮਐਸਪੀ ਮੰਨ ਲਓ ਕਿ ਅਸੀਂ 2500 ਰੁਪਇਆ ਲੈ ਕੇ ਚੱਲਦੇ ਹਾਂ, 2500 ਨੂੰ ਕੁਇੰਟਲ। ਹਾਂਜੀ। ਉੱਥੇ ਇਹਨਾਂ ਨੇ ਇੱਕ ਇਹ ਚੀਜ਼ ਕਰ ਦਿੱਤੀ ਆ ਕਿ ਕਿਸਾਨ ਜਿਹੜਾ ਆ ਉਹ ਆਪਣੀ ਜਿਹੜੀ ਫਸਲ ਆ ਉਹ ਦੂਜੀ ਸਟੇਟ ਦੇ ਵਿੱਚ ਜਾ ਕੇ ਵੀ ਵੇਚ ਸਕਦਾ ਆ। ਹਾਂਜੀ। ਜਿਹੜਾ ਕਿਸਾਨ ਮੰਡੀ ਦੇ ਵਿੱਚ ਜਾ ਕੇ ਆਪਣੀ ਫਸਲ ਵੇਚੇਗਾ ਉਹਦੇ ਤੇ 8% ਟੈਕਸ ਆ। ਹਾਂਜੀ। ਜੇ ਉਹ ਫਸਲ ਬਾਹਰ ਵੇਚਦਾ ਆ ਉਹਦੇ ਤੇ 1% ਆ। ਹਾਂਜੀ। ਤੇ ਸਿੱਧੇ ਜਿਹੇ ਸ਼ਬਦਾਂ ਦੇ ਵਿੱਚ ਮੈਂ ਕਹੂੰਗਾ ਕਿ ਛੁਰੀ ਖਰਬੂਜੇ ਤੇ ਡਿੱਗੇ ਜਾਂ ਖਰਬੂਜਾ ਛੁਰੀ ਤੇ ਡਿੱਗੇ, ਕੱਟਿਆ ਖਰਬੂਜਾ ਹੀ ਜਾਣਾ, ਖਰਬੂਜੇ ਨੇ ਜਾਣਾ ਜੀ। ਹੁਣ ਜੇ ਕਿਸਾਨ ਜਿਹੜਾ ਆ ਉਹ ਮੰਡੀ ਦੇ ਵਿੱਚ ਜਾਂਦਾ ਆ, ਹਾਂਜੀ, ਮੰਡੀ ਦੇ ਵਿੱਚ ਜਾਂਦਾ ਆ ਤੇ ਉਹਦੀ ਜਿਹੜੀ ਫਸਲ ਤੇ 8% ਟੈਕਸ ਲੱਗ ਜਾਂਦਾ ਆ। ਹਾਂਜੀ। ਪਰ ਮੈਨੂੰ ਨਹੀਂ ਲੱਗਦਾ ਕਿ ਉਹਦੀ ਮੰਡੀ ਦੇ ਵਿੱਚੋਂ ਜਿਹੜੀ ਫਸਲ ਆ ਉਹ ਚੁੱਕੀ ਜਾਊਗੀ, ਕਿਉਂਕਿ ਜਿਹੜਾ ਇਹਨਾਂ ਨੇ ਸਟੋਰੇਜ ਕਾਨੂੰਨ ਜਿਹੜਾ ਸਟੋਰੇਜ ਵਾਸਤੇ ਹੁਣ ਬਣਾਇਆ ਆ, ਹਾਂਜੀ, ਉਹਦੇ ਵਿੱਚ ਇੱਕ ਚੀਜ਼ ਬਹੁਤ ਵੱਡੀ ਹੈਗੀ ਆ ਕਿ ਕਾਨੂੰਨ ਸਤੰਬਰ ਦੇ ਵਿੱਚ ਪਾਸ ਹੋ ਰਿਹਾ ਆ। ਹਾਂਜੀ। ਪਰ ਜਿਹੜੇ ਅਡਾਨੀਆਂ ਬਾਨੀਆਂ ਦੇ ਗਡਾਊਨ ਆ ਉਹ 1-1.5 ਸਾਲ ਪਹਿਲਾਂ ਤੋਂ ਬਣਨੇ ਸ਼ੁਰੂ ਹੋ ਗਏ ਜਾਂ ਬਣ ਚੁੱਕੇ ਆ। ਰਾਈਟ। ਪਰ ਮੀਡੀਆ ਨੇ ਕਿਤੇ ਨਾ ਕਿਤੇ ਇੱਥੇ ਪੈਸੇ ਲੈ ਕੇ ਚੁੱਪ ਰਹਿਣਾ ਬਿਹਤਰ ਸਮਝਿਆ। ਕਿਤੇ ਵੀ ਇਹ ਨਿਊਜ਼ ਨਸ਼ਰ ਨਹੀਂ ਕੀਤੀ ਗਈ ਕਿ ਜੇ ਕਾਨੂੰਨ ਪਾਸ ਸਤੰਬਰ 'ਚ ਹੋ ਰਹੇ ਆ ਤੇ ਅਡਾਨੀਆਂ ਬਾਨੀਆਂ ਦੇ ਗਡਾਊਨ ਜਿਹੜੇ ਆ ਉਹ 1-1.5 ਸਾਲ ਪਹਿਲਾਂ ਕਿਵੇਂ ਬਣ ਗਏ ਇਸ ਚੀਜ਼ ਨੂੰ। ਰਾਈਟ। ਜੇ ਮੀਡੀਆ ਇਹ ਜ਼ਿੰਮੇਵਾਰੀ ਸਮਝ ਸਕਦਾ ਹੁੰਦਾ ਤੇ ਅੱਜ ਇਹ ਜਿਹੜੇ ਹਾਲਾਤ ਪੈਦਾ ਨਾ ਹੁੰਦੇ। ਬਿਲਕੁਲ ਜੀ, ਬਿਲਕੁਲ। ਤੇ ਜੇ ਹੁਣ ਕਿਸਾਨ ਜਿਵੇਂ ਵਿੱਚ ਜ਼ਿਆਦਾਤਰ ਕਿਸਾਨੀ ਜਿਹੜੀ ਉਹ ਹੈਗੀ ਆ 2 ਏਕੜ 4 ਏਕੜ 5 10 ਜਾਂ 15 ਏਕੜ ਇਸ ਤਰ੍ਹਾਂ ਆ, ਬਹੁਤ ਖੁੱਲੀ ਜਿਨ੍ਹਾਂ ਦੇ ਕੋਲ ਜ਼ਮੀਨ ਆ ਉਹ ਬਹੁਤ ਘੱਟ ਨੇ। ਜੇ ਹੁਣ ਇੱਕ ਚੀਜ਼ ਇੱਥੇ ਮੈਂ ਹੋਰ ਦੱਸਣੀ ਚਾਹੂੰਗਾ ਕਿ ਇਹਨਾਂ ਨੇ ਕਹਿ ਦਿੱਤਾ ਜੀ, ਜਿਹੜਾ ਹੈਗਾ ਆ ਨਰਿੰਦਰ ਮੋਦੀ ਨੇ ਕਿਹਾ ਆ ਕਿ
ਜਾਂ ਖੇਤੀਬਾੜੀ ਜਿਹੜੇ ਇਹਨਾਂ ਦੇ ਕਾਨੂੰਨ ਮੰਤਰੀ ਹੈਗੇ ਉਹਨੂੰ ਨਰਿੰਦਰ ਤੋਮਰ ਨੇ, ਉਹਨਾਂ ਨੇ ਕਿਹਾ ਆ ਕਿ ਕਿਸਾਨ ਜਿਹੜਾ ਆਪਣੀ ਫਸਲ ਜਿਹੜਾ ਦੂਜੀ ਸਟੇਟ ਦੇ ਵਿੱਚ ਵੇਚ ਸਕਦਾ ਹੈ। ਹਾਂਜੀ। ਪਰ ਮਨੋਹਰ ਲਾਲ ਖੱਟੜ ਜੋ ਹਰਿਆਣਾ ਦੇ ਮੁੱਖ ਮੰਤਰੀ ਨੇ, ਹਾਂਜੀ। ਉਹ ਆਪਣੀ ਸਟੇਟਮੈਂਟ ਦੇ ਵਿੱਚ ਕਹਿ ਰਹੇ, ਉਹਨਾਂ ਨੇ ਇੱਕ ਟਵੀਟ ਕੀਤਾ ਕਿ ਕੋਈ ਬਾਹਰ ਦਾ ਕਿਸਾਨ ਜਿਹੜਾ ਆ ਉਹ ਹਰਿਆਣਾ ਦੇ ਵਿੱਚ ਆਣ ਕੇ ਆਪਣੀ ਫਸਲ ਨਹੀਂ ਵੇਚ ਸਕਦਾ, ਅਸੀਂ ਇੱਥੇ ਨਹੀਂ ਵੇਚਣ ਦੇਵਾਂਗੇ। ਉਹ ਅੱਛਾ ਜੀ। ਹੁਣ ਜੇ ਇਸ ਚੀਜ਼ ਨੂੰ ਵੇਖਿਆ ਜਾਏ ਤੇ ਭਾਜਪਾ ਦੇ ਨੇਤਾ ਜਿਹੜੇ ਆ ਉਹ ਰਾਜਨੀਤਿਕ ਜਿਹੜੇ ਲੋਕ ਆ ਉਹ ਪਹਿਲਾਂ ਆਪਸ ਵਿੱਚ ਹੀ ਸਲਾਹ ਕਰ ਲਿਆ ਕਰਨ ਥੋੜਾ ਜਿਹਾ ਕਿ ਅਸੀਂ ਕੀ ਕਹਿਣਾ ਆ ਕੀ ਨਹੀਂ ਕਹਿਣਾ, ਕੀ ਨਹੀਂ ਕਰਨਾ ਯਾਰ। ਹੁਣ ਜੇ ਇਸ ਚੀਜ਼ ਨੂੰ ਮੀਡੀਆ ਨਸ਼ਰ ਕਰਦਾ ਕਿ ਹਰਿਆਣਾ ਦੇ ਮੁੱਖ ਮੰਤਰੀ ਕੁਛ ਕਹਿ ਰਹੇ ਆ ਪਰ ਖੇਤੀਬਾੜੀ ਮੰਤਰੀ ਕੁਛ ਕਹਿ ਰਹੇ ਆ ਸੈਂਟਰ ਦੇ, ਇਹਨਾਂ ਦੀ ਆਪਸ ਵਿੱਚ ਹੀ ਨਹੀਂ ਬਣਦੀ। ਨਹੀਂ। ਸੋ ਇਹਨਾਂ ਚੀਜ਼ਾਂ ਤੋਂ ਲੱਗਦਾ ਹੈ ਕਿ ਜੇ ਹੁਣ ਕਿਸਾਨ ਜਿਹੜੀ ਆਪਣੀ ਫਸਲ ਲੈ ਕੇ ਜੇ ਮੰਨ ਲਓ ਕਿ ਕੋਈ 200-300 ਕਿਲੋਮੀਟਰ ਦੂਰ ਜਾਂਦਾ ਆ, ਹਾਂਜੀ, ਕੱਟਿਆ ਫੇਰ ਖਰਬੂਜਾ ਹੀ ਜਾਣਾ ਆ। ਪਹਿਲਾਂ ਤੇ ਜੇ ਟੋਲ ਟੈਕਸ ਲੱਗ ਗਿਆ ਟਰੈਕਟਰ ਟਰਾਲੀ ਤੇ, ਹਾਂਜੀ, ਉਹਦੇ ਆਉਣ ਜਾਣ ਦਾ ਖਰਚਾ, ਬਿਲਕੁਲ, ਉਹਦੇ ਟੋਲ ਟੈਕਸ ਦਾ ਖਰਚਾ ਕੌਣ ਅਦਾ ਕਰੂਗਾ? ਉਹ ਕਿਸਾਨ ਦੀ ਜੇਬ ਚੋਂ ਜਾਣਾ ਆ। ਵਾਧੂ ਕਿਸਾਨ ਤੇ ਭਾਰ ਪੈ ਗਿਆ ਇੱਕ। ਪਰ ਮੀਡੀਆ ਨੇ ਇਸ ਚੀਜ਼ ਨੂੰ ਕਿਤੇ ਵੀ ਪਰਪੱਕਤਾ ਦੇ ਨਾਲ ਜਿਹੜਾ ਵਾ ਉਹ ਇਹਨੂੰ ਨਿਊਜ਼ ਨੂੰ ਨਸ਼ਰ ਨਹੀਂ ਕੀਤਾ ਕਿਤੇ। ਧੰਨਵਾਦ ਆ ਉਹਨਾਂ ਕੁਛ ਪ੍ਰਿੰਟ ਮੀਡੀਆ, ਕੁਝ ਜਿਹੜੇ ਨਿਊਜ਼ ਪੇਪਰ ਨੇ ਜਾਂ ਨਿਊਜ਼ ਚੈਨਲ ਨੇ ਜਿਹੜੇ ਇਸ ਚੀਜ਼ ਨੂੰ ਨਸ਼ਰ ਕਰ ਰਹੇ ਆ ਹੌਲੀ ਹੌਲੀ। ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਇੱਥੇ ਦੱਸਣੀ ਚਾਹੁੰਦਾ ਆ ਕਿ ਸ਼ਾਇਦ ਆਪ ਜੀ ਨੂੰ ਪਤਾ ਲੱਗਾ ਹੋਵੇਗਾ ਕਿ ਇਸ ਕਿਸਾਨੀ ਸੰਘਰਸ਼ ਦੇ ਦੌਰਾਨ ਗੁਜਰਾਤ ਤੋਂ ਇੱਕ, ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ ਆ, ਕਾਫੀ ਯਾਦ ਸੀ, ਹੁਣ ਤੱਕ ਮੈਂ ਯਾਦ ਕਰ ਰਿਹਾ ਸੀ ਉਸ ਨਾਮ ਨੂੰ। ਇੱਕ ਸ਼ਖਸ ਜਿਹੜੇ ਆ ਉਹ 1200 ਕਰੋੜ ਰੁਪਈਆ ਲੈ ਕੇ ਭੱਜ ਗਿਆ ਆ। ਹਾਂਜੀ, ਕਿਸਾਨੀ ਸੰਘਰਸ਼ ਦੇ ਦੌਰਾਨ। ਅੱਛਾ ਜੀ। ਪਰ ਉਹਦੀ ਕਿਸੇ ਵੀ ਮੀਡੀਆ ਨੇ ਨਿਊਜ਼ ਜਿਹੜੀ ਆ ਉਹ ਨਸ਼ਰ ਨਹੀਂ ਕੀਤੀ। ਉਹ ਆਨਲਾਈਨ ਨਿਊਜ਼ ਆਈ ਆ, ਜਿਹੜੇ ਆਨਲਾਈਨ ਨਿਊਜ਼ਪੇਪਰ ਕੁਝ ਚੱਲ ਰਹੇ ਆ, ਅੱਛਾ ਜੀ, ਉਹਦੇ ਤੇ ਨਿਊਜ਼ ਆਈ ਆ। ਹੁਣ ਠੀਕ ਜੇ ਹੈ ਜੀ। ਮੀਡੀਆ ਇਸ ਚੀਜ਼ ਨੂੰ ਰੋਲ ਨੂੰ ਆਪਣੇ ਨੂੰ ਸਮਝਦਾ ਹੈ, ਇਸ ਚੀਜ਼ ਨੂੰ ਵੀ ਨਸ਼ਰ ਕਰਦਾ, ਤੇ ਇੱਕ ਚੀਜ਼ ਕਿ ਜਿਹੜੇ ਪਹਿਲਾਂ ਵੀ ਜਾ ਚੁੱਕੇ ਆ ਉਹਦੇ ਤੇ ਵੀ ਮੀਡੀਆ ਨੇ ਜਿਹੜਾ ਆ ਹੋਰ ਦੀਆਂ ਹੋਰ ਹੀ ਖਬਰਾਂ ਜਿਹੜੀਆਂ ਆ ਜਾਂ ਝੂਠ ਫੈਲਾਉਣਾ ਸ਼ੁਰੂ ਕਰ ਦਿੱਤਾ। ਤੇ ਉਹ ਚੀਜ਼ਾਂ ਜਿਹੜੀਆਂ ਪਹਿਲਾਂ ਜਿਹੜੇ ਭੱਜੇ ਆ, ਜਿਵੇਂ ਵਿਜੇ ਮਾਲਿਆ ਆ, ਨੀਰਵ ਮੋਦੀ ਆ, ਹਾਂਜੀ, ਇੰਨੇ ਕਰੋੜ ਰੁਪਈਆ ਲੈ ਕੇ ਇੰਡੀਆ ਦਾ ਰਫੂ ਚੱਕਰ ਹੋ ਗਏ। ਜੇ ਉਹਨਾਂ ਨੂੰ ਪਰਪੱਕਤਾ ਦੇ ਨਾਲ ਨਸ਼ਰ ਕਰਦਾ ਤੇ ਹੋ ਸਕਦਾ ਹੈ ਅੱਗੇ ਤੋਂ ਜਿਹੜੀ ਆ ਉਹ ਸਰਕਾਰ ਦੇ ਕੰਨਾਂ ਤੇ ਜੂ ਸਰਕ ਜਾਂਦੀ ਤੇ ਉਹ ਜਿਹੜਾ ਆ ਇਸ ਚੀਜ਼ ਨੂੰ ਹਲਕੇ ਚ ਨਾ ਲੈਂਦੀ ਤੇ ਇੰਡੀਆ ਦਾ ਹੋਰ ਪੈਸਾ ਬਚ ਸਕਦਾ ਸੀ। ਹੁਣ ਜਿਹੜੀ ਮੀਡੀਆ ਦੀ ਇੱਕ ਮੈਂ ਵੇਖ ਰਿਹਾ ਕਿ ਕਿਸਾਨੀ ਸੰਘਰਸ਼ ਨੂੰ ਜਿਹੜਾ ਆ ਮੀਡੀਆ ਉਹ ਇੱਕ ਵੱਖਰਾ ਰੂਪ ਦੇਣ ਤੇ ਤੁਲਿਆ ਹੋਇਆ ਆ। ਖਾਸ ਕਰਕੇ ਜਿਹੜੇ ਸੈਂਟਰ ਦੇ ਨਿਊਜ਼ ਚੈਨਲ ਆ ਕਿ ਇਹ ਜੀ ਅੱਤਵਾਦੀ ਆਣ ਕੇ ਬੈਠ ਗਏ ਆ, ਟੈਰੋਰਿਸਟ ਆਣ ਕੇ ਬੈਠ ਗਏ ਆ। ਤੇ ਮੈਂ ਇੱਕ ਚੀਜ਼ ਆਪ ਜੀ ਦੇ ਮਾਧਿਅਮ ਦੇ ਰਾਹੀਂ ਪੁੱਛਣਾ ਚਾਹੁੰਦਾ ਆ, ਹਾਂਜੀ, ਉਹ ਸਿੱਖਾਂ ਨੂੰ ਜ਼ਿਆਦਾ ਟਾਰਗੇਟ ਕਰਦੇ ਆ ਇੱਥੇ ਕਿ ਟੈਰੋਰਿਸਟ ਨੇ ਜਾਂ ਭਟਕੇ ਹੋਏ ਨੇ। ਹਾਂਜੀ, ਜਦੋਂ ਤੇ ਕਿਸਾਨ ਦਾ ਪੁੱਤਰ ਜਿਹੜਾ ਆ, ਸਾਡੇ ਭੈਣ ਭਰਾ ਬਾਰਡਰ ਤੇ ਲੜਦੇ ਆ, ਉੱਥੇ ਸ਼ਹੀਦੀ ਪ੍ਰਾਪਤ ਕਰਦੇ ਆ ਤੇ ਅਸੀਂ ਦਲੇਰ ਆ। ਹਾਂਜੀ, ਜਦੋਂ ਕਿਤੇ ਕੇਦਾਰਨਾਥ ਹੜ੍ਹ ਆ ਜਾਂਦੇ ਆ ਜਾਂ ਕਿਤੇ ਹੋਰ ਕੇਰਲਾ ਦੇ ਵਿੱਚ ਹੜ੍ਹ ਹੁੰਦੇ ਆ ਤੇ ਸਿੱਖ ਜਿਹੜੇ ਆ ਉੱਥੇ ਉਹ ਆਪਣਾ ਲੰਗਰ ਪਾਣੀ ਲੈ ਕੇ ਪਹੁੰਚ ਜਾਂਦੇ ਆ ਸੇਵਾ 'ਚ, ਉਦੋਂ ਅਸੀਂ ਦਾਨੀ ਆ। ਹਾਂਜੀ, ਪਰ ਉਸੇ ਹੀ ਬਾਰਡਰ ਤੇ ਸ਼ਹੀਦ ਹੋਣ ਵਾਲੇ ਕਿਸਾਨ ਦਾ ਜਿਹੜਾ ਬਾਪ ਆ ਉਹ ਆਪਣੇ ਹੱਕ ਲੈਣ ਲਈ ਜੇ ਦਿੱਲੀ ਦੇ ਵਿੱਚ ਆ ਕੇ ਬੈਠਾ ਤੇ ਉਹ ਟੈਰੋਰਿਸਟ ਕਿਵੇਂ ਆ? ਬਿਲਕੁਲ ਸਹੀ ਗੱਲ ਹੈ ਜੀ। ਇਹ ਜਿਹੜੀਆਂ ਚੀਜ਼ਾਂ ਨੇ ਇਹ ਮੀਡੀਆ ਨੂੰ, ਜੇ ਇਹ ਮੀਡੀਆ ਇਸੇ ਤਰ੍ਹਾਂ ਹੀ ਰੋਲ ਆਪਣਾ ਅਦਾ ਕਰਦਾ ਰਿਹਾ ਤੇ ਇੰਡੀਆ ਜਿਹੜਾ ਵਾ, ਭਾਰਤ ਆ, ਇਹ ਇੱਕ ਬਹੁਤ ਵੱਡੇ ਹਨੇਰੇ ਦੇ ਵਿੱਚ, ਬਹੁਤ ਵੱਡੇ ਖੱਡੇ ਦੇ ਵਿੱਚ ਜਾ ਪੈਣਾ ਹੈ। ਜਾ ਰਿਹਾ ਜੀ, ਬਿਲਕੁਲ ਜਾ ਰਿਹਾ ਜੀ, ਬਿਲਕੁਲ ਜਾ ਰਿਹਾ ਔਰ ਜਾਵੇਗਾ। ਹਾਂਜੀ, ਹੁਣ ਇਹਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਹਾਂ ਕਿ ਜਿਹੜਾ ਦਬਾਅ ਹੁੰਦਾ ਹੈ ਮੀਡੀਆ ਤੇ, ਚਾਹੇ ਉਹ ਡਰ ਦਾ ਦਬਾਅ ਹੈ, ਚਾਹੇ ਉਹ ਪੈਸੇ ਦਾ ਦਬਾਅ ਹੈ, ਹਾਂਜੀ, ਉਹ ਕਿਤੇ ਨਾ ਕਿਤੇ ਮੀਡੀਆ ਨੂੰ ਜਿਹੜਾ ਆ ਉਹ ਸਹੀ ਨਿਊਜ਼ ਨਸ਼ਰ ਨਹੀਂ ਕਰਨ ਦਿੰਦਾ। ਜੇ ਹੁਣ ਕਿਸਾਨੀ ਮੰਗਾਂ ਨੂੰ ਲੈ ਕੇ, ਕਿਸਾਨਾਂ ਦੇ ਹੱਕ ਨੂੰ ਲੈ ਕੇ, ਕਿਉਂਕਿ ਹੁਣ ਜਿਹੜਾ ਮੀਡੀਆ ਦੇ ਵਿੱਚ ਕੰਮ ਕਰ ਰਹੇ ਆ ਐਂਕਰ, ਉਹ ਵੀ ਕਿਸਾਨ ਦਾ ਪੈਦਾ ਕੀਤਾ ਹੋਇਆ ਅੰਨ ਖਾ ਰਹੇ ਆ। ਬਿਲਕੁਲ। ਤੇ ਜੇ ਮੀਡੀਆ ਇਸ ਕਿਸਾਨੀ ਸੰਘਰਸ਼ ਨੂੰ ਬਿਲਕੁਲ ਸਹੀ ਦਿਸ਼ਾ ਉਹਨੂੰ ਦੇਵੇ
ਹਾਂਜੀ ਇਹੋ ਜਿਹੀਆਂ ਜਿਹੜੀਆਂ ਬੇਫਜ਼ੂਲ ਦੀਆਂ ਗੱਲਾਂ ਨੇ ਉਹ ਨਾ ਕਰੇ, ਉਹਨੂੰ ਸਹੀ ਦਿਸ਼ਾ ਦੇਵੇ। ਤੇ ਇਹ ਕਿਸਾਨੀ ਸੰਘਰਸ਼ ਜਿਹੜਾ ਇੰਨੀਆਂ ਇੱਥੇ ਜਿਹੜੀਆਂ ਸ਼ਹਾਦਤਾਂ ਹੋ ਗਈਆਂ ਉਹ ਨਾ ਹੁੰਦੀਆਂ। ਬਿਲਕੁਲ ਇੰਨਾ ਲੰਮਾ ਸੰਘਰਸ਼ ਨਹੀਂ ਸੀ ਚੱਲਣਾ ਇਹ ਵਾਲਾ, ਜੇ ਇੰਡੀਆ ਦੇ ਚੌਥੇ ਸਤੰਭ ਨੇ ਸਰਕਾਰ ਦੀਆਂ ਅੱਖਾਂ ਖੋਲੀਆਂ ਹੁੰਦੀਆਂ ਤਾਂ। ਬਿਲਕੁਲ ਹੁਣ ਸਹੀ ਸਭ ਗੱਲ ਹੈ ਤੋਂ ਜੀ। ਵੱਡੀ ਜਿਹੜੀ ਹੁੰਦੀ ਆ ਕਿ ਪਬਲਿਕ ਦੇ ਵਿੱਚ ਅਵੇਅਰਨੈਸ ਲਿਆਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਮੀਡੀਆ ਕਰਦਾ ਆ। ਹਾਂਜੀ ਕੋਈ ਵੀ ਗੱਲ ਆ ਉਹਨੂੰ ਲੋਕਾਂ ਦੇ ਤੱਕ ਕਿਵੇਂ ਪਹੁੰਚਾਉਣੀ ਆ ਔਰ ਸਾਫ਼ ਸੁਥਰੀ ਕਿਵੇਂ ਪਹੁੰਚਾਉਣੀ ਹੈ, ਮੀਡੀਆ ਦੇ ਹੱਥ ਵਿੱਚ ਹੈ। ਬਿਲਕੁਲ ਜੀ ਬਿਲਕੁਲ। ਨਿਊਜ਼ ਚੈਨਲ ਅੱਜ ਕੱਲ੍ਹ ਘਰ ਘਰ ਵੇਖੇ ਜਾ ਰਹੇ ਆ, ਨਿਊਜ਼ ਪੇਪਰ ਜਾ ਰਹੇ ਆ, ਪਰ ਕਿਤੇ ਨਾ ਕਿਤੇ ਮੈਂ ਵੇਖ ਰਿਹਾ ਆ ਕਿ ਪੰਜਾਬ ਦੀਆਂ ਜਿਹੜੀਆਂ ਅਖਬਾਰਾਂ ਆ, ਸਿਰ ਕੱਢ ਅਖਬਾਰਾਂ ਆ, ਉਹਨਾਂ ਨੇ ਵੀ ਜਿਹੜੀਆਂ ਆਪਣੇ ਆਪ ਨੂੰ ਮਾਂ ਬੋਲੀ ਦਾ ਦਰਜਾ ਦਿੰਦੀਆਂ ਨੇ, ਜਾਂ ਜੀ ਅਸੀਂ ਮਾਂ ਬੋਲੀ ਦੇ ਹੱਕ 'ਚ, ਅਸੀਂ ਕਿਸਾਨਾਂ ਦੇ ਹੱਕ 'ਚ, ਉਹਨਾਂ ਨੇ ਵੀ ਕਿਤੇ ਨਾ ਕਿਤੇ ਪੈਸੇ ਲੈ ਕੇ ਤੇ ਇੱਕ ਇਸ਼ਤਿਹਾਰ ਦਾ ਮੈਂ ਜ਼ਿਕਰ ਕਰਾਂਗਾ ਕਿ ਪੰਜਾਬ ਦੇ ਇੱਕ ਸਿਰ ਕੱਢ ਪੰਜਾਬੀ ਅਖਬਾਰ ਦੇ ਵਿੱਚ ਇਸ਼ਤਿਹਾਰ ਛਪਿਆ ਆ ਕਿ ਜੇ ਸੈਂਟਰ ਸਰਕਾਰ ਜਿਹੜੀ ਆ ਉਹ MSP ਕਰਨ ਲਈ ਤਿਆਰ, MSP ਜਿਹੜੀ ਆ ਉਹਨੂੰ ਰਿਟਨ ਦੇ ਵਿੱਚ ਉਹਦੀ ਸੋਧ ਕਰਨ ਲਈ ਤਿਆਰ ਹੈ ਜਾਂ ਹੋਰ ਸੋਧਾਂ ਕਰਨ ਲਈ ਤਿਆਰ ਆ, ਤੇ ਫਿਰ ਕਿਸਾਨੀ ਸੰਘਰਸ਼ ਕਿਉਂ? ਇਹਦਾ ਹੁਣ ਮੈਸੇਜ ਵੇਖੋ ਕੀ ਜਾ ਰਿਹਾ ਆ ਕਿ ਕਿਸਾਨ ਬਿਨਾਂ ਵਜ੍ਹਾ ਜਿਹੜੇ ਆ ਉਹ ਉੱਥੇ ਦਿੱਲੀ ਦੇ ਵਿੱਚ ਬੈਠੇ ਹੋਏ ਆ। ਬਿਲਕੁਲ ਇਹ ਇੱਕ ਬਹੁਤ ਹੀ ਸ਼ਰਮਨਾਕ ਕਾਰਾ ਜਿਹੜਾ ਮੀਡੀਆ ਕਰ ਰਿਹਾ ਆ। ਹੁਣ ਮੀਡੀਆ ਜਦੋਂ ਕੋਈ ਆ ਜਾਂਦਾ ਆ ਕਿ ਮੰਨ ਲਓ ਕਿ ਜਿਵੇਂ ਪਿੱਛੇ ਜੇ ਨੀਰਵ ਮੋਦੀ ਜਾਂ ਵਿਜੇ ਮਾਲੀਆ ਪੈਸੇ ਲੈ ਕੇ ਭੱਜ ਗਏ ਤੇ ਮੀਡੀਆ ਨੇ ਹੋਰ ਖਬਰਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਪਾਸੇ ਗੱਲ ਆਇਆ ਕਿਸੇ ਮਸਲੇ ਤੇ ਖਬਰ ਚੁੱਕ ਲਈ ਕੋਈ, ਕਦੀ ਕਿਸੇ ਤੇ, ਜਾਂ ਹੋਰ ਨਹੀਂ ਕੁਛ ਤਾਂ ਜਿਹੜਾ ਹੈਗਾ ਬਾਲੀਵੁੱਡ ਆ ਉਹਦੇ ਵਿੱਚੋਂ ਕੁਛ ਐਕਟਰਸ ਜਾਂ ਐਕਟਰਾਂ ਦੇ ਖਬਰਾਂ ਚੁੱਕ ਲੈਂਦੇ ਆ। ਹਾਂਜੀ ਕੋਈ ਉਹਦੇ ਤੇ ਡਿਬੇਟ ਰੱਖ ਲੈਂਦੇ ਆ। ਹਾਂਜੀ ਔਰ ਮੈਂ ਇੱਥੋਂ ਤੱਕ ਇੱਕ ਚੀਜ਼ ਮਹਿਸੂਸ ਕੀਤੀ ਆ ਕਿ ਜਿਹੜੀਆਂ ਡਿਬੇਟਾਂ ਹੁੰਦੀਆਂ ਉਹਦੇ ਵਿੱਚ ਵੀ ਮੀਡੀਆ ਵੱਲੋਂ ਪਹਿਲਾਂ ਕਿਹਾ ਜਾਂਦਾ ਆ ਕਿ ਤੁਸੀਂ ਸਿਰਫ ਇੰਨਾ ਕੀ ਆਨਸਰ ਦੇਣਾ ਆ, ਜਾਂ ਮੀਡੀਆ ਦੇ ਖਿਲਾਫ ਨਹੀਂ ਬੋਲਣਾ ਜਾਂ ਕਿਸੇ ਦੇ ਖਿਲਾਫ ਨਹੀਂ ਬੋਲਣਾ। ਰਾਈਟ। ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਕਿਉਂਕਿ ਮੈਂ ਹਾਂਜੀ ਮੀਡੀਆ 'ਚ ਵਿਚਰਿਆ ਆ ਤੇ ਇਸ ਚੀਜ਼ ਦਾ ਮੈਨੂੰ ਜਿਹੜਾ ਆ ਉਹ ਇੱਕ ਕਹਿ ਲਓ ਤਜਰਬਾ ਹੈ। ਕਿ ਐਕਸਪੀਰੀਅੰਸ ਹੋਇਆ ਮੈਨੂੰ ਇਸ ਚੀਜ਼ ਦਾ ਹਾਂਜੀ ਕਿ ਦਬਾਅ ਹੇਠ ਜਿਹੜਾ ਵਾ ਕੰਮ ਕਰਵਾਇਆ ਜਾਂਦਾ। ਕੋਈ ਵੀ ਬੁਲਾਰਾ ਆ ਜਾਂਦਾ ਉਹਨੂੰ ਕਿਹਾ ਜਾਂਦਾ ਆ ਕਿ ਤੁਸੀਂ ਇਸ ਚੀਜ਼ ਤੋਂ ਜਿਹੜਾ ਮਤਲਬ ਵਿਸ਼ੇ ਤੋਂ ਹਟ ਕੇ ਨਹੀਂ ਬੋਲਣਾ, ਪਰ ਉੱਥੇ ਮਤਲਬ ਕਿ ਜਿਹਨੂੰ ਕਹਿ ਲਓ ਕਿ ਬਿਲਕੁਲ ਦਬਾਅ ਦੇ ਥੱਲੇ ਉਹਨੂੰ ਆਪਣੀ ਜਿਹੜੀ ਸਪੀਚ ਹੈ ਉਹ ਦੇਣੀ ਪੈਂਦੀ ਹੈ। ਠੀਕ ਹੈ ਜੀ। ਤੇ ਕੁਛ ਬੁਲਾਰੇ ਹੁੰਦੇ ਆ ਜਿਹੜੇ ਬੇਬਾਕ ਬੋਲਦੇ ਆ। ਹਾਂਜੀ ਕਿਉਂਕਿ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ ਜਾਂ ਉਹਨਾਂ ਨੂੰ ਕੋਈ ਲਾਲਚ ਨਹੀਂ ਹੁੰਦਾ। ਬਿਲਕੁਲ ਇਸ ਕਰਕੇ ਉਹ ਜਿਹੜੇ ਬੇਬਾਕ ਬੋਲਦੇ ਉਹਨਾਂ ਨੂੰ ਬਾਅਦ 'ਚ ਮੀਡੀਆ ਆਪਣੇ ਨਿਊਜ਼ ਚੈਨਲ ਤੇ ਜਿਹੜਾ ਆ ਡਿਬੇਟ ਦੇ ਵਿੱਚ ਲੈ ਕੇ ਨਹੀਂ ਆਉਂਦਾ। ਨਹੀਂ ਆਉਂਦਾ ਜੀ, ਬਿਲਕੁਲ ਸਹੀ ਗੱਲ ਹੈ। ਔਰ ਇਹ ਪੰਜਾਬ ਦੇ ਵਿੱਚ ਮੈਂ ਅੱਖੀਂ ਵੇਖ ਚੁੱਕਾ ਆ ਕੁਛ ਏਦਾਂ ਦੀਆਂ ਡਿਬੇਟਾਂ ਜਿਹਦੇ ਵਿੱਚ ਮੀਡੀਆ ਦੇ ਨਾਲ ਹੀ ਖਿੱਚੋਤਾਣ ਹੋ ਗਈ ਕਿ ਤੁਸੀਂ ਕਿੱਦਾਂ ਕਹਿ ਸਕਦੇ ਆ ਸਾਡੇ ਆਪਣੇ ਵਿਚਾਰ ਆ। ਇੱਕ ਆਜ਼ਾਦ ਭਾਰਤ ਦੇ ਵਿੱਚ ਆਜ਼ਾਦ ਸੰਵਿਧਾਨ ਤੇ ਅਸੀਂ ਮਤਲਬ ਜਿਹੜੇ ਆ ਪੈਰੋਕਾਰ ਆ, ਤੇ ਜਾਂ ਕਹਿ ਲਓ ਕਿ ਅਸੀਂ ਆਜ਼ਾਦੀ ਦੇ ਤੌਰ ਤੇ ਆਪਣੇ ਜਿਹੜੇ ਵਿਚਾਰ ਰੱਖ ਸਕਦੇ ਆ। ਮੀਡੀਆ ਦੇ ਨਾਲ ਹੀ ਖਿੱਚੋਤਾਣ ਹੋ ਗਈ। ਬਿਲਕੁਲ ਬਿਲਕੁਲ ਸਹੀ ਗੱਲ ਹੈ ਵਰਿੰਦਰ ਸਾਨੂੰ ਜੀ। ਸਾਡੇ ਤੁਸੀਂ ਵਿਚਾਰ ਰੱਖਣ ਤੋਂ ਰੋਕ ਨਹੀਂ ਸਕਦੇ। ਹਾਂਜੀ ਵਰਿੰਦਰ ਜੀ, ਆਪਣਾ ਥੋੜਾ ਜਿਹਾ ਟਾਈਮ ਦਾ ਵੀ ਮੈਂ ਦੇਖ ਰਿਹਾ ਸੀਗਾ, 8:23 ਹੋ ਗਏ ਨੇ, ਅਸੀਂ 8:30 ਵਜੇ ਸੈਸ਼ਨ ਖਤਮ ਕਰ ਰਹੇ ਹਾਂ। ਤੇ ਮੈਂ ਲਾਸਟ ਦੇ ਵਿੱਚ ਆਪਣੇ ਗੁਰਮੰਤ ਗਰੇਵਾਲ ਜੀ ਨੂੰ ਔਰ ਵਰਿੰਦਰ ਵੀਰ ਜੀ ਨੂੰ ਲਾਸਟ ਦੇ ਵਿੱਚ ਮਾੜੀ ਜੀ ਗੱਲ ਕਰਾਂਗਾ। ਜਿੱਦਾਂ ਹੁਣ ਆਪਾਂ MSP ਦੀ ਵੀ ਗੱਲ ਕਰਦੇ ਹਾਂ, ਇੱਕ ਸਵਾਮੀਨਾਥਨ ਰਿਪੋਰਟ ਦੀ ਗੱਲ ਕੀਤੀ ਜਾਂਦੀ ਆ ਆਪਣੇ ਇੰਡੀਆ ਦੇ ਵਿੱਚ, ਜਿਹੜੀ ਕਿ ਇਸ ਵਕਤ ਦਿੱਲੀ ਦੇ ਵਿੱਚ ਲਾਗੂ ਕੀਤੀ ਹੋਈ ਹੈ ਕੇਜਰੀਵਾਲ ਸਰਕਾਰ ਨੇ। ਥੋੜਾ ਜਿਹਾ ਉਹਦੇ ਤੇ ਵੀ ਚਾਨਣਾ ਪਾਓ ਗੁਰਮੰਤ ਗਰੇਵਾਲ ਜੀ, ਥੋੜੇ ਜਿਹੇ ਸੰਖੇਪ ਦੇ ਵਿੱਚ ਥੋੜਾ ਦੱਸਿਓ ਵੀ ਸਵਾਮੀਨਾਥਨ ਰਿਪੋਰਟ ਕੀ ਆ, ਕਿੱਦਾਂ ਇਸ ਵਿੱਚ ਹੈਲਪ ਕਰ ਸਕਦੀ ਕਿਸਾਨਾਂ ਨੂੰ। ਕਿਉਂਕਿ ਮੋਦੀ ਨੇ ਜਦੋਂ ਇਹ ਇਲੈਕਸ਼ਨ ਲੜਿਆ ਸੀ ਪਹਿਲਾਂ ਉਹਦੇ ਵਿੱਚ ਇਹੀ ਕਿਹਾ ਸੀ ਵੀ ਮੈਂ ਸਵਾਮੀਨਾਥਨ ਨੂੰ ਲਾਗੂ ਕਰੂੰਗਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਗੁਰਮੰਤ ਗਰੇਵਾਲ ਜੀ? ਦੇਖੋ, ਜਿਹੜੀ ਇਹ ਰਿਪੋਰਟ ਸੀਗੀ ਸਵਾਮੀਨਾਥਨ ਦੀ, ਇਹ ਕਈ ਸਾਲਾਂ ਦੇ ਕੰਮ ਤੋਂ ਬਾਅਦ ਇਸ ਕਮਿਸ਼ਨ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ। ਤੇ ਉਹਨਾਂ ਨੇ ਇਹ ਰਿਕਮੈਂਡ ਕੀਤਾ ਸੀ ਕਿ 50% ਇਨਕਰੀਜ਼ ਹੋਣੀ ਚਾਹੀਦੀ ਹੈ ਕੰਪਰੀਹੈਂਸਿਵ ਕਾਸਟ ਜਿਹੜੀ ਆ ਫਾਰਮਰ ਦੀ ਉਹਦੇ ਉੱਤੇ। ਉਹਦੇ 'ਚ ਉਹਨਾਂ ਨੇ ਦੋ ਚੀਜ਼ਾਂ ਇਗਨੋਰ ਕਰ ਲਈਆਂ ਜਦੋਂ ਰਿਪੋਰਟ ਬਣਾਈ ਆ। ਇੱਕ ਤਾਂ ਜਿਹੜਾ ਇੰਟਰਸਟ ਪੇ ਕਰਦਾ ਫਾਰਮਰ ਕੈਪੀਟਲ ਦੇ ਉੱਤੇ ਉਹ, ਤੇ ਦੂਸਰਾ ਜਿਹੜੀ ਕੈਪੀਟਲ ਕਾਸਟ ਆ ਉਹਦੀ, ਜਿਸ ਤਰ੍ਹਾਂ ਫਾਰ ਐਗਜ਼ਾਮਪਲ ਜ਼ਮੀਨ ਲੀਜ਼ ਤੇ ਲਈ ਹੋਈ ਹੈ ਤਾਂ ਉਹ ਅਮਾਊਂਟ ਹੈ ਜਿਹੜਾ ਮਾਮਲੇ ਦਾ ਉਹ ਵਿੱਚ ਉਹਦੇ ਇਨਕਲੂਡਡ ਨਹੀਂ ਸੀਗਾ। ਅਦਰਵਾਈਜ਼ ਜਿਹੜੀ ਰਿਪੋਰਟ ਸੀਗੀ ਇਹ ਕਾਫੀ ਇਫੈਕਟਿਵ ਲੱਗ ਰਹੀ ਸੀ।
ਕਿਉਂਕਿ ਇਹਦੇ ਨਾਲ ਗਵਰਨਮੈਂਟ ਨੂੰ MSP ਨੂੰ ਲੈਜਿਸਲੇਟ ਕਰਨ ਦੇ ਵਿੱਚ ਹੈਲਪ ਮਿਲਣੀ ਚਾਹੀਦੀ ਸੀ। ਤੇ ਪਰ ਜਿਹੜੀ ਇਹ ਰਿਪੋਰਟ ਇਸ ਵੇਲੇ ਜਿਹੜੀ ਮੌਜੂਦਾ ਗਵਰਨਮੈਂਟ ਹੈ BJP ਦੀ, ਉਹਨਾਂ ਨੇ 2015 ਤੋਂ ਐਫੀਡੇਵਿਟ ਸੁਪਰੀਮ ਕੋਰਟ ਦੇ ਵਿੱਚ ਦਰਜ ਕਰਨ ਤੋਂ ਬਾਅਦ ਇਸ ਰਿਪੋਰਟ ਨੂੰ ਐਕਸੈਪਟ ਕਰਨਾ ਉਹਨਾਂ ਨੇ ਰਿਜੈਕਟ ਕਰ ਦਿੱਤਾ ਰੱਦ। ਤੇ ਉਹਨਾਂ ਨੇ ਉਹਦਾ ਜਿਹੜਾ ਬੇਸਿਸ ਦਿੱਤਾ ਕਿ ਇਹ ਜਿਹੜੀ ਰਿਪੋਰਟ ਹੈ ਇਹ 2-3 ਚੀਜ਼ਾਂ ਨੂੰ ਇਗਨੋਰ ਕਰਦੀ ਹੈ ਤੇ ਉਹਦੇ ਬੇਸਿਸ ਤੇ MSP ਜਿਹੜੀ ਉਹਨੂੰ ਟੱਚ ਨਹੀਂ ਕਰਨਾ ਚਾਹੀਦਾ। ਅਦਰਵਾਈਜ਼ ਜਿਹੜੀ MSP ਹੈ ਇਹ ਤਕਰੀਬਨ 24 ਪ੍ਰੋਡਕਟਸ ਦੇ ਸਾਲ ਦੇ ਵਿੱਚ 2 ਵਾਰੀ ਨਿਰਧਾਰਿਤ ਕੀਤੀ ਜਾਂਦੀ ਹੈ। ਤੇ ਪਰ ਜਿੱਦਾਂ ਮੈਂ ਪਹਿਲਾਂ ਦੱਸਿਆ, ਉਹਨੂੰ ਇੰਪਲੀਮੈਂਟ ਕਰਨ ਦੇ ਲਈ ਇੰਡੀਆ ਦੇ ਵਿੱਚ ਕੋਈ ਲੈਜਿਸਲੇਸ਼ਨ ਨਹੀਂ ਹੈ ਜਿਹੜੀ ਇਹ ਗਵਰਨ ਕਰਦੀ ਹੈ ਕਿ ਇਟ ਮਸਟ ਬੀ ਇੰਪਲੀਮੈਂਟਡ। ਇਹ ਇੱਕ ਟ੍ਰੈਡੀਸ਼ਨ ਹੈ ਕਿ ਚਲੋ ਮੰਨ ਲਓ, ਉਸੇ ਕਰਕੇ 6% ਜਿਹੜੇ ਫਾਰਮਰ ਨੇ ਉਹ ਅਵੇਲ ਕਰ ਸਕਦੇ ਨੇ, 94% ਹੈ ਜਿਹੜੇ ਫਾਰਮਰਸ ਉਹ ਇਹਨੂੰ ਅਵੇਲ ਨਹੀਂ ਕਰਦੇ। ਪਰ ਇਸ ਤੋਂ ਬਿਨਾਂ ਜਿਹੜੇ ਬਾਕੀ ਦੇ ਕਈ ਮੁੱਦੇ ਨੇ ਜਿਨ੍ਹਾਂ ਨੂੰ ਆਪਾਂ ਕਦੇ ਸ਼ਾਇਦ ਲੇਟਰ ਔਨ ਕਦੇ ਫਿਰ ਟੱਚ ਕਰੀਏ, ਟਾਈਮ ਅੱਜ ਅਲਾਉ ਨਹੀਂ ਕਰਦਾ, ਕਿ ਜਿਹੜੀ ਓਵਰਆਲ ਐਗਰੀਕਲਚਰ ਦੀ ਸਿਚੁਏਸ਼ਨ ਹੈ ਉਹਦੇ ਲਈ MSP ਜ਼ਰੂਰੀ ਕਿਉਂ ਆ। ਕਿਉਂਕਿ 46% ਜਿਹੜੇ ਫਾਰਮਰਸ ਨੇ ਇੰਡੀਆ ਦੇ, 46% ਜਿਹੜੇ EMPLOYEES ਨੇ ਇੰਡੀਆ ਦੇ ਉਹ ਫਾਰਮਰਸ ਨੇ। ਜਿਹੜੇ ਫਾਰਮਰ ਨੇ ਉਹ ਐਗਰੀਕਲਚਰ ਦੇ ਉੱਤੇ ਡਿਪੈਂਡ ਕਰਦੇ ਨੇ 46% ਲੋਕ। ਤੇ ਹੋਰ ਇਸ ਤੋਂ ਬਿਨਾਂ ਜਿਹੜੀ ਓਵਰਆਲ ਸਾਰੀ ਇਹ ਸਿਚੁਏਸ਼ਨ ਹੈ 1960 ਤੋਂ ਬਾਅਦ ਜਾਂ 60ਵਿਆਂ ਤੋਂ ਬਾਅਦ, ਮੇਰਾ ਖਿਆਲ ਹੈ ਕਿ ਉਹਨੂੰ ਰੀਵੈਂਪ ਕਰਨ ਦੀ ਜ਼ਰੂਰਤ ਹੈ। MSP ਇਜ਼ ਵਨ ਮੇਜਰ ਫੈਕਟਰ। ਇਸ ਤੋਂ ਬਿਨਾਂ ਜਿਹੜੀਆਂ 6300 ਮੰਡੀਆਂ ਨੇ ਇੰਡੀਆ ਦੇ ਵਿੱਚ, ਉਹਨਾਂ ਚੋਂ 2500 ਮੰਡੀਆਂ ਨੇ ਜਿਹੜੀਆਂ ਕਿ ਪੰਜਾਬ, ਹਰਿਆਣਾ, ਸਰਟਨ ਪਾਰਟ ਆਫ UP ਤੇ ਰਾਜਸਥਾਨ ਉਹਦੇ ਵਿੱਚ ਆਪਰੇਟ ਕਰਦੀਆਂ ਨੇ। ਇਹ 80% ਜਿਹੜਾ ਫੂਡ ਪ੍ਰੋਕਿਓਰ ਕੀਤਾ ਜਾਂਦਾ ਉਹ ਇਹਨਾਂ 2500 ਮੰਡੀਆਂ ਦੇ ਵਿੱਚੋਂ ਪ੍ਰੋਕਿਓਰ ਕੀਤਾ ਜਾਂਦਾ। ਸੋ ਇਸ ਕਰਕੇ ਜਿਹੜੇ ਪੰਜਾਬ, ਹਰਿਆਣਾ, UP ਤੇ ਰਾਜਸਥਾਨ ਦੇ ਫਾਰਮਰਸ ਨੇ ਉਹ ਇਸ ਬਿੱਲ ਦੇ ਹਿਸਾਬ ਦੇ ਨਾਲ, ਇਸ ਐਕਟ ਦੇ ਹਿਸਾਬ ਦੇ ਨਾਲ ਜ਼ਿਆਦਾ ਇੰਪੈਕਟਡ ਨੇ। ਹਾਂਜੀ, ਤੇ ਉਹਨਾਂ ਦਾ ਜਿਹੜਾ ਹਿੱਤ ਆ ਉਹ ਸਾਹਮਣੇ ਰੱਖਣਾ ਬੇਹੱਦ ਜ਼ਰੂਰੀ ਹੈ। ਬਿਲਕੁਲ, ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਗਰੇਵਾਲ ਸਾਹਿਬ, ਤੁਸੀਂ ਬੜੇ ਡਿਟੇਲ ਦੇ ਨਾਲ ਅੱਜ ਇਸ ਆਰਡੀਨੈਂਸ ਤੇ ਗੱਲ ਕੀਤੀ। ਤੇ ਮੈਂ ਲਾਸਟ ਦੇ ਵਿੱਚ ਆਪਣੇ ਵਰਦੀਪ ਤੇਜਾ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਇਹਨਾਂ ਨੇ ਹੁਣ ਕਿਸਾਨਾਂ ਨੇ ਆਪਣਾ ਮੀਡੀਆ ਤਿਆਰ ਕੀਤਾ, 4 ਮੀਡੀਆ ਤਿਆਰ ਕੀਤੇ ਫੇਸਬੁੱਕ ਦੇ ਉੱਤੇ, ਜਿਹਦਾ ਨਾਂ ਇਹਨਾਂ ਨੇ ਕਿਸਾਨ ਏਕਤਾ ਮੋਰਚਾ ਰੱਖਿਆ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਥੋੜਾ ਸੰਖੇਪ ਦੇ ਵਿੱਚ ਪਲੀਜ਼ ਦੱਸਿਓ, 2-3 ਮਿੰਟ ਚ। ਹਾਂਜੀ ਵੀਰ ਜੀ, ਮੈਂ ਇੱਕ ਘਟਨਾ ਦਾ ਇੱਥੇ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਹਾਂਜੀ 2 ਦਿਨ ਪਹਿਲਾਂ ਮੈਂ ਮਾਰਕੀਟ ਗਿਆ ਸੀ ਤੇ ਮਾਰਕੀਟ 'ਚ ਜਦੋਂ ਮੈਂ ਆਪਣਾ ਸਮਾਨ ਲੈ ਕੇ ਬਿੱਲ ਪੇ ਕਰਨ ਲਈ ਲਾਈਨ 'ਚ ਲੱਗਾ ਹਾਂ ਨਾ, ਹਾਂਜੀ, ਮੇਰੇ ਤੋਂ 3-4 ਮਤਲਬ ਪਰਸਨ ਪਿੱਛੇ ਕਹਿ ਲਓ ਕਿ ਜਾਂ ਕਦਮ ਕੋਈ ਥੋੜਾ ਪਿੱਛੇ ਲਾਈਨ 'ਚ ਇੱਕ ਤੁਰਕਿਸ਼ ਦਾ ਜੋੜਾ, ਤੁਰਕੀ ਦਾ ਜੋੜਾ ਸੀਗਾ, ਕਪਲ ਸੀਗਾ। ਮੈਨੂੰ ਨਹੀਂ ਪਤਾ ਕਿ ਉਹ ਬ੍ਰਦਰ ਸਿਸਟਰ ਸੀ ਜਾਂ ਕਪਲ ਸੀਗਾ। ਉਹ ਖੜੇ ਹੋਏ ਸੀ ਆਪਣਾ ਬਿੱਲ ਪੇ ਕਰਨ ਲਈ। ਉਹ ਮੇਰੇ ਕੋਲ ਆਏ, ਇੱਕ ਉਹਨਾਂ ਚੋਂ ਨਾ ਜਿਹੜੇ ਜੈਂਟ ਸੀਗੇ ਉਹ ਮੇਰੇ ਕੋਲ ਆਏ, ਮੈਨੂੰ ਕਹਿੰਦੇ ਕਿ ਯੂ ਆਰ ਸਿੱਖ। ਮੈਂ ਕਿਹਾ ਹਾਂਜੀ ਮੈਂ ਸਿੱਖ ਹਾਂ ਜੀ। ਤੇ ਕਹਿੰਦੇ ਕਿ ਕੀ ਤੁਸੀਂ ਬਾਹਰ ਮੇਰੀ ਵੇਟ ਕਰ ਸਕਦੇ ਹੋ 2 ਮਿੰਟ? ਮੈਂ ਕਿਹਾ ਜੀ ਠੀਕ ਹੈ, ਮੈਂ ਕਰ ਲਾਂਗਾ, ਕਿਉਂਕਿ ਮੈਂ ਅੱਗੇ ਸੀ, ਨੈਚੁਰਲੀ ਮੈਂ ਬਿੱਲ ਪਹਿਲਾਂ ਪੇ ਕਰ ਦੇਣਾ ਸੀਗਾ। ਹਾਂਜੀ, ਤੇ ਮੈਂ ਜਦੋਂ ਬਾਹਰ ਗਿਆ ਤੇ ਮੈਂ ਉਹਨਾਂ ਦੀ ਵੇਟ ਕਰਨ ਲੱਗ ਗਿਆ ਤੇ ਉਹ ਕੋਈ 7-8 ਮਿੰਟ ਜਾਂ 10 ਮਿੰਟ ਬਾਅਦ ਬਾਹਰ ਆਏ ਤੇ ਮੈਨੂੰ ਉਹਨਾਂ ਨੇ ਧੰਨਵਾਦ ਕੀਤਾ ਕਿ ਤੁਸੀਂ ਸਾਡੀ ਵੇਟ ਕੀਤੀ ਆ। ਮੈਨੂੰ ਕਹਿੰਦੇ ਕਿ ਅਸੀਂ ਇੱਕ ਵੇਖ ਰਹੇ ਹਾਂ ਇੰਡੀਆ ਦੇ ਵਿੱਚ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਆ, ਉਹ ਅਸੀਂ ਵੇਖ ਰਹੇ ਹਾਂ। ਜਿਵੇਂ ਉਹ ਇੰਗਲਿਸ਼ ਦੇ ਵਿੱਚ ਗੱਲ ਕਰਦੇ ਸੀਗੇ ਤੇ ਉਹ ਜਿਹੜੀ ਲੇਡੀ ਸੀ ਉਹਨੂੰ ਜ਼ਿਆਦਾ ਇੰਗਲਿਸ਼ ਨਹੀਂ ਸੀ ਹੁੰਦੀ, ਬਟ ਉਹ ਜਿਹੜੇ ਜੈਂਟ ਸੀਗੇ ਉਹ ਉਹਨਾਂ ਨੂੰ ਮਤਲਬ ਉਹਨਾਂ ਦੀ ਆਪਣੀ ਜਿਹੜੀ ਲੈਂਗੁਏਜ ਸੀ ਉਹਦੇ ਵਿੱਚ ਸਮਝਾ ਦਿੰਦੇ ਸੀਗੇ ਕਿ ਕੀ ਕਹਿ ਰਹੇ ਆ। ਉਹ ਥੋੜੀ ਬਹੁਤ ਇੰਗਲਿਸ਼ ਜਾਣਦੇ ਸੀਗੇ ਉਹਦੀ। ਉਹ ਮੈਨੂੰ ਕਹਿੰਦੇ ਜੀ ਮੈਂ ਵੇਖ ਰਿਹਾ ਆ ਕਿ ਜਿਹੜਾ ਇੰਡੀਆ ਦੇ ਨਿਊਜ਼ ਚੈਨਲ ਆ ਜਿਹੜੇ ਬੜੀ ਪ੍ਰਮੁੱਖਤਾ ਰੱਖਦੇ ਆ, ਉਹ ਤੇ ਉਹਨਾਂ ਨੂੰ ਟੈਰੋਰਿਸਟ ਕਹਿ ਕੇ ਪ੍ਰਚਾਰ ਰਹੇ ਆ। ਹਾਂਜੀ, ਤੇ ਸੇਮ ਹੀ ਮੈਂ ਕੁਐਸਚਨ ਉਹਨਾਂ ਨੂੰ ਪੁੱਟ ਅਪ ਕੀਤਾ ਕਿ ਜੇ ਅਸੀਂ ਬਾਰਡਰ ਤੇ ਸ਼ਹੀਦ ਹੁੰਦੇ ਆ ਤੇ ਅਸੀਂ ਬਹਾਦਰ ਆ, ਜੇ ਅਸੀਂ ਕਿਤੇ ਆਫਤ ਆਉਣ ਤੇ ਕੋਈ ਹੈਲਪ ਕਰਦੇ ਆ ਤੇ ਅਸੀਂ ਜੀ ਦਾਨੀ ਆ, ਪਰ ਜੇ ਅਸੀਂ ਆਪਣੇ ਹੱਕਾਂ ਦੀ ਮੰਗ ਕਰਦੇ ਆ ਤੇ ਅਸੀਂ ਟੈਰੋਰਿਸਟ ਕਿਵੇਂ? ਹਾਂਜੀ, ਬਿਲਕੁਲ। ਉਹ ਚੀਜ਼ ਨੂੰ ਮਤਲਬ ਬਹੁਤ ਜਲਦੀ ਇਸ ਨੂੰ ਸਮਝ ਗਏ। ਔਰ ਕਿਤੇ ਨਾ ਕਿਤੇ ਮੈਂ ਵੇਖ ਰਿਹਾ ਸੀ ਕਿ ਉਹ ਸਿੱਖ ਇਤਿਹਾਸ ਤੇ ਵੀ ਉਹਨਾਂ ਦੀ ਪਕੜ ਸੀਗੀ ਕਿ ਜਿਵੇਂ ਕਿ ਉਹ ਬੁੱਕਸ ਵਗੈਰਾ ਪੜ੍ਹ ਰਹੇ ਸੀ ਜਾਂ ਗੂਗਲ ਤੋਂ ਸਰਚ ਕਰਕੇ ਕੁਝ ਪੜ੍ਹ ਰਹੇ ਸੀਗੇ। ਫਿਰ ਉਹਨਾਂ ਨੇ ਕਿਹਾ ਕਿ ਇਹ ਮਤਲਬ ਇੰਡੀਆ ਦਾ ਮੀਡੀਆ ਜਿਹੜਾ ਇਹ ਕਿਉਂ ਏਦਾਂ ਪ੍ਰਚਾਰ ਕਰ ਰਿਹਾ ਹੈ।
ਮੈਂ ਉਹਨਾਂ ਨੂੰ ਬੜੀ ਡਿਟੇਲ 'ਚ ਸਮਝਾਇਆ ਸੀਗਾ, ਕਾਫੀ ਅਸੀਂ ਕੋਈ 15-20 ਮਿੰਟ ਗੱਲ ਕਰਦੇ ਰਹੇ। ਮੈਂ ਬੜੀ ਡਿਟੇਲ ਦੇ ਵਿੱਚ ਉਹਨਾਂ ਨੂੰ ਸਮਝਾਇਆ ਕਿ ਇੰਡੀਆ ਦਾ ਮੀਡੀਆ ਜਿਹੜਾ ਆ ਉਹ ਪੈਸੇ ਲੈ ਚੁੱਕਾ ਆ, ਉਹ ਵਿਕ ਚੁੱਕਾ ਆ, ਇਸ ਕਰਕੇ ਉਹ ਕਿਸਾਨਾਂ ਦੀ ਮਦਦ ਨਾ ਕਰਕੇ ਸਰਕਾਰ ਦੇ ਹੱਕ 'ਚ ਲੱਗਾ ਹੋਇਆ ਹੈ। ਰਾਈਟ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਫਿਰ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਥੋੜੀ ਬਹੁਤੀ ਜਾਣਕਾਰੀ ਸਹੀ ਸੀਗੀ ਉਹ ਮਿਲੀ ਸੋਸ਼ਲ ਮੀਡੀਆ, ਹਾਂਜੀ, ਫੇਸਬੁੱਕ, ਔਰ ਇਹਦੇ ਵਿੱਚ ਸਭ ਤੋਂ ਵੱਡਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਸਭ ਤੋਂ ਵੱਡਾ ਯੋਗਦਾਨ ਰਿਹਾ ਟਵਿੱਟਰ ਦਾ। ਹਾਂਜੀ, ਟਵਿੱਟਰ ਦਾ ਜੀ, ਰਾਈਟ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਫਿਰ ਉਹਨਾਂ ਨੇ ਜਿਹੜੀ ਐਂਡ ਦੇ ਵਿੱਚ ਮੈਨੂੰ ਇੱਕ ਗੱਲ ਦੱਸੀ ਗਈ ਕਿ ਅਸੀਂ ਜਿਹੜਾ ਵਾ ਕੰਪੈਰੀਜ਼ਨ ਕਰਕੇ ਵੇਖ ਰਹੇ ਹਾਂ ਤੁਹਾਡਾ ਸੋਸ਼ਲ ਮੀਡੀਆ ਔਰ ਤੁਹਾਡਾ ਜਿਹੜਾ ਸੈਂਟਰ ਦਾ ਮੀਡੀਆ ਹੈ, ਜਿਵੇਂ ਕਿ ਨਿਊਜ਼ ਚੈਨਲ ਵਗੈਰਾ, ਇਹਨਾਂ ਦਾ ਅਸੀਂ ਵਿੱਚ ਅਸੀਂ ਕੰਪੈਰੀਜ਼ਨ ਇਹ ਕਰ ਰਹੇ ਕਿ ਦੋਨੋਂ ਸੱਚਾ ਕੌਣ ਹੈ। ਤੇ ਕਹਿੰਦੇ ਕਿ ਤੁਸੀਂ ਦੱਸੋ ਕਿ ਸੱਚਾ ਕੌਣ ਹੈ। ਮੈਂ ਕਿਹਾ ਜੀ ਦੇਖੋ, ਇਹਨਾਂ ਦੇ ਪੈਰਲਲ ਜਿਹੜਾ ਵਾ ਅਸੀਂ ਮਤਲਬ ਆਪਣਾ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਚਾਰ ਕਰ ਰਹੇ ਹਾਂ ਕਿ ਵੀ ਆਰ ਨਾਟ ਅ ਟੈਰਰਿਸਟ, ਵੀ ਆਰ ਅ ਫਾਰਮਰਸ। ਹਾਂਜੀ। ਤੇ ਮੈਂ ਕਿਹਾ ਕਿ ਉਹ ਕਿਸਾਨਾਂ ਦਾ ਇੱਕ ਸੰਘਰਸ਼ ਆ, ਉਹ ਮਤਲਬ ਟੈਰਰਿਸਟ ਕੋਈ ਨਹੀਂ ਉੱਥੇ। ਮੈਂ ਕਿਹਾ ਤੁਹਾਨੂੰ ਕੋਈ ਉੱਥੇ ਦੱਸਿਆ ਆ ਕਿ ਅੱਜ ਤੱਕ ਜਿੰਨੇ ਵੀ, ਇਹ ਇੱਕ ਬੜੀ ਮਾਣ ਵਾਲੀ ਗੱਲ ਆ ਕਿ ਅੱਜ ਤੱਕ ਜਿੰਨੇ ਵੀ ਅੰਦੋਲਨ ਹੋਏ ਆ ਇੰਡੀਆ ਦੇ ਵਿੱਚ, ਹਰ ਇੱਕ 'ਚ ਤੋੜ-ਫੋੜ ਹੋਈ ਆ, ਪਰ ਆ ਅੰਦੋਲਨ ਇੱਕ ਏਡਾ ਵੱਡਾ ਚੱਲ ਰਿਹਾ ਆ, ਕੋਈ ਤੋੜ-ਫੋੜ ਨਹੀਂ ਹੋਈ। ਹਾਂਜੀ। ਤੇ ਮੈਂ ਕਿਹਾ ਤੁਸੀਂ ਦੱਸੋ ਫਿਰ ਟੈਰਰਿਸਟ ਕਿਵੇਂ ਆ, ਕੋਈ ਉਹਨਾਂ ਦੇ ਹੱਥ 'ਚ ਹਥਿਆਰ ਨਹੀਂ ਆ ਹਾਂਜੀ, ਤੇ ਟੈਰਰਿਸਟ ਕਿਵੇਂ? ਉਹ ਤੇ ਆਪਣੀ ਮੰਗਾਂ ਲਈ ਮਤਲਬ ਬੈਠੇ ਹੋਏ ਆ, ਆਪਣੇ ਹੱਕਾਂ ਲਈ ਵਿਸਾਖੀ ਲਈ ਬੈਠੇ ਹੋਏ ਆ, ਤੇ ਉਹ ਜਲਦੀ ਇਸ ਚੀਜ਼ ਨੂੰ ਜਿਹੜਾ ਉਹ ਸਮਝ ਗਏ ਸੀ। ਹਾਂਜੀ, ਉਹਨਾਂ ਨੇ ਕਿਹਾ ਕਿ ਮੈਂ ਵੀ ਇਹ ਜਿਹੜੀ ਚੀਜ਼ ਹੈ ਇਹ ਮਤਲਬ ਕਿ ਮਹਿਸੂਸ ਕੀਤੀ ਆ ਕਿ ਟੈਰਰਿਸਟ ਦੇ ਹੱਥ 'ਚ ਹਥਿਆਰ ਹੁੰਦੇ ਆ, ਪਰ ਉਹਨਾਂ ਦੇ ਹੱਥ 'ਚ ਕੁਛ ਵੀ ਨਹੀਂ ਆ, ਉਹਦੇ ਖਾਲੀ ਬੈਠੇ। ਔਰ ਈਵਨ ਇੱਥੋਂ ਤੱਕ ਕਿ ਉਹਨਾਂ ਨੇ ਕਾਜੂਆਂ ਦਾ ਲੰਗਰ ਲਾਇਆ ਹੋਇਆ, ਬਦਾਮਾਂ ਦਾ ਲੰਗਰ ਲਾਇਆ ਹੋਇਆ। ਤੇ ਹਾਂਜੀ, ਮੈਂ ਉਹਨਾਂ ਨੂੰ ਕਿਹਾ ਸਾਡੇ ਬਾਬੇ ਨਾਨਕ ਦੀ ਇਹ ਬਖਸ਼ਿਆ ਸਾਨੂੰ ਕਿ 20 ਰੁਪਏ ਤੋਂ ਲੰਗਰ ਸ਼ੁਰੂ ਹੋਇਆ ਸੀ, ਅੱਜ ਉਹ ਕਾਜੂਆਂ ਦਾ ਲੱਗ ਰਿਹਾ, ਪੀਜ਼ਿਆਂ ਦਾ ਲੱਗ ਰਿਹਾ ਜਾਂ ਬਦਾਮਾਂ ਦਾ ਲੱਗ ਰਿਹਾ ਆ। ਤੇ ਇੰਡੀਆ ਦਾ ਜਿਹੜਾ ਮੀਡੀਆ ਆ ਉਹਨੂੰ ਭੰਡੀ ਪ੍ਰਚਾਰ ਉਹਦਾ ਕਰ ਰਿਹਾ ਆ ਕਿ ਇੱਥੇ ਜੀ ਪੀਜ਼ੇ ਚੱਲ ਗਏ ਆ ਜਾਂ ਕੀ ਆ। ਤੇ ਮੈਂ ਕਿਹਾ ਦੂਜੇ ਪਾਸੇ ਜਿਹੜਾ ਆ ਇੰਡੀਆ ਦਾ ਮੀਡੀਆ ਗਊ ਮੂਤਰ ਨੂੰ ਤੇ ਗੋਬਰ ਨੂੰ, ਗਊ ਗੋਬਰ ਨੂੰ ਜਿਹੜਾ ਬੜੀ ਪ੍ਰਮੁਖਤਾ ਦੇ ਨਾਲ ਉਹਨੂੰ ਨਸ਼ਰ ਕਰ ਰਿਹਾ ਹੈ। ਹਾਂਜੀ। ਅੱਛਾ ਭਾਜੀ, ਮੈਂ ਇੱਕ ਮਿੰਟ ਤੇਜਾ ਭਾਜੀ, ਥੋੜਾ ਜਿਹਾ ਟਾਈਮ ਵੀ ਆਪਣਾ ਓਵਰ ਹੋ ਰਿਹਾ। ਮੈਂ ਤੁਹਾਨੂੰ ਸੌਰੀ, ਮੈਂ ਆਪਣੇ ਗੁਰਮੀਤ ਗਰੇਵਾਲ ਜੀ ਨੂੰ, ਜੇ ਤੁਸੀਂ ਟਾਈਮ ਹੋ ਗਿਆ ਤਾਂ ਭਾਜੀ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਆ ਔਰ ਸ਼ਾਇਦ ਤੁਸੀਂ ਕਿਸੇ ਮੀਟਿੰਗ ਤੇ ਹੋਰ ਵੀ ਜਾਣਾ ਹੈਗਾ। ਤੇ ਆਪਾਂ ਤੁਹਾਡੇ ਤੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਉਣ ਦਾ। ਤੁਸੀਂ ਕੋਈ ਲਾਸਟ ਦੇ ਵਿੱਚ, ਮੈਂ ਫਿਰ ਤੇਜਾ ਜੀ ਨਾਲ ਗੱਲ ਜਾਰੀ ਰੱਖਦਾ ਥੋੜੀ ਚਿਰ ਲਈ, ਤੁਸੀਂ ਕੁਝ ਲਾਸਟ ਦੇ ਵਿੱਚ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਮੇਰੇ ਵੱਲੋਂ ਧੰਨਵਾਦ ਜੀ। ਤੇ ਮੈਂ ਇਸ ਸੰਘਰਸ਼ ਦੇ ਵਿੱਚ ਜਿਹੜੇ ਪਾਰਟਿਸਿਪੇਟ ਕਰਦੇ ਆ ਸਾਰਿਆਂ ਦਾ ਧੰਨਵਾਦ ਕਰਦਾ ਜੀ। ਧੰਨਵਾਦ ਜੀ ਤੁਹਾਡਾ ਵੀ, ਬਹੁਤ ਬਹੁਤ ਧੰਨਵਾਦ ਗੁਰਮੀਤ ਗਰੇਵਾਲ ਜੀ। ਫਿਰ ਵੀ ਸਾਨੂੰ ਕਦੀ ਟਾਈਮ ਦਿਓ ਤੇ ਅਸੀਂ ਫਿਰ ਅੱਗੇ ਤੋਂ ਇਹ ਚਰਚਾ ਕਰਾਂਗੇ ਜੀ ਤੁਹਾਡੇ ਨਾਲ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਟਾਈਮ ਮੈਂ ਕੁਝ ਵੀ ਕਰ ਸਕਾਂ ਇਸ ਕੌਮ ਦੇ ਲਈ ਜਾਂ ਦੇਸ਼ ਦੇ ਲੋਕਾਂ ਦੇ ਲਈ, ਫਾਰਮਰਸ ਦੇ ਲਈ, ਪਲੀਜ਼ ਫੀਲ ਫ੍ਰੀ ਟੂ ਕਾਲ ਮੀ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਤੁਹਾਡਾ ਆਉਣ ਦਾ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਤੇਜਾ ਭਾਜੀ। ਤੇ ਉਹ ਮੈਂ ਇੱਕ ਉਹਨਾਂ ਦੀ ਨਾ ਗੱਲ ਜਿਹੜੀ ਉਹ ਤੁਰਕੀ ਜੋੜਾ ਸੀ, ਕਪਲ ਸੀਗਾ ਜਿਹੜਾ, ਮੈਂ ਉਹਦੇ ਵੱਲ ਫਿਰ ਦੁਬਾਰਾ ਆਉਣਾ ਆ। ਹਾਂਜੀ ਹਾਂਜੀ। ਉਹਨਾਂ ਨੇ ਮੈਨੂੰ ਕਿਹਾ ਕਿ ਉੱਥੇ ਮਤਲਬ ਜਿੱਦਾਂ ਲੰਗਰ ਵਗੈਰਾ ਚੱਲ ਰਹੇ ਆ, ਪਰ ਇੰਡੀਆ ਦਾ ਮੀਡੀਆ ਇਹਨੂੰ ਕਿਸੇ ਹੋਰ ਵੇ ਨਾਲ ਪ੍ਰਚਾਰ ਕਰ ਰਿਹਾ ਇਹਦਾ। ਹਾਂਜੀ। ਮੈਂ ਕਿਹਾ ਜੀ, ਮੈਂ ਉਹਨਾਂ ਨੂੰ ਫਿਰ ਸਮਝਾਇਆ, ਮੈਂ ਕਿਹਾ ਬਾਬੇ ਨਾਨਕ ਦਾ ਲੰਗਰ ਸੀਗਾ, ਸਾਡੇ ਦਾ 20 ਰੁਪਏ ਦਾ ਚਲਾਇਆ ਹੋਇਆ, ਜਿਹੜਾ ਅੱਜ ਕਰੋੜਾਂ ਦੇ ਵਿੱਚ ਜਾਂ ਅਰਬਾਂ ਦੇ ਵਿੱਚ ਚੱਲ ਰਿਹਾ ਹੈ। ਹਾਂਜੀ। ਔਰ ਮਤਲਬ ਕਿ ਤੁਸੀਂ ਵੀ ਉੱਥੋਂ ਖਾਣਾ ਖਾ ਸਕਦੇ ਹੋ ਬਿਨਾਂ ਕੋਈ ਫੀਸ ਪੇ ਕੀਤੇ, ਬਿਨਾਂ ਕੋਈ ਪੈਸੇ ਦਿੱਤੇ। ਉਹ ਬਹੁਤ ਹੈਰਾਨ ਹੋਏ ਕਿ ਯਾਰ ਬਿਨਾਂ ਪੈਸੇ ਦਿੱਤੇ ਅਸੀਂ ਉੱਥੇ ਖਾਣਾ ਖਾ ਸਕਦੇ। ਹਾਂਜੀ। ਫਿਰ ਉਹ ਕਹਿੰਦੇ ਕਿ ਅਸੀਂ ਇਹ ਵੀ ਚੀਜ਼ ਉੱਥੇ ਨੋਟ ਕੀਤੀ ਆ ਕਿ ਉੱਥੇ ਜਿਹੜੇ 3 ਟਾਈਮ ਦੀ ਰੋਟੀ ਨਹੀਂ ਸੀ ਖਾ ਸਕਦੇ, ਉਹ ਵੀ ਭਰ ਪੇਟ ਉੱਥੋਂ ਖਾਣਾ ਖਾ ਰਹੇ ਆ। ਤੇ ਸਿੱਖ ਜਿਹੜੇ ਉੱਥੇ ਬੈਠੇ ਆ ਜਾਂ ਕਿਸਾਨ ਮਜ਼ਦੂਰ, ਜਿੰਨੇ ਵੀ ਹਿੰਦੂ, ਮੁਸਲਿਮ, ਈਸਾਈ ਜਿਹੜੇ ਸਿੱਖ ਆ, ਇਹ ਸਾਰੇ ਆਪਸ ਵਿੱਚ ਭਾਈਚਾਰਾ, ਇਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਪਹਿਲਾਂ। ਉਹ ਜੋੜਾ ਕਹਿੰਦਾ ਕਿ ਉਹ ਵੀ ਜਿਹੜੇ ਉੱਥੇ ਖਾਣਾ ਖਾ ਰਹੇ, ਜਿਹੜੇ 3 ਟਾਈਮ ਦੀ ਰੋਟੀ ਨਹੀਂ ਸੀ ਖਾ ਸਕਦੇ। ਮੈਂ ਕਿਹਾ ਜੀ ਇਹ ਤਾਂ ਸਾਡੇ ਗੁਰੂ ਸਾਹਿਬ ਦੀ ਬਖਸ਼ ਆ, ਕਿਰਪਾ ਜੀ। ਹਾਂਜੀ ਬਿਲਕੁਲ ਕਿਰਪਾ ਆ ਕਿ ਇਹ ਲੰਗਰ ਕਦੇ ਖਤਮ ਨਹੀਂ ਹੋ ਸਕਦਾ ਔਰ ਇਹਦੇ 'ਚ ਵਾਧਾ ਹੋਏਗਾ, ਕਦੇ ਘਾਟਾ ਨਹੀਂ ਪੈਂਦਾ। ਨਾਲੇ ਮੈਂ ਤੇਜਾ ਭਾਜੀ ਇੱਥੇ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ। ਮੈਂ ਇੱਕ ਵੀਡੀਓ ਦੇਖੀ ਸੀਗੀ ਸੋਸ਼ਲ ਮੀਡੀਆ ਤੇ, ਇੱਕ ਬਜ਼ੁਰਗ ਸੀਗੇ ਬਹੁਤ ਗਰੀਬ, ਉਹਨਾਂ ਨੇ ਮੂੰਗਫਲੀ ਦਾ ਥੈਲਾ ਹੱਥ 'ਚ ਫੜਿਆ ਹੋਇਆ ਸੀ ਤੇ ਮੂੰਗਫਲੀ ਦੇ ਰਹੇ ਸੀ ਉੱਥੇ ਲੋਕਾਂ ਨੂੰ। ਹਾਂਜੀ ਹਾਂਜੀ, ਯਾਨੀ ਕਿ ਜਿੰਨਾ ਸਰਦਾ ਸੀ ਉਹ ਹਰ ਕੋਈ ਲੋਕੀ ਕਰ ਰਹੇ ਸੀ ਉੱਥੇ। ਹਾਂਜੀ ਹਾਂਜੀ, ਗੋ ਹੈਡ। ਬਿਲਕੁਲ ਵੀਰ ਜੀ, ਜਿੰਨਾ ਵੀ ਕਿਸੇ ਤੋਂ ਹੁਣ ਜਿੱਦਾਂ ਕਹਿ ਸਕਦੇ ਆ ਕਿ NRI ਵੀਰ ਆ। ਹਾਂਜੀ, ਮੈਂ ਇੱਕ ਚੀਜ਼ ਇੱਥੇ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹੂੰਗਾ ਕਿ ਇਹਨੂੰ ਸਿਰਫ ਸਿੱਖਾਂ ਦਾ ਸੰਘਰਸ਼ ਨਾ ਬਣਾਇਆ ਜਾਏ। ਇਸ ਜਿਹੜੀ ਐਜੀਟੇਸ਼ਨ, ਇਹਨੂੰ ਸਿੱਖਾਂ ਦਾ ਸੰਘਰਸ਼ ਨਾ ਬਣਾਇਆ ਜਾਏ। ਇਹਦੇ ਵਿੱਚ
ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਜਿਹੜੇ ਭਾਈਚਾਰੇ ਆ, ਚਾਰੇ ਭਾਈਚਾਰੇ ਜਿਹੜੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਆ। ਬਿਲਕੁਲ ਜੀ। ਹੁਣ ਜਿਹੜੀ ਔਰ ਮੈਂ ਚਾਹੂੰਗਾ ਕਿ ਜਿਹੜਾ ਹੈਗਾ ਆ, ਇਹਨੂੰ ਇੱਕ ਵਿਸ਼ਵ ਲੈਵਲ ਤੱਕ ਪਹੁੰਚਾਉਣ ਦਾ ਜਿਹੜਾ ਮੈਂ ਸਿਰ ਆ ਉਹ ਦਿੰਦਾ ਆ ਕੁਛ ਨਿਊਜ਼ ਚੈਨਲ ਜਾਂ ਕੁਛ ਪ੍ਰਿੰਟ ਮੀਡੀਆ ਨੂੰ, ਤੇ ਸਭ ਤੋਂ ਵੱਡਾ ਜਿਹੜਾ ਸਿਰ ਆ ਉਹ ਜਾਂਦਾ ਆ ਸੋਸ਼ਲ ਮੀਡੀਆ ਨੂੰ। ਹਾਂਜੀ। ਔਰ ਸੋਸ਼ਲ ਮੀਡੀਆ ਦੇ ਵਿੱਚ ਟਵਿੱਟਰ ਇੱਕ ਐਪ ਏਦਾਂ ਦਾ ਆ ਜਿਹਦੇ ਤੋਂ ਬਹੁਤ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਪੂਰੇ ਵਰਲਡ ਦੇ ਵਿੱਚ ਜਾ ਰਹੀ ਆ, ਕਿਉਂਕਿ ਟਵਿੱਟਰ ਤੇ ਕਹਿ ਲਓ ਕਿ ਜਿੰਨੇ ਦੇਸ਼ਾਂ ਦੇ ਤਕਰੀਬਨ ਪ੍ਰੈਜ਼ੀਡੈਂਟ ਵਗੈਰਾ ਆ ਉਹ ਸਾਰੇ ਜੁੜੇ ਹੋਏ। ਬਿਲਕੁਲ। ਤੇ ਉਹ ਜਿਹੜੀ ਬਜ਼ੁਰਗ ਦਾ ਮੈਂ ਉਹਨਾਂ ਨੂੰ ਦਿਲੋਂ ਸਲਾਮ ਕਰਦਾ ਆ ਜੀ, ਉਹ ਮੂੰਗਫਲੀ ਉੱਥੇ ਦੇ ਰਹੇ ਆ, ਬਹੁਤ ਗਰੀਬ ਮਤਲਬ ਕਿ ਉਹ ਘਰਾਣੇ ਦੇ ਵਿੱਚੋਂ ਲੱਗ ਰਹੇ ਸੀ। ਹਾਂਜੀ। ਪਰ ਮੈਂ ਸਮਝਦਾ ਆ ਕਿ ਸਭ ਤੋਂ ਵੱਡਾ ਯੋਗਦਾਨ ਹੀ ਉਹਨਾਂ ਦਾ ਹੈ। ਉਹਨਾਂ ਦਾ ਘਰਾਣਾ ਜ਼ਰੂਰ ਗਰੀਬ ਹੈ, ਪਰ ਉਹਨਾਂ ਦਾ ਦਿਲ ਅਮੀਰ ਹੈ। ਬਿਲਕੁਲ ਸਹੀ ਗੱਲ ਹੈ ਉਹਨਾਂ ਭਾਜੀ। ਦੀਆਂ ਭਾਵਨਾਵਾਂ ਅਮੀਰ ਨੇ। ਬਿਲਕੁਲ। ਔਰ ਉਹਨਾਂ ਨੇ ਭਾਜੀ ਮੈਂ ਆਪਣਾ ਇੱਥੇ ਇੱਕ ਪੂਰਾ ਗੱਲ ਯੋਗਦਾਨ ਕਹਿਣੀ ਚਾਹੁੰਦਾ ਤੇਜਾ ਭਾਜੀ, ਸੌਰੀ ਮੈਂ ਤੁਹਾਨੂੰ, ਦੇਖੋ ਇੱਕ ਅੰਬਾਨੀ ਆ ਜਿਹਦੇ ਕੋਲ ਪੈਸਾ ਬਹੁਤ ਆ ਪਰ ਜੀ। ਦਿਲ ਦਾ ਗਰੀਬ ਆ। ਇੱਕ ਦਿਲ ਦਾ ਉਹ ਬੰਦਾ ਆ ਜਿਹੜਾ ਭਰ ਭਰ ਕੇ ਮੂੰਗਫਲੀ ਦੇ ਮੁੱਠਾ ਭਰ ਭਰ ਦੇ ਰਿਹਾ ਸੀ। ਮੈਂ ਕਹਿੰਦਾ ਉਹ ਅੰਬਾਨੀ ਨਾਲੋਂ ਵੀ ਅਮੀਰ ਆ। ਬਿਲਕੁਲ ਜੀ ਵੀਰ ਜੀ, ਉਹ ਅੰਬਾਨੀ ਤੋਂ ਵੀ ਅਮੀਰ ਆ। ਫਿਰ ਉਹ ਜੋੜੇ ਨੇ ਕਿਹਾ ਕਿ ਇਹਨਾਂ ਨੂੰ ਖਾਲਿਸਤਾਨੀ, ਉਹ ਮਤਲਬ ਖਾਲਿਸਤਾਨ ਦਾ ਨਾਂ ਉਹਨਾਂ ਨੂੰ ਸਹੀ ਨਹੀਂ ਸੀ ਆ ਰਿਹਾ। ਬਾਅਦ ਚ ਉਹਨਾਂ ਨੂੰ ਮੈਂ ਕਿਹਾ ਕਿ ਖਾਲਿਸਤਾਨ ਦਾ ਜਿਹੜਾ ਆ, ਮੈਂ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਚੱਲਿਆ ਆ, ਤੇ ਉਹ ਕਹਿੰਦੇ ਜੀ ਖਾਲਿਸਤਾਨ ਦਾ ਕਿਵੇਂ ਆ, ਮਤਲਬ ਕਿ ਉਹਨਾਂ ਨੂੰ ਉਹ ਕੁਝ ਨਾ ਖਾਲਿਸ ਕਰਕੇ ਕਹੀ ਜਾਂਦੇ ਸੀ। ਮੈਂ ਕਿਹਾ ਖਾਲਿਸਤਾਨ? ਕਹਿੰਦੇ ਹਾਂ ਖਾਲਿਸਤਾਨ। ਮੈਂ ਕਿਹਾ ਜੀ ਵੇਖੋ, ਪਹਿਲੀ ਗੱਲ ਤੇ ਉਹਨਾਂ ਨੂੰ ਖਾਲਿਸਤਾਨ ਦਾ ਮਤਲਬ ਹੀ ਨਹੀਂ ਪਤਾ, ਹਿੰਦੂ ਮੀਡੀਆ ਨੂੰ। ਔਰ ਮੈਂ ਦਾਅਵੇ ਨਾਲ ਕਹਿ ਸਕਦਾ, ਜੇ ਕਿਤੇ ਮੈਨੂੰ ਡਿਬੇਟ ਦੇ ਵਿੱਚ ਉਹ ਕਿਤੇ ਬੁਲਾ ਲੈਣ ਅੱਜ ਤੱਕ ਵਾਲੇ, ਤੇ ਮੈਂ ਉਹਨਾਂ ਨੂੰ ਖਾਲਿਸਤਾਨ ਦੇ ਮੁੱਦੇ ਤੇ ਵੀ ਚੁੱਪ ਕਰਵਾ ਸਕਦਾ। ਇਹ ਗੁਰੂ ਮਹਾਰਾਜ ਜੋ, ਮੈਂ ਕੋਈ ਹੰਕਾਰ ਨਾਲ ਨਹੀਂ ਕਹਿ ਰਿਹਾ, ਜਿੰਨੀ ਕੁ ਗੁਰੂ ਮਹਾਰਾਜ ਨੇ ਮੈਨੂੰ ਤੁਸ਼ ਬੁੱਧੀ ਦਿੱਤੀ ਆ ਉਹਦੇ ਅਨੁਸਾਰ। ਮੈਂ ਕਿਹਾ ਜੀ ਵੇਖੋ, ਕਿ ਜਿੱਥੇ ਇੱਕ ਐਜੀਟੇਸ਼ਨ ਦੇ ਵਿੱਚ 3 ਟਾਈਮ ਦਾ ਖਾਣਾ ਨਾ ਖਾ ਸਕਣ ਵਾਲੇ ਮਜ਼ਦੂਰ ਭਰ ਪੇਟ ਖਾਣਾ ਖਾ ਰਹੇ ਆ 3 ਟਾਈਮ, ਔਰ ਇੱਥੋਂ ਤੱਕ ਕਿ ਉਹ ਘਰ ਨੂੰ ਵੀ ਲੈ ਕੇ ਜਾ ਰਹੇ ਆ। ਕੀ ਉਹ ਖਾਲਿਸਤਾਨੀ ਗਲਤ ਨੇ ਜਾਂ ਠੀਕ ਨੇ? ਮੈਂ ਉਹਨਾਂ ਨੂੰ ਕਪਲ ਨੂੰ ਇਹ ਕੁਐਸਚਨ ਪੁੱਟ ਅਪ ਕੀਤਾ ਸੀਗਾ। ਉਹ ਕਹਿੰਦੇ ਯਾਰ ਇਹ ਤੇ ਬਹੁਤ ਵਧੀਆ ਗੱਲ ਆ, ਇਹ ਤੇ ਖਾਲਿਸਤਾਨ ਫਿਰ ਜਿਹੜਾ ਆ ਇਹ ਤੇ ਮਤਲਬ ਕਿਸੇ ਪੱਖੋਂ ਵੀ ਨਹੀਂ ਮਾੜਾ। ਜੇ ਇਹਦੇ ਵਿੱਚ ਅਜੇ ਇੱਕ ਉਹ ਕਹਿੰਦੇ ਹੈਰਾਨ ਹੋ ਗਏ, ਕਹਿੰਦੇ ਕਿ ਇੱਕ ਐਜੀਟੇਸ਼ਨ ਦੇ ਵਿੱਚ ਫ੍ਰੀ ਆਫ ਕਾਸਟ ਜਿਹੜਾ ਆ ਉਹ ਖਾਣਾ ਜਿਹੜਾ ਮਿਲ ਰਿਹਾ ਆ, ਗਰੀਬ ਗੁਰਬੇ ਨੂੰ ਵੀ, ਲੋੜਵੰਦ ਨੂੰ ਖਾਣਾ ਮਿਲ ਰਿਹਾ, ਤੇ ਇਹਦੇ ਵਿੱਚ ਮਾੜਾ ਕੀ ਆ? ਬਿਲਕੁਲ। ਫਿਰ ਮੈਂ ਪੁੱਛਿਆ ਕਿ ਉਹ ਕਹਿੰਦੇ ਮੈਂ ਕਿਹਾ ਜੀ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆ। ਮੈਂ ਉਹਨਾਂ ਨੂੰ ਟਾਈਮ ਦਾ ਬੜਾ ਖਿਆਲ ਰੱਖਿਓ ਭਾਈ, ਥੋੜਾ ਜਿਹਾ ਟਾਈਮ ਦਾ ਖਿਆਲ ਰੱਖਿਓ। ਆਪਾਂ ਮੈਂ ਕਿਹਾ ਕਿ ਜਦੋਂ ਇੰਡੀਆ ਦੇ ਵਿੱਚ ਕੋਈ ਆਫਤ ਆ ਜਾਂਦੀ, ਪੂਰੇ ਵਰਲਡ ਦੇ ਵਿੱਚ ਕੋਈ ਆਫਤ ਆ ਜਾਂਦੀ ਆ, ਤੇ ਇੰਡੀਆ ਨੇ ਕਦੇ ਵੀ ਇਹ ਕੁਐਸਚਨ ਮੀਡੀਆ ਨੇ ਪੁੱਟ ਅਪ ਨਹੀਂ ਕੀਤਾ ਕਿ ਤੁਹਾਡੇ ਕੋਲ ਫੰਡਿੰਗ ਕਿੱਥੋਂ ਆ ਰਹੀ ਹੈ। ਬਿਲਕੁਲ ਬਿਲਕੁਲ। ਔਰ ਇਹਦੇ ਵਿੱਚ ਰਵੀ ਸਿੰਘ ਹੁਣਾਂ ਦਾ ਬਹੁਤ ਯੋਗਦਾਨ ਆ, ਜਿਸ ਸਿਖਰ ਤੇ ਉਹ ਲੈ ਗਏ ਇਸ ਬਾਬੇ ਨਾਨਕ ਦੇ ਲੰਗਰ ਨੂੰ, ਬਹੁਤ ਯੋਗਦਾਨ ਆ ਉਹਨਾਂ ਦਾ। ਉਹਨਾਂ ਤੇ ਕਿਰਪਾ ਆ ਗੁਰੂ ਮਹਾਰਾਜ ਦੀ। ਔਰ ਉਸ ਕਪਲ ਨੇ ਵੀ ਉਸ ਰਵੀ ਸਿੰਘ ਦੇ ਬਾਰੇ ਕੁਝ ਪੜ੍ਹਿਆ ਸੀਗਾ। ਉਹਨਾਂ ਦੇ ਮਤਲਬ ਕਿ ਉਹਨਾਂ ਨੇ ਉਹ ਹੈਰਾਨ ਸੀਗੇ, ਚਲਦੀਆਂ ਬੰਬ ਬਰੂਦ ਗੋਲੀਆਂ ਦੇ ਵਿੱਚ ਵੀ ਉਹ ਜਿਹੜਾ ਸੀਰੀਆ ਦੇ ਵਿੱਚ ਕਿਵੇਂ ਜਾ ਕੇ ਉਹ ਆਪਣਾ ਜਿਹੜਾ ਵਰਕ ਕਰ ਰਹੇ ਆ। ਬਿਲਕੁਲ। ਹੁਣ ਉਹ ਜੋੜਾ ਕਹਿਣ ਲੱਗਾ ਕਿ ਮੈਂ ਤੇ ਫਿਰ ਚਾਹੂੰਗਾ ਕਿ ਇਹ ਪੂਰਾ ਵਰਲਡ ਹੀ ਖਾਲਿਸਤਾਨ ਹੋ ਜਾਏ, ਜਿੱਥੇ ਇੱਕ ਐਜੀਟੇਸ਼ਨ ਦੇ ਵਿੱਚ ਭਰ ਪੇਟ ਖਾਣਾ ਮਿਲਦਾ, ਤੇ ਜੇ ਇਹਨਾਂ ਦਾ ਰਾਜ ਹੋਊਗਾ ਤੇ ਪੂਰੀ ਜਿਹੜੀ ਪ੍ਰਜਾ ਆ ਉਹ ਤੇ ਸੁਖੀ ਵਸੂਗੀ। ਫਿਰ ਇਹ ਉਹਨਾਂ ਦੇ ਮਤਲਬ ਕਿ ਆਪਣੇ ਜਿਹੜੇ ਵਿਚਾਰ ਸੀ। ਜਦੋਂ ਮੈਂ ਉਹਨਾਂ ਤੋਂ ਵਿਦਾ ਲੈ ਕੇ ਵਾਪਸ ਹੋਣ ਲੱਗਾ ਨਾ, ਤੇ ਮੈਨੂੰ ਉਹਨਾਂ ਨੇ ਮਗਰੋਂ ਆਵਾਜ਼ ਮਾਰੀ, ਕਹਿੰਦੇ ਸਰਦਾਰ ਜੀ। ਔਰ ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ ਇਹਨਾਂ ਨੇ ਪਹਿਲਾਂ ਤੇ ਸਰਦਾਰ ਜੀ ਵਰਡ ਮੇਰੇ ਲਈ ਨਹੀਂ ਯੂਜ ਕੀਤਾ, ਹੁਣ ਇਹਨਾਂ ਨੂੰ ਸਰਦਾਰ ਜੀ ਦਾ ਵੀ ਪਤਾ। ਪਰ ਮੈਂ ਉੱਥੇ ਤੋਂ ਸਮਝ ਗਿਆ ਕਿ ਕਿਤੇ ਨਾ ਕਿਤੇ ਕੁਝ ਸੱਚ ਜਾਣਨਾ ਚਾਹੁੰਦੇ ਸੀਗੇ ਮੇਰੇ ਤੋਂ, ਤੇ ਉਹ ਸੱਚ ਇਹਨਾਂ ਨੇ ਜਾਣ ਲਿਆ ਆ। ਤੇ ਮੈਨੂੰ ਕਹਿੰਦੇ ਸਰਦਾਰ ਜੀ ਖਾਲਿਸਤਾਨ, ਤੇ ਉਹ ਲੇਡੀ ਨੇ ਵੀ ਮਗਰੋਂ ਕਿਹਾ ਖਾਲਿਸਤਾਨ ਜਿੰਦਾਬਾਦ। ਉਹਨਾਂ ਨੂੰ ਕਹਿਣਾ ਨਹੀਂ ਸੀ ਆਉਂਦਾ। ਤੇ ਇਹ ਚੀਜ਼ ਜਿਹੜੀ ਆ ਕਿ ਮੈਂ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਇੱਕ ਕਿਸਾਨ ਏਕਤਾ ਮੋਰਚਾ ਜਿਹੜਾ ਆ, ਇਹ ਬਹੁਤ ਵਧੀਆ ਉਹਨਾਂ ਨੂੰ ਨਾਂ ਦਿੱਤਾ ਗਿਆ ਆ ਮੋਰਚੇ ਨੂੰ, ਕਿਸਾਨ ਏਕਤਾ। ਕਿਉਂਕਿ ਕਿਸਾਨ ਦੇ ਵਿੱਚ ਵਰਲਡ ਦੇ ਵਿੱਚ ਆਲ ਓਵਰ ਇੰਡੀਆ ਦੇ ਜਾਂ ਆਲ ਓਵਰ ਵਰਲਡ ਦੇ ਜਿਹੜੇ ਆ ਉਹ ਸਾਰੇ ਕਿਸਾਨ ਆ ਜਾਂਦੇ ਆ। ਤੇ ਇਹ ਬਹੁਤ ਵਧੀਆ ਨਾਂ ਦਿੱਤਾ ਗਿਆ। ਇਹਨਾਂ ਨੂੰ ਸਮੇਂ ਦਾ ਹਾਣ ਦਾ ਹੋਣ ਲਈ
ਜਿਹੜਾ ਇੰਡੀਆ ਦਾ ਮੀਡੀਆ ਭੰਡੀ ਪ੍ਰਚਾਰ ਕਰ ਰਿਹਾ ਹੈ ਇਸ ਐਜੀਟੇਸ਼ਨ ਦੇ ਖਿਲਾਫ, ਉਹਦੇ ਬਿਲਕੁਲ ਬਰਾਬਰ ਤੇ ਆਪਣੇ ਜਿਹੜੇ ਸਾਧਨ ਆ ਉਹ ਖੜੇ ਕਰਨੇ ਪੈਣਗੇ। ਬਿਲਕੁਲ ਜੀ। ਚਾਹੇ ਉਹ ਨਿਊਜ਼ ਚੈਨਲ ਹੋਣ, ਚਾਹੇ ਉਹ ਪ੍ਰਿੰਟ ਮੀਡੀਆ ਹੋਵੇ ਜਾਂ ਸੋਸ਼ਲ ਮੀਡੀਆ ਆ। ਔਰ ਹਾਂਜੀ। ਮੈਂ ਜਿੰਨੇ ਵੀ ਫੇਸਬੁੱਕ ਚਲਾ ਰਹੇ ਆ ਜਾਂ ਜਿਨ੍ਹਾਂ ਨੇ ਅਜੇ ਤੱਕ ਫੇਸਬੁੱਕ ਅਕਾਊਂਟ ਜਾਂ ਟਵਿੱਟਰ ਅਕਾਊਂਟ ਨਹੀਂ ਬਣਾਇਆ, ਮੈਂ ਉਹਨਾਂ ਨੂੰ ਅਪੀਲ ਕਰਦਾ ਆ ਕਿ ਤੁਸੀਂ ਵੀ ਟਵਿੱਟਰ ਅਕਾਊਂਟ ਬਣਾਓ, ਕਿਉਂਕਿ ਇਹਦੇ ਨਾਲ ਆਲ ਓਵਰ ਵਰਲਡ ਦੇ ਵਿੱਚ ਤੁਹਾਡਾ ਬਹੁਤ ਵਧੀਆ ਪੈਗਾਮ ਗਿਆ ਆ। ਔਰ ਤੁਸੀਂ ਇੰਡੀਆ ਮੀਡੀਆ ਨੂੰ ਜਿਹੜਾ ਭੰਡੀ ਪ੍ਰਚਾਰ ਕਰ ਰਿਹਾ ਉਹਨੂੰ ਬਹੁਤ ਜ਼ਿਆਦਾ ਹੱਦ ਤੱਕ ਤੁਸੀਂ ਕਾਟ ਕਰ ਦਿੱਤੀ ਆ। ਬਿਲਕੁਲ ਬਿਲਕੁਲ ਭਾਜੀ। ਭਾਜੀ ਗੱਲਾਂ ਤਾਂ ਆਪਣੇ ਕੋਲ ਬਹੁਤ ਸੀਗੀਆਂ, ਪਰ ਸਾਨੂੰ ਅੱਜ ਟਾਈਮ ਇਜਾਜ਼ਤ ਨਹੀਂ ਦਿੰਦਾ। ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇਜ ਭਾਜੀ, ਤੁਸੀਂ ਆਏ ਸਾਡੇ ਨਾਲ। ਤੇਜਾ ਭਾਜੀ, ਤੇ ਆਪਾਂ ਇਸ ਕਦੀ ਵੀ ਫੇਰ ਅੱਗੇ ਸਾਨੂੰ ਚਾਂਸ ਦਿਓ। ਤੁਹਾਡੇ ਕੋਲ ਵਿਚਾਰ ਬਹੁਤ ਵਧੀਆ ਨੇ, ਤੇ ਆਪਾਂ ਫੇਰ ਇਕੱਠੇ ਹੋ ਕੇ ਦੁਬਾਰਾ ਇਸ ਜਿਹੜਾ ਆਪਣਾ ਫੇਸਬੁੱਕ ਚਰਚਾ ਚੈਨਲ ਹੈ ਤੇ ਸੈਸ਼ਨ ਤੇ ਆਪਾਂ ਆਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਸੀਂ ਆਪਣਾ ਟਾਈਮ ਕੱਢਿਆ ਉੱਥੋਂ। ਤੇ ਤੁਸੀਂ ਕੁਝ ਕਹਿਣਾ ਚਾਹੋ ਲਾਸਟ ਦੇ ਵਿੱਚ, ਸਿਰਫ 2-4 ਵਰਡਾਂ ਦੇ ਵਿੱਚ, ਜੋ ਫੇਸਬੁੱਕ ਤੇ ਦੇਖ ਰਹੇ ਆ? ਸਭ ਤੋਂ ਪਹਿਲਾਂ ਵੀਰ ਜੀ, ਮੈਂ ਕੌਣ ਹੁੰਦਾ ਆ ਜੀ ਤੁਹਾਨੂੰ ਟਾਈਮ ਦੇਣ ਵਾਲਾ? ਇਹ ਤੇ ਤੁਸੀਂ ਮੈਨੂੰ ਟਾਈਮ ਦੇਣਾ ਆ, ਨਹੀਂ ਮਤਲਬ ਕਿ ਤੁਸੀਂ ਬੁਲਾਉਣਾ ਆ ਮੈਨੂੰ। ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਆ ਕਿ ਤੁਸੀਂ ਮੈਨੂੰ ਇਸ ਯੋਗ ਸਮਝਿਆ ਕਿ ਆਪਣੀ ਚਰਚਾ ਦੇ ਵਿੱਚ ਸ਼ਾਮਲ ਕੀਤਾ ਆ। ਤੇ ਮੈਂ ਚਾਹੁੰਦਾ ਆ ਕਿ ਤੁਸੀਂ ਮੈਨੂੰ ਅੱਗੇ ਤੋਂ ਵੀ ਜਿਹੜਾ ਆਪਣੀ ਚਰਚਾ ਦੇ ਵਿੱਚ ਸ਼ਾਮਲ ਕਰਨ ਲਈ ਮੈਨੂੰ ਇਸ ਯੋਗ ਸਮਝੋ। ਥੈਂਕ ਯੂ ਭਾਜੀ। ਤੇ ਮੈਂ ਇੱਕ ਮੈਸੇਜ ਇਹ ਦੇਣਾ ਚਾਹੁੰਦਾ ਆ ਕਿਸਾਨ ਯੂਨੀਅਨ ਦੇ ਵਿੱਚ ਜਿੰਨੇ ਵੀ ਲੀਡ ਕਰ ਰਹੇ ਆ ਜਿਹੜੇ ਸਾਡੇ ਕਿਸਾਨ ਆਗੂ ਆ, ਕਿ ਕਿਰਪਾ ਕਰਕੇ ਇਹੋ ਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ ਜਿਹਦੇ ਨਾਲ ਤੁਹਾਡੇ ਆਪਸ ਵਿੱਚ ਫੁੱਟ ਪੈ ਜਾਵੇ। ਕਿਉਂਕਿ ਜਿਹੜਾ ਹੈਗਾ ਸਰਕਾਰ, ਸਾਮ, ਦਾਮ, ਦੰਡ ਤੇ ਭੇਦ, ਹਾਂਜੀ, ਇਹ ਜਿਹੜੇ 4 ਤਰੀਕੇ ਆ ਉਹ ਸਰਕਾਰ ਨੇ ਅਪਣਾਉਣੇ ਆ। ਬਿਲਕੁਲ। ਜਿਹਦੇ ਵਿੱਚੋਂ ਕੁਛ ਅਪਣਾ ਚੁੱਕੀ ਆ, ਕੁਛ ਅਜੇ ਜਿਹੜੇ ਆ ਅਪਣਾਉਣੇ ਆ। ਉਹਦੇ ਵਾਸਤੇ ਜਿਹੜਾ ਭੰਡੀ ਪ੍ਰਚਾਰ ਮੀਡੀਆ ਰਾਹੀਂ ਵੀ ਕੀਤਾ ਜਾਏਗਾ, ਤੁਹਾਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾਏਗੀ। ਹਾਂਜੀ। ਔਰ ਜੇ ਮੈਂ ਇੱਕ ਚੀਜ਼ ਹੋਰ ਇੱਥੇ ਦੱਸਣੀ ਭੁੱਲ ਗਿਆ ਆ ਕਿ ਜੋ ਸੁਪਰੀਮ ਕੋਰਟ ਦਾ ਆਰਡਰ ਆਇਆ ਆ, ਹਾਂਜੀ, ਜੇ ਸਾਡਾ ਇੰਡੀਆ ਦਾ, ਭਾਰਤ ਦਾ ਮੀਡੀਆ ਜਿਹੜਾ ਆ ਇੰਨਾ ਮਤਲਬ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਤੇ ਉਹ ਇਸ ਆਰਡਰ ਦੇ ਉੱਤੇ ਜਿਹੜਾ ਆ ਉਹ ਚਰਚਾ ਇੱਕ ਬੁਲਾ ਕੇ ਇਸ ਆਰਡਰ ਤੇ ਵੀ ਚਰਚਾ ਕਰੇ ਕਿ ਸੁਪਰੀਮ ਕੋਰਟ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਇਹ ਆਰਡਰ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ। ਹਾਂਜੀ ਭਾਜੀ, ਆਪਾਂ ਫਿਰ ਇਹਦੇ ਤੇ ਗੱਲ ਕਰਦੇ ਹਾਂ ਜੀ। ਤੇ ਬਹੁਤ ਧੰਨਵਾਦ ਤੁਹਾਡਾ ਵੀ ਭਾਜੀ। ਤੇ ਆਪਾਂ ਹੁਣ ਇਹ ਸੈਸ਼ਨ ਰੱਖਾਂਗੇ ਇਹਦੇ ਤੇ ਵੀ, ਅਦਾਲਤਾਂ ਦੇ ਵੀ। ਤੇ ਤੁਸੀਂ ਆਪਣਾ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਦਾ ਜਿਹੜੇ ਅੱਜ ਸਾਨੂੰ ਵਾਚ ਕਰਤਾ, ਜਿਨ੍ਹਾਂ ਨੇ ਸਾਨੂੰ ਸ਼ੇਅਰ ਕੀਤਾ, ਸਾਰੇ ਫੇਸਬੁੱਕ ਚਰਚਾ ਨੂੰ ਲਾਈਕ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡਾ YouTube ਚੈਨਲ ਵੀ ਹੈ ਜੀ ਫੇਸਬੁੱਕ ਚਰਚਾ, ਤੁਸੀਂ ਉੱਥੇ ਜਾ ਕੇ ਇਹ ਸਾਰੀਆਂ ਵੀਡੀਓ ਦੇਖ ਸਕਦੇ ਆ। ਸਾਡਾ 18ਵਾਂ ਸੈਸ਼ਨ ਸੀਗਾ। ਤੇ ਵਰਦੀਪ ਤੇਜਾ ਜੀ, ਧੰਨਵਾਦ ਤੁਹਾਡਾ ਵੀ। ਸਤਿ ਸ੍ਰੀ ਅਕਾਲ ਜੀ। ਇਨਕਲਾਬ ਜਿੰਦਾਬਾਦ, ਕਿਸਾਨ ਏਕਤਾ ਮੋਰਚਾ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਜਿੰਦਾਬਾਦ। ਥੈਂਕ ਯੂ ਜੀ। ਧੰਨਵਾਦ ਜੀ।